जी वैसे एक गल हैगी मेरे घर दे 2 मैंबर विच है ना ते तुहानू एक फायदा कि बंदा झूठ नहीं मार सकदा क्योंकि 2 बंदे ते घर दे ही हैगे ये थोड़ी बहुती जे एक गप भी मारूगा तो फड़िया जा सकदा वा। एक तो मेरा मामा वड्डा मेरी मां ज्यादा हवा ज्यादा झूठ नहीं ना मार सकदा थोड़ा बहुत मार ही सकदा पर ज्यादा नहीं मार सकदा थोड़ा बहुत लाभ के साथ साथ वाहिगुरू जी का खालसा वाहिगुरू जी की फतेह वाहिगुरू जी का खालसा वाहिगुरू जी की फतेह वाहिगुरू जी का खालसा वाहिगुरू जी की फतेह वाहिगुरू जी। और निजर साहब शुरू करो जी अज दे विचार। हाँ जी हाँ जी हाँ जी फाइनल फतेह बुला लो सारिਆਂ ਨੂੰ। मैं बुलाती है निजर साहब दिलों ही हुंदी मेरी फतेह अंदरों बुला देना मैं। सत श्री अकाल जी बहुत बढ़िया। हां राजवीर हां ए राजवीर जी अपने आज साथ संगत जी ਤੁਹਾਨੂੰ ਅੱਜ ਇੰਟਰੋਡਿਊਸ ਕਰਾਉਣਾ ਮੈਂ ਇਹ ਰਾਜਵੀਰ ਨੇ। हाँ जी हाँ जी ਇਹ ਆਰਟਿਸਟ ਨੇ ਨਿਜਰ ਸਾਹਿਬ ਅੱਜਕੱਲ ਆਪਣੇ ਕੋਈ ਆਰਟਿਸਟ ਵੀ ਆਏ ਨੇ ਇਹ ਕਮੇਡੀਅਨ ਕਰਦੇ ਨੇ। ਓਕੇ ਉਹ ਇਹੋ ਹੀ ਨੇ ਉਹ ਜਿਹੜੇ ਕਹਿੰਦੇ ਨਹੀਂ ਉਹ ਨਵਜੋਤ ਸਿੰਘ ਸਿੱਧੂ ਨੂੰ ਕਿ ਉਹ ਸਿੱਧੂ ਚੁਟਕਲਾ ਪਹਿਲਾਂ ਸੁਣ ਲਿਆ ਕਰ ਫਿਰ ਹੱਸਿਆ ਕਰ ਇਹ ਉਹ ਨੇ ਹੱਸਿਆ ਕਰ। ਹਾਂਜੀ ਸਾਰਿਆਂ ਨੂੰ हाँ वेरी गुड वो बड़ा वधिया सी। हाँ ते ये भी अपने नाल साधना करनगे वेलकम करदे राजवीर जी तुहाडा ते बहुत माइक जी थैंक यू ओके जी थोड़ा जी निजर साहब बहुत बढ़िया जी। हां जी वीर जी हां जी बहुत लाइक ओके परमजीत थैंक यू जी ओके निजर साहब शुरू करो आज दे विचार। हां जी आज ਆਪਾਂ ਜਿਹੜੇ ਹੈਗੇ ਆ सारंग की वार लै रहे हैं 1247 अंग तो ज्ञान शुरू करना है जी। ये अपनी पौड़ी जी हैगी आ 24 पौड़ियाँ हो गई सी 25ਵੀਂ पौड़ी है ये चौथी पातशाही की वार हैगी आ। ये पौड़ियाँ सारिया जिहड़ियां हैगियां जिहदी वार हुंदी आ उपर लिखिया हुंदा है किहड़े महल्ले की वार आ ते वो पौड़ियाँ भी उन्हां दी हुंदियां आ। पौड़ियाँ सारियां उन्हां दी हुंदियां बाकी श्लोक जिहड़े लगे हुंदे उन्हां दे नाल वो जिहड़े हैगे महाराज ने ਜਿਹੜੇ ਢੁਕਵੇਂ ਸ਼ਲੋਕ ਕਿਸੇ ਦੇ ਵੀ ਮਹਾਰਾਜ ਜਿਹੜੀ ਉਹਨਾਂ ਦੀ ਉਹ ਸ਼ਲੋਕ ਜਿਹੜਾ ਹੈ ਉਹਦੇ ਭਾਵਾਰਥ ਸਪਸ਼ਟ ਕਰਦਾ ਹੈ ਉਹ ਸ਼ਲੋਕ ਲੱਗਿਆ ਹੁੰਦਾ ਹੈ। ਤੇ ਹੁਣ ਆਪਾਂ ਜਿਹੜੇ ਹੈਗੇ ਆ ਇਸ ਤੋਂ ਪਹਿਲਾਂ ਜਿਹੜੀ ਹੈ 24ਵੀਂ ਪੌੜੀ ਦੇ ਬਾਰੇ ਥੋੜਾ ਜਿਹਾ ਲਿੰਕ ਬਣਾ ਲਈਏ ਕਿਉਂਕਿ 24ਵੀਂ ਪੌੜੀ ਦੇ ਵਿੱਚ ਮਹਾਰਾਜ ਨੇ ਦੱਸਿਆ ਸੀਗਾ ਬਈ ਤੈਨੂੰ ਇੰਨਾ ਸੋਹਣਾ ਜਿਹੜਾ ਸਰੀਰ ਦਿੱਤਾ ਹੋਇਆ ਆ ਤੇ ਇੰਨਾ ਤਰ੍ਹਾਂ ਦਾ ਤੂੰ ਇਹਨੂੰ ਸ਼ਿੰਗਾਰ ਕਰ ਰਿਹਾ ਆ ਔਰ ਬਹੁਤ ਜਿਹੜਾ ਹੈਗਾ ਮਾਇਆ ਨੂੰ ਜਿਹੜਾ ਹੈਗਾ ਇੰਨਾ ਤੂੰ ਮਾਇਆ ਦੇ ਵਿੱਚ ਗਲਤਾਨ ਹੋਇਆ ਪਿਆ ਆ ਪੂਰਾ ਜਿਹੜਾ ਹੈਗਾ ਮਾਇਆ ਦੇ ਨਾਲ ਪੂਰੀ ਤਰ੍ਹਾਂ ਜਿਹੜਾ ਖੁੱਭਿਆ ਪਿਆ ਆ ਮਾਇਆ ਦੇ ਵਿੱਚ ਤਰ੍ਹਾਂ ਦੇ ਕੱਪੜੇ ਰੇਸ਼ਮੀ ਔਰ ਦੂਸਰੇ ਸ਼ਿੰਗਾਰ ਔਰ ਇੰਨਾ ਅਮੀਰੀ ਦਿਖਾ ਰਿਹਾ ਆ ਗਲੀਚਿਆਂ ਦੇ ਉੱਤੇ ਜਿਹੜੀ ਸਭਾ ਬਣਾ ਰਿਹਾ ਆ ਪੂਰਾ ਹੁਕਮ ਚੱਲਦੇ ਆ ਤੇਰੇ ਤੇ ਕਹਿੰਦੇ ਇਹਦੇ ਨਾਲ ਤੇਰਾ ਜਿਹੜਾ ਹੈਗਾ ਇਹ ਸਾਰਾ ਕੁਝ ਜੋ ਕਰ ਰਿਹਾ ਹੈ ਜੋ ਖਾ ਰਿਹਾ ਪੀ ਰਿਹਾ ਭੋਗ ਰਿਹਾ ਆ ਇਹਦੇ ਨਾਲ ਜਿਹੜਾ ਹੈਗਾ ਦੁੱਖ ਖਾਣਾ ਦੁੱਖ ਭੋਗਣਾ ਗਰਭ ਹੈ ਗਰਬਾਏ ਕਹਿੰਦੇ ਸਿਰਫ ਤੂੰ ਜਿਹੜਾ ਹੈਗਾ ਇਹਦੇ ਨਾਲ ਤੂੰ ਦੁੱਖ ਹੀ ਖਾ ਰਿਹਾ ਆ ਪਿਆਰਿਆ ਔਰ ਦੁੱਖ ਤੈਨੂੰ ਭੋਗਣੇ ਪੈਣੇ ਆ ਇਹ ਦੁੱਖ ਹੀ ਆ ਕਹਿੰਦੇ ਮਾਇਆ ਜੀਵੜ ਦੁੱਖ ਨਾ ਕੋਈ। ਇਹ ਮਾਇਆ ਜਿਹੜੀ ਆਪਾਂ ਨੂੰ ਲੱਗਦੀ ਹੈਗੀ ਮਿੱਠੀ ਤੇ ਸਵਾਦ ਚੰਗੇ ਲੱਗਦੇ ਆ ਪਰ ਹੈ ਜਿਹੜੇ ਹੈਗੇ ਉਹ ਜਿਹੜੇ ਹੈਗੇ ਮਛਲੀ ਦੇ ਸੰਗ ਦੇ ਵਿੱਚ ਜਿਹੜਾ ਹੈਗਾ ਇਹ ਕੁੰਡੀ ਹੈਗੀ ਆ ਉਹ ਆਪਾਂ ਨੂੰ ਕੁੰਡੀ ਨਜ਼ਰ ਨਹੀਂ ਆਉਂਦੀ। ਬਸ ਇਹਦੇ ਐਂਡ ਦੇ ਉੱਤੇ ਕੋਈ ਵੀ ਭੋਗ ਵਿਲਾਸ ਆਪਾਂ ਕਰਦੇ ਹਾਂ ਉਹਦੇ ਸਰੀਰ ਨੇ ਤਾਂ ਛੀਣ ਹੋਣਾ ਹੀ ਹੈ ਸਰੀਰ ਨੇ ਤਾਂ ਦੁਖੀ ਹੋਣਾ ਹੀ ਹੋਣਾ ਹੈ ਨਾਲ ਦੀ ਨਾਲ ਜਿਹੜੇ ਆ ਆਪਣੀ ਜਿਹੜੀ ਹੈ ਕਾਰਨ ਸਰੀਰ ਜਿਹੜਾ ਹੈਗਾ ਇੰਨਾ ਵੱਧ ਜਾਂਦਾ ਹੈ ਔਰ ਆਪਾਂ ਜਿੱਥੋਂ ਜਿਹੜਾ ਮੂਲ ਲੈ ਕੇ ਆਉਨੇ ਆ ਸਰੀਰ ਉਹ ਵਾਪਸ ਫਿਰ ਰਿਟੇਨ ਨਹੀਂ ਕਰ ਪਾਉਂਦੇ ਫਿਰ ਆਪਾਂ ਨੂੰ ਜੂਨਾਂ ਦੇ ਵਿੱਚ ਜਾਣਾ ਪੈਂਦਾ ਹੈ ਕਿਉਂਕਿ ਇੱਕ ਮਾਲਕ ਨੇ ਐਸਾ ਰੱਖਿਆ ਹੈ ਬਈ ਤੂੰ ਜੂਨਾਂ ਦੇ ਵਿੱਚ ਜਾ ਕੇ ਤੇ ਤੈਨੂੰ ਜਿਹੜਾ ਤੇਰਾ ਕਾਰਨ ਸਰੀਰ ਜਿਹੜਾ ਮੈਂ ਇੰਨਾ ਘਟਾਊਂਗਾ ਤੇ ਫਿਰ ਤੈਨੂੰ ਮਨੁੱਖੀ ਜੂਨ ਮਿਲੇਗੀ ਤੇ ਉਸ ਇਹ ਖੇਡ ਆ ਮਾਲਕ ਪਰਮਾਤਮਾ ਦੀ। ਤੇ ਇਸ ਤੋਂ ਨਿਕਲਣ ਦੇ ਵਾਸਤੇ ਕਹਿੰਦੇ ਆ ਨਾਨਕ ਨਾਮ ਨਾ ਚੇਤਿਓ ਅੰਤ ਲਏ ਛਡਾਈ ਕਹਿੰਦੇ ਤੂੰ ਨਾਮ ਤਾਂ ਚੇਤਿਆ ਹੀ ਨਹੀਂ ਹੈ ਪਰਮੇਸ਼ਰ ਨੂੰ ਤਾਂ ਯਾਦ ਹੀ ਨਹੀਂ ਕਰ ਰਿਹਾ ਤੂੰ ਜਿਹੜਾ ਹੈਗਾ ਉਹ ਨਾਮ ਕੀ ਚੇਤਨਾ ਹੈ ਨਾਮ ਜਿਹੜਾ ਹੈਗਾ ਆਪਣੇ ਅੰਦਰ ਮਾਲਕ ਨੇ
ਅੰਮ੍ਰਿਤ ਦਾ ਸਰੋਵਰ ਪਾਇਆ ਹੈ। ਅੰਮ੍ਰਿਤ ਜਿਹਨੂੰ ਕਿ ਇੱਕ ਬੂੰਦ ਵੀ ਪੀ ਲਾਂਗੇ ਤੇ ਆਪਾਂ ਅਮਰ ਹੋ ਜਾਵਾਂਗੇ। ਆਪਾਂ ਜਿਹੜੇ ਹੈਗੇ ਆਪਣੀ ਆਤਮਾ ਦੇ ਵਿੱਚ ਲੀਨ ਹੋ ਜਾਵਾਂਗੇ। ਔਰ ਨਾਮ ਮਿਲਣਾ ਹੈ ਸਹਿਜ ਅਵਸਥਾ ਦੇ ਮਿਲਣਾ ਹੈ। ਨਾਮ ਮਿਲ ਗਿਆ ਤੇ ਨਾਮੇ ਵੀ ਮਿਲ ਜਾਣਾ ਹੈ। ਇਹਨੂੰ ਆਪਾਂ ਚੇਤਦੇ ਨਹੀਂ ਹੈ। ਇਹ ਆਪਣੇ ਸਕੈਡਿਊਲ ਦੇ ਵਿੱਚ ਹੀ ਨਹੀਂ ਹੈਗਾ, ਇਹ ਆਪਣੀ ਟਾਰਗੇਟ ਦੇ ਵਿੱਚ ਹੀ ਨਹੀਂ ਹੈਗਾ। ਇਹਦੇ ਬਾਰੇ ਤਾਂ ਬਿਲਕੁਲ ਆਪਾਂ ਬਿਲਕੁਲ ਜਿਹੜਾ ਹੈਗਾ ਕਿਤੇ ਜਿਹੜਾ ਹੈਗਾ ਇਹ 100ਵੇਂ ਨੰਬਰ ਦੇ ਉੱਤੇ ਵੀ ਨਹੀਂ ਹੈਗਾ। ਆਪਣੇ ਜਿਹੜੇ ਹੈਗੇ ਜਿਹੜੀਆਂ ਇੰਪੋਰਟੈਂਟ ਚੀਜ਼ਾਂ ਹੈਗੀਆਂ ਉਹਦੇ 100ਵੇਂ ਦੇ ਉੱਤੇ ਵੀ ਨਹੀਂ ਪਾਇਆ ਹੋਇਆ। ਇਹ ਬਿਲਕੁਲ ਆਪਣੀ ਲਿਸਟ ਦੇ ਵਿੱਚ ਹੈ ਹੀ ਨਹੀਂ ਹੈਗਾ ਇਹ ਚੀਜ਼। ਇਹ ਧਿਆਨ ਸਿਮਰਨ ਵਾਲੀ ਗੱਲ, ਇਹ ਨਾਮ ਨੂੰ ਚੇਤਾ, ਨਾਮ ਦਾ ਚੇਤਾ ਹੀ ਨਹੀਂ ਆਪਾਂ ਨੂੰ ਬਿਲਕੁਲ ਵੀ। ਹੁਣ ਅੱਗੇ ਜਿਹੜੀ ਹੈਗੀ 25ਵੀਂ ਜਿਹੜੀ ਹੈਗੀ ਆਪਾਂ ਲਈਏ ਸ਼ਲੋਕ, ਤੀਸਰੀ ਪਾਤਸ਼ਾਹੀ ਦਾ ਸ਼ਲੋਕ ਲੱਗਿਆ 25ਵੀਂ ਪੌੜੀ ਖੋਲਣ ਵਾਸਤੇ, ਜਾਂ ਉਹਨੂੰ ਜਿਹੜਾ ਹੈਗਾ ਉਹਨੂੰ ਆਪਾਂ ਨਾ ਉਹਦਾ ਜਿਹੜੇ ਭਾਵਾਰਥ ਸਪਸ਼ਟ ਕਰਨ ਵਾਸਤੇ। हाँ जी, कोई जिहड़ा प्लीज देखिए कौन है माता माइक बंद कर, माता माइक बंद कर, तेरा माइक कथा चलन दी है विच फतेह नहीं बुलाई दी हुंदी कथा दे विच। ठीक है, हुण अगे चलो जी। बंद, एक सेकंड जी, हो गया बंद, चलो। ये श्लोक महला तीजा, सहजे सुख सुती शब्द समाए। देख लो जिन्होंने चेते हुंदा है, जिन्होंने जिहड़ा हैगा वो नाम चेते हुंदा है, नाम उन्हां दे चेते दे उन्हां दे जिहड़े हैगे आ, जिन्हां ने सहज दे विच सौना है। सहज की है, सहज अवस्था की है? सहज हैगी प्रेजेंट, ना पास्ट ना फ्यूचर, कोई विचार नहीं है। परमात्मा जिहड़ा हैगा सहज दे विच है, बाकी सारी चीज़ जिहड़ी है गति दे विच है। मालक परमात्मा जिहड़ा हैगा वो बिल्कुल गतिशील नहीं हैगा, और ਉਹਨੂੰ ਕਹਿੰਦੇ ਆ ਸਹਿਜ। ਮਾਲਕ ਦੇ ਵਿੱਚ ਜਿਹੜਾ ਹੈਗਾ ਕਿੱਲੀ ਤੇ ਪਹੁੰਚ ਜਾਣਾ। ਆਪਾਂ ਚੱਕੀ ਚੱਲ ਰਹੀ ਹੈ, ਕਿੱਲੀ ਤੇ ਦਾਣੇ ਰਹਿ ਗਏ ਤੇ ਵੱਜ ਜਾਣਗੇ, ਬਾਕੀ ਚੱਕੀ ਦੇ ਵਿੱਚ ਤਾਂ ਦਰੇ ਜਾਣਗੇ ਪੂਰੇ ਦੇ ਪੂਰੇ। ਸਹਿਜੇ ਸੁਖੇ ਸੂਤੀ ਸ਼ਬਦ ਦੇ ਸਮਾਏ, ਔਰ ਸੁੱਖ ਵੀ ਉੱਥੇ ਮਿਲ ਜਾਣਾ ਹੈ ਔਰ ਸ਼ਾਂਤੀ ਵੀ ਆ ਜਾਣੀ ਹੈ, ਔਰ ਸ਼ਬਦ ਦੇ ਵਿੱਚ ਸਮਾਈ ਹੋ ਗਈ। ਜਦ ਹੁਣ ਜਦ ਸਹਿਜ ਦੇ ਵਿੱਚ ਸਹਿਜ ਅਵਸਥਾ ਆ ਗਈ ਇਨਸਾਨ ਨੂੰ, ਤੇ ਫਿਰ ਮਾਲਕ ਤਾਂ ਮਿਲ ਗਿਆ। ਮਾਲਕ ਦੇ ਵਿੱਚ ਤਾਂ ਬੂੰਦ ਸਾਗਰ ਦੇ ਵਿੱਚ ਸਮਾ ਗਈ। ਸਹਿਜੇ ਸੁਖ ਸੂਤੀ ਸ਼ਬਦ ਸਮਾਈ, ਆਪੇ ਪ੍ਰਭ ਮੇਲ ਲਈ ਗਲੇ ਲਾਏ। ਸਹਿਜੇ ਸੁਖ ਸੂਤੀ ਸ਼ਬਦ ਸਮਾਏ, ਆਪੇ ਪ੍ਰਭ ਮੇਲ ਲਈ ਗਲੇ ਲਾਏ। ਹੁਣ ਦੇਖ ਲਓ ਇੱਥੇ ਜੇ ਆਪਾਂ ਕਹੀਏ ਵੀ ਮੈਂ ਜਿਹੜਾ ਹੈਗਾ ਧਿਆਨ ਸਿਮਰਨ ਕਰਕੇ, ਮੈਂ ਭਗਤੀ ਕਰਕੇ ਜਿਹੜਾ ਹੈਗਾ ਮੈਂ ਇਹ ਅਵਸਥਾ ਪ੍ਰਾਪਤ ਕਰ ਲਈ, ਨਾ ਨਾ ਨਾ। ਦੇਖੋ ਬਾਣੀ ਜਿਹੜੀ ਹੈ ਤਗੀਦ ਕਰ ਰਹੀ ਹੈ, ਤੂੰ ਜਿਹੜਾ ਹੈਗਾ ਆਪਣਾ ਭਾਂਡਾ ਜਿਹੜਾ ਹੈਗਾ ਤੂੰ ਕਲੀਨ ਕਰਨਾ ਹੈ, ਬਸ ਝਾੜੂ ਲਾਈ ਜਾਣਾ ਹੈ ਤੂੰ, ਔਰ ਝਾੜੂ ਲੱਗਣਾ ਹੈ ਪਿਆਰਿਓ ਧਿਆਨ ਸਿਮਰਨ ਦੇ ਦੁਆਰਾ। ਬਸ ਕਹਿੰਦੇ ਝਾੜੂ ਲਾਈ ਜਾ। ਮਾਲਕ ਨੂੰ ਜਦ ਦੇਖਿਆ ਵੀ ਤੇਰਾ ਸਫਾਈ ਹੋ ਗਈ ਆ, ਮਾਲਕ ਦੇ ਚਰਨ ਆ ਜਾਣੇ। ਮਾਲਕ ਚਰਨ ਆ ਗਏ ਤੇ ਮਾਲਕ ਨੇ ਆ ਜਾਣਾ। ਚਰਨ ਕੀ ਹੈਗੇ? ਚਰਨ ਹੈਗੇ ਜਿਹੜੇ ਅੰਦਰ ਜਿਹੜੀ ਹੈਗੀ ਧੁਨ ਉੱਠਦੀ ਆ, ਉਹ ਹੈਗੀ। ਦੇਖੋ ਬਾਣੀ ਚਾਹੁੰਦਾ ਹੈ ਸ਼ਬਦ ਗੁਰੂ ਸੁਰਤ ਧੁਨ ਚੇਲਾ। ਉਹ ਸਿੱਧ ਪੁੱਛਦੇ ਸੀਗੇ, ਸਿੱਧਾਂ ਨੇ ਪੁੱਛਿਆ ਸੀਗਾ ਮਹਾਰਾਜ ਨੂੰ ਬਈ ਤੇਰਾ ਗੁਰੂ ਕਿਹੜਾ ਹੈਗਾ, ਤੇਰਾ ਕਵਣ ਗੁਰੂ ਜਿਸ ਕਾ ਤੂੰ ਚੇਲਾ? ਤੇ ਮਹਾਰਾਜ ਨੇ ਕਿਹਾ ਸੀ ਸ਼ਬਦ ਗੁਰੂ ਸੁਰਤ ਧੁਨ ਚੇਲਾ। ਹੁਣ ਸ਼ਬਦ ਗੁਰੂ ਹੈਗਾ, ਸ਼ਬਦ ਗੁਰੂ ਹੈਗਾ। ਇਹ ਆਪਾਂ ਜਿਹੜੇ ਲੈ ਰਹੇ ਹਾਂ ਗੁਰਮਤ, ਇਹ ਗੁਰ ਸ਼ਬਦ ਹੈਗੇ, ਗੁਰੂ ਦੇ ਮੁਖ ਤੋਂ ਆਏ ਹੋਏ ਸ਼ਬਦ ਹੈਗੇ। ਔਰ ਉਹ ਜਿਹੜੀ ਧੁਨ ਜਿਹੜੀ ਹੈਗੀ ਆ ਉਹ ਸ਼ਬਦ ਜਿਹੜਾ ਹੈਗਾ ਗੁਰੂ ਹੈਗਾ, ਉਹਦੇ ਮਗਰ ਲੱਗਣਾ ਹੈ ਆਪਾਂ ਨੇ। ਸ਼ਬਦ ਗੁਰੂ ਸੁਰਤ ਧੁਨ ਚੇਲਾ, ਆਪਣੀ ਸੁਰਤ ਨੇ ਉਹਦੇ ਮਗਰ ਚੇਲਾ ਬਣ ਜਾਣਾ ਹੈ। ਉਹ ਲਾਈਵ ਸ਼ਬਦ ਹੈਗਾ, ਅੰਦਰ ਆਪਣੇ ਆਪ ਚੱਲ ਰਿਹਾ, ਉਹਨੂੰ ਬੰਦ ਨਹੀਂ ਕੋਈ ਕਰ ਸਕਦਾ। ਉਹ ਜਿਹੜਾ ਹੈਗਾ ਉਹ ਪਹਿਲਾਂ ਸ਼ੁਰੂ ਤੋਂ ਜਿਹੜਾ ਹੈਗਾ ਜਿਹੜਾ ਕਹਿੰਦੇ ਆ ਵੀ ਆਪਣੀ ਜਿਹੜੀ ਹੈਗੀ ਜਿਹਨੂੰ ਕਹਿੰਦੇ ਆ ਜਿਹੜੇ ਸ਼ੂਨਯ ਮੰਡਲ ਜਿਹੜਾ ਹੈਗਾ, ਆਪਾਂ ਹੈਗੇ ਵਿਚਾਰ ਮੰਡਲ ਦੇ ਵਿੱਚ। ਇਹਦੇ ਵਿੱਚ ਸ਼ਬਦ ਜਿਹੜਾ ਹੈਗਾ ਉਹ ਨਹੀਂ ਸੁਣਦਾ, ਕਿਉਂਕਿ ਵਿਚਾਰਾਂ ਦਾ ਸ਼ੋਰ ਇੰਨਾ ਜ਼ਬਰਦਸਤ ਹੈਗਾ ਕਿ ਉਹ ਸ਼ਬਦ ਜਿਹੜਾ ਹੈ ਬਹੁਤ ਜਿਹੜਾ ਹੈਗਾ ਉਹ ਇਹ ਸ਼ੋਰ ਉਹਨੂੰ ਢੱਕ ਲੈਂਦਾ ਹੈ। ਤੇ ਜ਼ਿਆਦਾ ਆਪਾਂ ਥੋੜਾ ਇਹ ਜੋ ਗੁਰੂ ਕਹਿ ਰਿਹਾ ਆਪਾਂ ਨੂੰ, ਜੋ ਬੈਖਰੀ ਜਿਹੜੇ ਹੈਗੇ ਅੱਖਰਾਂ ਦੇ ਵਿੱਚ ਸ਼ਬਦ ਹੈ, ਜਿਸ ਤਰ੍ਹਾਂ ਵਾਹਿਗੁਰੂ ਹੈਗਾ, ਅੱਲਾਹ ਹੈਗਾ, ਹਰੀਓਮ ਹੈਗਾ, ਇਹਦੇ ਨਾਲ ਥੋੜਾ ਜਿਹਾ ਆਪਾਂ ਆਪਣੇ ਆਪ ਨੂੰ ਜਿਹੜਾ ਹੈਗਾ ਵਾਹਿਗੁਰੂ,
ਔਰ ਉਸ ਤੋਂ ਬਾਅਦ ਫਿਰ ਚੁੱਪ ਹੋ ਜਾਂਦੇ ਆ। ਔਰ ਉਹਦੇ ਨਾਲ ਕੀ ਹੁੰਦਾ ਹੈ, ਉਹਦੇ ਨਾਲ ਜਿਹੜਾ ਹੈਗਾ ਆਪਾਂ ਨੂੰ ਆਪਣੇ ਅੰਦਰ ਝਾਤੀ ਮਾਰਨ ਦਾ ਪਤਾ ਲੱਗਦਾ ਹੈ, ਕਿਉਂਕਿ ਅੱਖਾਂ ਬੰਦ ਹੋ ਗਈਆਂ, ਬਾਹਰੋਂ ਕਟ ਆਫ ਹੋ ਗਿਆ ਆਪਾਂ। ਹੁਣ ਅੰਦਰ ਕੀ ਰਹਿ ਗਿਆ, ਅੰਦਰ ਆਪਾਂ ਆਪਣਾ ਜਿਹੜੇ ਹੈਗੇ ਆਪਣੇ ਆਤਮਾ ਤੱਕ ਜਾਣ ਵਾਸਤੇ ਵਿਚਾਰ ਹੈਗੇ ਆ, ਤੇ ਵਿਚਾਰਾਂ ਨੂੰ ਜਿਹੜਾ ਹੈ ਕ੍ਰਾਸ ਕਰਨਾ ਹੈ। ਤੇ ਵਿਚਾਰਾਂ ਨੂੰ ਕ੍ਰਾਸ ਕਰਨ ਵਾਸਤੇ ਜਿਹੜੇ ਹੈਗੇ ਆ ਉਹਨਾਂ ਨੂੰ ਦੇਖਣਾ ਪਊਗਾ ਭਾਈ। ਉਹ ਜਿਹੜੇ ਵਿਚਾਰ ਆ ਰਹੇ, ਕਟੀ ਪਤੰਗਾਂ ਆਈ ਜਾ ਰਹੀਆਂ ਔਰ ਜਾਈ ਜਾ ਰਹੀਆਂ ਹੈ। ਵਿਚਾਰ ਦੋ ਪਤੰਗਾਂ ਕਦੀ ਨਹੀਂ ਆਉਣਗੀਆਂ, ਇੱਕੋ ਹੀ ਆਊਗਾ। ਇੱਕ ਵਿਚਾਰ ਆਊਗਾ, ਉਸ ਤੋਂ ਬਾਅਦ ਦੂਸਰਾ ਆਊਗਾ, ਤੇ ਉਹਦੇ ਵਿੱਚ ਜਿਹੜਾ ਵਿਚਾਲੇ ਜੇ ਗੈਪ ਹੈਗਾ, ਬਸ ਉਹੀ ਗੈਪ ਹੈਗਾ, ਉਸੇ ਗੈਪ ਨੂੰ ਵਧਾਉਣਾ ਹੈ ਆਪਾਂ ਨੇ। ਔਰ ਜੇ ਵਿਚਾਰ ਜਿਹੜਾ ਹੈਗਾ ਉਹ ਕਟੀ ਹੋਈ ਪਤੰਗ ਦੀ ਤਰ੍ਹਾਂ ਹੈਗਾ, ਜੇ ਆਪਾਂ ਨੇ ਆਪਣੀ ਸੁਰਤ ਹੈਗੀ, ਜੇ ਉਹਨੂੰ ਵਿਚਾਰ ਦੇ ਨਾਲ ਜੋੜ ਲਿਆ ਤੇ ਪਤਾ ਨਹੀਂ ਕਦ ਤੱਕ ਉਡਾਈ ਜਾਵਾਂਗੇ ਉਹ ਪਤੰਗ ਨੂੰ ਆਪਾਂ। ਬਸ ਆਪਾਂ ਇਹੀ ਕਰਨਾ ਹੈ, ਪਤੰਗ ਆਈ ਹੈ ਆਪਣੇ ਚਿੱਤ ਦੇ ਵਿੱਚ, ਲਾਈਫ ਦੇ ਵਿੱਚ, ਉਹਨੇ ਨਿਕਲ ਜਾਣਾ ਹੈ ਪਤੰਗ ਨੇ, ਆਪਾਂ ਉਹਦੇ ਨਾਲ ਨਹੀਂ ਅਟੈਚ ਹੋਣਾ। ਇਹੀ ਹੈ ਵੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ। ਇਹੀ ਉਸਤਤ ਹੈ ਭਾਈ, ਇਹੀ ਨਾਮ ਅਭਿਆਸ ਹੈ, ਇਹੀ ਧਿਆਨ ਸਿਮਰਨ ਹੈਗਾ। ਇਹਦੇ ਨਾਲ ਹੀ ਜਿਹੜਾ ਹੈਗਾ ਆਪਣੇ ਅੰਦਰ ਜਿਹੜਾ ਹੈਗਾ, ਫਿਰ ਜਦ ਵਿਚਾਰਾਂ ਦੀ ਕਮੀ ਹੋ ਗਈ ਤੇ ਉਹ ਸੁਣਨ ਦਾ ਸ਼ਬਦ ਆਪਾਂ ਨੂੰ, ਸ਼ਬਦ ਗੁਰੂ ਜਿਹੜਾ ਹੈ ਪ੍ਰਗਟ ਹੋ ਜਾਣਾ ਹੈ। ਉਹ ਹੈਗਾ ਉਹਨੂੰ ਕਹਿੰਦੇ ਆ ਸ਼ਬਦ ਗੁਰੂ ਸੁਰਤ ਧੁਨ ਚੇਲਾ। ਆਪਣੀ ਸੁਰਤ ਨੇ ਉਹ ਚੇਲਾ ਬਣ ਜਾਣਾ ਉਹਦਾ, ਉਹ ਲਾਈਵ ਹੈਗਾ ਗੁਰੂ, ਉਹਦੇ ਮਗਰ ਲੱਗਣਾ ਹੈ, ਉਹ ਗੁਰੂ ਹੈਗਾ। ਉਹਨੇ ਆਪਾਂ ਨੂੰ ਵਿਚਾਰ ਮੰਡਲ ਕ੍ਰਾਸ ਕਰਾਉਣਾ ਹੈ। ਆ ਹੈਗਾ ਭਾਈ ਮਾਲਕ ਪਰਮਾਤਮਾ ਦਾ ਇਹ ਧਿਆਨ ਸਿਮਰਨ ਦਾ ਜਿਹੜਾ ਹੈਗਾ, ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਆਪਾਂ ਨੇ ਇਹ ਆ ਜੁਗਤੀ ਹੈਗੀ ਆ। ਆਪੇ ਪ੍ਰਭ ਮੇਲ ਲਈ ਗੱਲ ਲਾਈ, ਮਾਲਕ ਨੇ ਮਿਲਾਉਣਾ ਹੈ ਆਪਾਂ ਨੂੰ। ਨਹੀਂ ਤਾਂ ਆਪਾਂ ਕਵਾਂਗੇ ਵੀ ਮੈਂ ਧਿਆਨ ਸਿਮਰਨ ਕੀਤਾ, ਮੈਂ ਇੰਨੇ ਘੰਟੇ ਬੈਠਿਆ, ਮੈਂ ਇੰਨਾ ਕੀਤਾ, ਤੇ ਉਹ ਜਿਹੜਾ ਇਹਦਾ ਮਤਲਬ ਜਿਹੜਾ ਭਗਤੀ ਵੱਡੀ ਹੋ ਗਈ ਤੇ ਪਰਮਾਤਮਾ ਜਿਹੜਾ ਹੈਗਾ ਛੋਟਾ ਹੋ ਗਿਆ। ਨਾ ਨਾ ਨਾ, ਮਿਲਾਉਣਾ ਮਾਲਕ ਨੇ ਹੈਗਾ। ਬਸ ਆਪਾਂ ਨੇ ਸਿਰਫ ਜਿਹੜਾ ਹੈਗਾ ਆਪਾਂ ਨੇ ਉਸ ਦੇ ਲਾਇਕ ਬਣਨਾ ਹੈ। ਬਸ ਉਹ ਅੰਮ੍ਰਿਤ ਦੀ ਬੂੰਦ ਲੈਣ ਦੇ ਲਾਇਕ, ਉਸ ਮਾਲਕ ਦੀ ਕਿਰਪਾ ਦੇ ਪਾਤਰ ਬਣਨਾ ਹੈ ਆਪਾਂ ਨੇ। ਕਿਰਪਾ ਮਾਲਕ ਨੇ ਕਰਨੀ। ਸਹਿਜੇ ਸੁਖ ਸੂਤੀ ਸ਼ਬਦ ਸਮਾਏ, ਆਪੇ ਪ੍ਰਭ ਮੇਲ ਲਈ ਗਲ ਲਾਏ, ਦੁਬਦਾ ਚੁਕੀ ਸਹਿਜ ਸੁਭਾਏ। ਕਹਿੰਦੇ ਸਹਿਜ ਸੁਭਾਏ ਦੁਬਦਾ ਜਿਹੜੀ ਹੈਗੀ ਚੁੱਕ ਗਈ। ਇਹ ਦੁਬਦਾ ਕੀ ਹੈਗੀ ਆ, ਦੁਬਦਾ ਜਿਹੜੀ ਹੈਗੀ ਆ, ਦੁਬਦਾ ਹੈਗੀ ਭਾਈ ਜੋ ਕੁਛ ਜਿਹੜਾ ਹੈਗਾ ਆਪਾਂ ਨੂੰ ਦਿਸ ਰਿਹਾ ਆ, ਇਹ ਸਾਰਾ ਦਾ ਸਾਰਾ ਜਿਹੜਾ ਹੈਗਾ ਉਸ ਮਾਲਕ ਪਰਮਾਤਮਾ ਨੇ ਆਪਣੀ ਪਾਵਰ ਦੇ ਨਾਲ, ਪੰਜਾਂ ਤੱਤਾਂ ਦੇ ਨਾਲ ਉਹ ਮਾਲਕ ਨੇ ਸਾਰੀ ਰਚਨਾ ਕੀਤੀ, ਇਨਕਲੂਡਿੰਗ ਆਪਣੀ ਬਾਡੀ ਜਿਹੜੀ ਹੈਗੀ ਆ। ਔਰ ਬਾਕੀ ਜੋ ਇਹ ਪਹਾੜ, ਪਾਣੀ, ਜੋ ਕੁਛ ਵੀ, ਘਰ-ਬਾਰ, ਰਿਸ਼ਤੇਦਾਰ, ਘਰਵਾਲੀ, ਘਰਵਾਲਾ, ਜੋ ਬੱਚੇ, ਜੋ ਕੁਛ ਵੀ ਨਜ਼ਰ ਆ ਰਿਹਾ ਹੈ, ਇਹ ਸਾਰਾ ਦਾ ਸਾਰਾ ਦੁਬਦਾ ਹੈਗਾ। ਇਹ ਹੈ ਨਹੀਂਗਾ, ਇਹ ਫੈਬਰੀਕੇਟਡ ਹੈਗਾ, ਇਹ ਲੌਂਗ ਲਾਸਟ ਨਹੀਂ ਹੈਗਾ, ਇਹਦੀ ਲਾਈਫ ਹੈਗੀ ਆ। ਇਹਨੇ ਜਿਹੜਾ ਹੈਗਾ ਇਸੇ ਨੇ ਨਾ, ਜਦ ਸਹਿਜ ਦੇ ਵਿੱਚ ਇਨਸਾਨ ਚਲਾ ਗਿਆ, ਇਹਨੇ ਦੁਬਦਾ ਨੇ ਚੁੱਕੀ ਜਾਣਾ ਹੈ, ਦੁਬਦਾ ਨੇ ਦੂਰ ਹੋ ਜਾਣਾ। ਦੁਬਦਾ ਹੀ ਤਾਂ ਹੈਗੀ ਜਿਹੜੀ ਪਰ ਆਪਣੀ ਆਤਮਾ, ਔਰ ਆਤਮਾ ਤਾਂ ਪਰਮਾਤਮਾ ਹੈਗੀ, ਆਤਮਾ ਔਰ ਆਪਣੇ ਵਿੱਚ ਜਿਹੜੇ ਹੈਗੇ ਆ ਦੁਬਦਾ ਹੈਗੀ ਆ। ਇਹੀ ਕੰਧ ਹੈਗੀ ਆ, ਇਹੀ ਪਾੜ ਹੈਗੀ ਆ, ਹਿੱਸੇ ਨੇ ਚੁੱਕਣਾ ਹੈਗਾ। ਕਹਿੰਦੇ ਸਹਿਜ ਸੁਭਾਏ ਜਿਹੜਾ ਹੈਗਾ ਇਸ ਤਰੀਕੇ ਦੇ ਨਾਲ ਧਿਆਨ ਸਿਮਰਨ ਦੇ ਨਾਲ ਇਹਨੇ ਚੁੱਕ ਜਾਣਾ ਹੈ। ਅੰਤਰ ਨਾਮ ਵਸਿਆ ਮਨ ਆਏ, ਔਰ ਨਾਮ ਨੇ ਅੰਦਰ ਵਸ ਜਾਣਾ ਹੈ। ਅੰਦਰ ਆ ਕੇ ਅੰਮ੍ਰਿਤ ਦਾ ਚਸ਼ਮਾ ਫੁੱਟ ਜਾਣਾ ਹੈ ਅੰਦਰ ਆਪਣੇ। ਅੰਤਰ ਨਾਮ ਵਸਿਆ ਮਨ ਆਏ, ਸੇ ਕੰਠ ਲਾਏ ਜੇ ਭੰਨ ਕੜਾਏ। ਹੁਣ ਕੰਡੀਸ਼ਨ ਆ ਗਈ ਭਾਈ, ਬਈ ਜਿਹੜੇ ਹੈਗੇ ਇਹ ਉਹਨਾਂ ਦੇ ਉੱਤੇ ਹੋਣਾ ਆ। ਆਪੇ ਪ੍ਰਭ ਮੇਲ ਲਈ ਗੱਲ ਲਾਏ ਤੇ ਕੰਠ ਲਾਏ ਲਿਖਿਆ ਇੱਕੋ ਹੀ ਚੀਜ਼ ਹੈਗੀ ਆ। ਕਹਿੰਦੇ ਕਿਹੜੇ, ਜੇ ਭੰਨ ਕੜਾਏ। ਹੁਣ ਜਿਹੜਾ ਭੰਨ ਕੇ ਕੱਢਣਾ ਹੈ ਭਾਈ, ਇਹਦਾ ਮਤਲਬ ਜੋ ਚੀਜ਼ ਆਪਣੀ ਹੈ ਆਪਣੇ ਕੋਲ, ਉਹਨੂੰ ਤੋੜਨਾ ਹੈ ਪਹਿਲਾਂ। ਜਿਹੜਾ ਕਾਰਨ ਸੀ ਜਿਹੜਾ ਆਪਣੇ ਕੋਲ ਲੱਗਿਆ, ਜਿਹੜਾ ਫਾਲਤੂ ਜਿਹੜਾ ਹੈਗਾ ਪੱਥਰ ਆਪਾਂ ਨੇ ਇਕੱਠਾ ਕੀਤਾ ਹੋਇਆ ਆ, ਪਹਿਲਾਂ ਉਹਨੂੰ ਛੇਨੀ ਹਥੌੜੇ ਨਾਲ ਤੋੜਨਾ ਪੈਣਾ ਹੈ। ਆਹੀ ਧਿਆਨ ਸਿਮਰਨ ਜਿਹੜਾ ਹੈ, ਇਹੀ ਛੇਨੀ ਹਥੌੜਾ ਹੈਗਾ। ਇਹਦੇ ਨਾਲ ਹੀ ਇਹਨੂੰ ਭੰਨ ਕੇ ਕੱਢਣਾ ਹੈ ਦੁਬਾਰਾ। ਇਹ ਭੰਨਿਆ ਕਿਵੇਂ ਜਾਊਗਾ? ਦੇਖੋ, ਸਭ ਤੋਂ 4 ਖੰਡ ਹੈਗੇ। ਪਹਿਲਾ ਹੈਗਾ ਇੱਥੇ ਆਏ ਆ ਆਪਾਂ, ਉਹ ਹੈਗਾ ਆਪਣਾ ਜਿਹੜਾ ਹੈਗਾ ਧਰਮ ਖੰਡ। ਉਸ ਤੋਂ ਬਾਅਦ ਗਿਆਨ ਖੰਡ ਆ, ਇਸ ਤੋਂ ਬਾਅਦ ਆਉਂਦਾ ਆ ਸਰਮ ਖੰਡ।
ਸਰਮਖੰਡ ਕੀ ਬਾਣੀ ਰੂਪ। ਦੇਖੋ ਪਹਿਲਾਂ ਤਾਂ ਪਤਾ ਲੱਗੇ ਵੀ ਆਪਾਂ ਨਾਲ ਧਰਮ ਕੀ ਹੈ, ਮਨੁੱਖੀ ਜੀਵਨ ਦੇ ਵਿੱਚ ਆਏ ਆ, ਆਪਾਂ ਕੀ ਕਰਨਾ ਹੈ। ਕਿ ਆਪਾਂ ਸਿਰਫ ਜਿਹੜੇ ਆ ਕੇ ਇੱਥੇ ਜਿਹੜੇ ਹੈਗੇ ਆ ਗਏ, ਵੱਡੇ ਹੋ ਗਏ, ਪੜ੍ਹਾਈਆਂ ਕਰ ਲੀਆਂ, ਨੌਕਰੀਆਂ ਕਰ ਲੀਆਂ, ਪੈਸਾ ਕਮਾ ਲਿਆ, ਬੱਚੇ ਪੈਦਾ ਕਰ ਲਏ, ਬੱਚਿਆਂ ਦੇ ਬੱਚੇ ਹੋ ਗਏ, ਉਹਨਾਂ ਨੂੰ ਪੜ੍ਹਾਤਾ, ਉਹਨਾਂ ਨੂੰ ਅੱਗੇ ਵਧਾਤਾ, ਬਸ ਫਾਈਨਲੀ ਜਿਹੜਾ ਹੈਗਾ ਉਹ ਸਾਰਾ ਕੁਝ ਇਸ ਤਰ੍ਹਾਂ ਹੀ ਕਰਦੇ ਕਰਦੇ ਇੱਕ ਚੁਟਕੀ ਦੇ ਨਾਲ ਫਾਈਨਲੀ ਡਿਸਪੋਜ਼ ਹੋ ਗਏ। ਕੀ ਮਤਲਬ ਆਪਣਾ ਜੀਵਨ ਇਹੀ ਹੈਗਾ? ਇਹਦੇ ਵਾਸਤੇ ਆਏ, ਇਹਦਾ ਤੇ ਆਪਾਂ ਨੂੰ ਕੁਝ ਮਿਲਣਾ ਹੀ ਨਹੀਂ। ਸਾਰਾ ਕੁਝ ਤਾਂ ਇੱਥੇ ਦੇ ਇੱਥੇ ਰਹਿ ਗਿਆ, ਆਪਣੇ ਕੋਲ ਤਾਂ ਇੱਥੇ ਹੀ ਜੁਦਾ ਹੋ ਗਿਆ। ਜਿਹੜੀ ਚੀਜ਼ ਦੇ ਉੱਤੇ ਆਪਾਂ ਸਾਰੀ ਜ਼ਿੰਦਗੀ ਲਗਾ ਦਿੱਤੀ ਉਹ ਤਾਂ ਇੱਥੇ ਹੀ ਰਹਿ ਗਈ ਨਾ। ਉਹ ਤਾਂ ਇੱਥੇ ਹੀ ਮਿਲੇ ਸੀਗੇ, ਇੱਥੇ ਦੇ ਇੱਥੇ ਰਹਿ ਗਏ। ਸਰੀਰ ਵੀ ਇੱਥੇ ਮਿਲਿਆ ਸੀਗਾ, ਸਾਰੇ ਜਿਹੜੇ ਹੈਗੇ ਪਰਿਵਾਰ ਵੀ ਇੱਥੇ ਮਿਲਿਆ, ਧਨ ਦੌਲਤ ਵੀ ਇੱਥੇ ਮਿਲੀ। ਧਨ ਦੌਲਤ ਇੱਥੇ ਦੀ ਇੱਥੇ ਹੈਗੀ, ਸਾਰਾ ਧਰਤੀ ਦੇ ਸੋਨਾ ਹੈ, ਇਹਨੂੰ ਕੋਈ ਲਿਜਾ ਹੀ ਨਹੀਂ ਸਕਦਾ ਕਿਤੇ। ਇਹਨੇ ਤਾਂ ਇੱਥੇ ਹੀ ਰਹਿਣਾ ਜਿੱਥੇ ਹੈਗਾ। ਸਾਰਾ ਕੁਝ ਦੇਖ ਲਓ। ਫਿਰ ਮਕਸਦ ਕੀ ਹੈਗਾ ਆਪਣਾ? ਆਪਣੇ ਜੀਵਨ ਦਾ ਪ੍ਰਯੋਜਨ ਕੀ ਹੈਗਾ? ਬਸ ਆਹੀ ਹੈਗਾ ਭਾਈ ਪ੍ਰਯੋਜਨ। ਮਾਲਕ ਕਹਿੰਦਾ ਹੈ ਵੀ ਦੇਖ ਮੈਂ ਤੈਨੂੰ ਭੇਜ ਰਿਹਾ ਹਾਂ ਇਹ ਦੁਨੀਆ ਦੇ ਵਿੱਚ। ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਕਾਲ ਦੀ ਟੀਮ ਹੈਗੀ ਆ। ਇਹ ਕਾਲ ਦੇ ਔਰ ਸਾਰੇ ਸਵਾਦ ਰਸ ਕਸ, ਇਹ ਟੱਬਰ ਟੀਰ ਜਿਹੜਾ ਜੋ ਵੀ ਹੈਗਾ, ਇਹ ਸਾਰਾ ਦਾ ਸਾਰਾ ਕਾਲ ਦੇ ਕੋਲ ਆ। ਔਰ ਇਸ ਤੋਂ ਬਾਅਦ ਤੇਰਾ ਸਰੀਰ ਵੀ ਕਾਲ ਦੇ ਵਾਸਤੇ ਆ। ਇਸ ਤੋਂ ਇਲਾਵਾ ਇੱਕ ਰਸਤਾ ਹੈਗਾ ਭਾਈ, ਦੂਸਰੀ ਟੀਮ ਹੈਗੀ ਆ ਤੇਰੇ ਕੋਲ ਦਿੱਤਾ ਹੋਇਆ। ਦੇਖ ਲਾ, ਤੇਰੇ ਕੋਲ ਜਿਹੜਾ ਹੈਗਾ ਮਨ ਹੈਗਾ, ਸੁਰਤ ਹੈਗੀ ਆ, ਮਤ ਹੈਗੀ ਆ, ਬੁੱਧੀ ਹੈਗੀ ਆ। ਦੇਖ ਤੇਰੇ ਕੋਲ ਜਿਹੜੇ ਹੈਗੇ ਆ, ਤੇਰੇ ਜਿਹੜੇ ਹੈਗੇ ਆ ਆਪਣੇ ਜਿਹੜੇ ਗਿਆਨ ਇੰਦਰੀਆਂ ਹੈਗੀਆਂ, ਕਰਮ ਇੰਦਰੀਆਂ ਹੈਗੀਆਂ। ਇਹਨਾਂ ਦੇ ਨਾਲ ਦੇਖ ਲਾ ਤੂੰ ਜਿਹੜਾ ਹੈਗਾ ਪਰਮਾਤਮਾ ਦੇ ਵੱਲ ਆ ਸਕਦਾ ਹੈ। ਔਰ ਇਸ ਟੀਮ ਨੂੰ ਹਰਾ ਕੇ ਆਉਣਾ ਪਊਗਾ ਤੈਨੂੰ। ਔਰ ਇਹਦੇ ਵਾਸਤੇ ਤੈਨੂੰ ਮੈਂ ਗਾਈਡ ਦੇ ਰਿਹਾ ਹਾਂ, ਲਾਈਵ ਵੀ ਗਾਈਡ ਦੇ ਰਿਹਾ ਤੈਨੂੰ। ਜਿਹੜੇ ਹੈਗੇ ਰਿਕਾਰਡਡ ਜਾਂ ਕਹੋ ਕਿ ਗੁਰੂ ਗ੍ਰੰਥ ਸਾਹਿਬ ਜਾਂ ਹੋਰ ਗਿਆਨ ਜਿਹੜੇ ਹੈਗੇ ਆ, ਉਹ ਰਿਕਾਰਡਡ ਗਿਆਨ ਵੀ ਹੈਗਾ ਤੇਰੇ ਕੋਲ। ਉਹਦੀ ਸਹਾਇਤਾ ਲੈ ਸਕਦਾ ਹੈ। ਕਿਸ ਤਰ੍ਹਾਂ ਜਾ ਕੇ ਜਿਹੜਾ ਹੈਗਾ ਇਹਨਾਂ ਦੇ ਨਾਲ ਘੋਲ ਕਰਨਾ ਹੈ। ਘੋਲ ਤੈਨੂੰ ਕਰਨਾ ਪਊਗਾ। ਗੁਰੂ ਰਿਕਾਰਡਡ ਹੋਏ ਚਾਹੇ ਲਾਈਵ ਹੋਏ, ਉਹਨੇ ਪਹਿਲਾਂ ਹੀ ਤੈਨੂੰ ਗੁਰ ਦੱਸਣੇ ਆ ਸਾਰੇ। ਮੈਂ ਇਸ ਤਰ੍ਹਾਂ ਆ ਕਰਨਾ, ਇਸ ਤਰ੍ਹਾਂ ਉਹ ਕਰਨਾ। ਅੱਗੇ ਰਿੰਗ ਦੇ ਵਿੱਚ ਤੂੰ ਜਾਣਾ ਹੈ, ਉੱਥੇ ਗੁਰੂ ਨਹੀਂ ਜਾ ਸਕਦਾ। ਆਹ ਰੂਲ ਹੈਗੇ ਭਾਈ। ਆ ਹੈਗਾ ਆਪਣਾ ਜਿਹੜਾ ਹੈਗਾ, ਇਹਦੇ ਵਾਸਤੇ ਆਪਾਂ ਆਏ ਹਾਂ। ਸੇ ਕੰਠ ਲਾਏ ਜੇ ਭੰਨ ਕਢਾਏ। ਹੁਣ ਭੰਨ ਕੇ ਘੜਨਾ ਕੀ ਹੈ? ਸੁਰਤ ਨੂੰ ਤਿੱਥੇ ਘੜੀਏ, ਸਰਮਖੰਡ ਕੀ ਬਾਣੀ ਰੂਪ ਤਿੱਥੇ ਘੜੀਏ, ਤਿੱਥੇ ਦੇ ਘਾੜਤ ਘੜੀਏ ਬਹੁਤ ਅਨੂਪ। ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ। ਇੰਨੀ ਘਾੜਤ, ਇੰਨਾ ਸੋਹਣਾ ਬਣ ਜਾਂਦਾ ਇਨਸਾਨ ਅੰਦਰ। ਉਹਦਾ ਜਿਹੜਾ ਹੈਗਾ ਮਨ, ਉਹਦੇ ਅੰਦਰਲਾ ਜਿਹੜਾ ਹੈਗਾ ਜੀਵ। ਤਿੱਥੇ ਘੜੀਏ ਸੁਰਤ ਮਤ ਮਨ ਬੁੱਧ, ਤਿੱਥੇ ਘੜੀਏ ਸੁਰਾਂ ਸਿਦਾਂ ਕੀ ਸੁਧ। ਛੋਟਾ ਜਿਹਾ ਦੇਖ ਲਓ ਅੰਕ ਹੈਗਾ ਇਹ ਜਿਹੜਾ ਹੈਗਾ ਆਪਣੇ ਸਰਮਖੰਡ ਦਾ। ਪਰ ਮਿਹਨਤ ਪੂਰੀ ਕਰਨੀ ਪੈਣੀ ਹੈ ਇੱਥੇ। ਸਰਮ ਦਾ ਮਤਲਬ ਮਿਹਨਤ। ਸਰਮ ਮੰਤਰੀ ਕਹਿੰਦੇ ਆ ਮਿਹਨਤ ਦਾ। ਇਹ ਮਿਹਨਤ ਦਾ ਖੰਡ ਹੈਗਾ। ਇੱਥੇ ਆਪਾਂ ਨੇ ਮਿਹਨਤ ਕਰੀ ਜਾਣੀ ਹੈ। ਔਰ ਮਾਲਕ ਨੇ ਫਿਰ ਆਪਣੇ ਆਪ ਗਲ ਨਾਲ ਲਾ ਲੈਣਾ। ਗਲ ਨਾਲ ਲਾਉਣਾ ਕੀ ਹੈ? ਜੰਪ ਕਰਾ ਦੇਣਾ ਉਹਨੇ ਜਿਹੜਾ ਹੈਗਾ ਕਰਮ ਖੰਡ ਦੇ ਵਿੱਚ। ਬਖਸ਼ਿਸ਼ ਦਾ ਖੰਡ ਹੋ ਗਿਆ ਉਹ ਕਰਮ ਖੰਡ। ਇੰਨੀ ਹੈਗੀ ਆ ਭਾਈ। ਸੇ ਕੰਠ ਲਾਏ ਜੇ ਭੰਨ ਕਢਾਏ। ਇਸ ਤਰ੍ਹਾਂ ਆਪਾਂ ਨੇ ਭੰਨ ਕੇ ਕਰਨਾ ਹੈ, ਰੀਬਿਲਟ ਕਰਨਾ ਹੈ, ਰੀਫਰਨਿਸ਼ ਕਰਨਾ ਹੈ ਆਪਣੇ ਆਪ ਨੂੰ। ਜਿਹੜੇ ਪਹਿਲਾਂ ਜਿੱਤੇ ਕਾਰਨਸ਼ੀਲ ਵਧਾਇਆ ਹੋਇਆ ਸੀ ਉਹਨੂੰ ਘਟਾਉਣਾ ਹੈ, ਉਹਨੂੰ ਖਤਮ ਕਰਨਾ ਹੈ। ਇਸ ਤਰੀਕੇ ਦੇ ਨਾਲ ਆਪਣੇ ਆਪ ਨੂੰ ਜਿਹੜਾ ਹੈਗਾ ਤਰਾਸ਼ਣਾ ਹੈ ਆਪਾਂ ਨੇ ਨਾਮ ਅਭਿਆਸ ਦੇ ਦੁਆਰਾ। ਨਾਨਕ ਜੋ ਤੁਰੇ ਮਿਲੇ ਸੇ ਹੁਣ ਆਣ ਮਿਲਾਏ। ਮਹਾਰਾਜ ਕਹਿੰਦੇ ਆ ਇਹ ਯਾਤਰਾ ਜਿਹੜੀ ਹੈਗੀ ਜਿਨ੍ਹਾਂ ਦੇ ਨਹੀਂ ਪਹਿਲਾਂ ਹੋਈ, ਪਹਿਲਾਂ ਵੀ ਜਿਹੜੇ ਹੈਗੇ ਉਹਨਾਂ ਨੇ ਕੀਤਾ ਹੈ, ਜੇ ਨਹੀਂ ਪੂਰੀ ਹੋਈ ਨੈਕਸਟ ਜਿਹੜਾ ਹੈਗਾ ਮਾਲਕ ਜੂਨਾ ਚ ਨਹੀਂ ਭੇਜਦਾ। ਜਿਹੜਾ ਇਸ ਪਾਸੇ ਲੱਗ ਗਿਆ, ਈਵਨ ਲਾਸਟ ਆਖਰੀ ਸਵਾਸ ਜਿਹੜਾ ਹੈਗਾ ਇਨਸਾਨ ਦਾ, ਆਖਰੀ ਮਰਨ ਲੱਗਿਆ ਨਾ, ਜੇ ਉਸ ਵੇਲੇ ਵੀ ਜਿਹੜਾ ਹੈਗਾ ਉਹਦੇ ਅੰਦਰ ਜਿਹੜਾ ਹੈਗਾ ਪੂਰੀ ਤਰ੍ਹਾਂ ਜਿਹੜਾ ਹੈਗਾ ਉਹਦਾ ਮਨ ਕਹਿ ਦੇ ਮਾਲਕਾ ਮੈਂ ਤੇਰੇ ਵੱਲ ਆਉਣਾ ਚਾਹੁੰਦਾ, ਔਰ ਮਰ ਗਿਆ, ਤਾਂ ਵੀ ਉਹਨੂੰ ਜੂਨਾ ਚ ਨਹੀਂ ਭੇਜ ਸਕਦਾ ਮਾਲਕ ਪਰਮਾਤਮਾ। ਤਾਂ ਵੀ ਉਹਨੂੰ ਮਨੁੱਖਾ ਸਰੀਰ ਮਿਲੇਗਾ। ਇੰਨਾ ਜਿਹੜਾ ਹੈਗਾ ਇੰਨੀ ਕੰਸੈਸ਼ਨ ਹੈਗੀ ਆ। ਉਹ ਕਹਿੰਦਾ ਐਟਲੀਸਟ ਇਹਨੂੰ ਪਤਾ ਤਾਂ ਲੱਗਿਆ ਵੀ ਮੈਂ ਕੀ ਕਰਨਾ ਹੈ, ਕਾਹਦੇ ਵਾਸਤੇ ਜਿਹੜਾ ਹੈਗਾ। ਨਾਨਕ ਜੋ ਤੁਰੇ ਮਿਲੇ ਸੇ ਹੁਣ ਆਣ ਮਿਲਾਏ। ਉਹਨਾਂ ਨੂੰ ਜਿਹੜੇ ਹੈਗੇ ਫਿਰ ਜਿਹੜੇ ਹੈਗੇ ਹੁਣ ਜਿਹੜਾ ਹੈਗਾ ਫਿਰ ਦੁਬਾਰਾ ਉਹਨਾਂ ਦੀ ਰਹਿੰਦੀ ਖੂੰਦੀ ਕਸਰ ਜਿਹੜੀ ਆ ਨਿਕਲ ਜਾਂਦੀ ਆ। ਆ ਹੈਗੀ। ਔਰ ਆਖਰੀ ਦੇ ਵਿੱਚ ਇੰਨੀ ਵੀ ਕੰਸੈਸ਼ਨ ਹੁੰਦੀ ਹੈ ਮਾਲਕ ਦੀ ਕਿ ਆਖਰੀ ਜਿਹੜਾ ਹੈਗਾ ਦੇਖ ਲਓ ਬਈ ਇਨਸਾਨ ਜਿਹੜਾ ਹੈਗਾ ਜੇ ਬੁੱਢੇ ਬਾਰੇ ਜਿਹੜਾ ਹੈਗਾ ਉਹਨੂੰ ਥੋੜਾ ਜਿਹਾ ਚਾਨਣ ਹੋ ਗਿਆ ਇਸ ਪਾਸੇ, ਔਰ ਉਹਨੇ ਯਾਤਰਾ ਕਰ ਲਈ, ਔਰ ਜਿਹੜੀ ਹੈਗੀ ਨਹੀਂ ਜਿਹੜੀ ਹੈਗੀ ਉਹਦੀ
ਉਹਦੀ ਜਿਹੜੀ ਹੈਗੀ ਪੂਰੀ ਨਹੀਂ ਹੋ ਰਹੀ, ਥੋੜ੍ਹਾ ਬਹੁਤ ਰਹਿੰਦੀ ਹੈ ਕਸਰ, ਤੇ ਮਾਲਕ ਜਿਹੜੇ ਸਵਾਸ ਵੀ ਵਧਾ ਦਿੰਦਾ ਹੈ ਭਾਈ, ਕਿਉਂਕਿ ਮਾਲਕ ਨੂੰ ਪਤਾ ਹੈ ਵੀ ਇਹਨੂੰ ਦੁਬਾਰਾ ਫਿਰ ਜਿਹੜਾ ਹੈਗਾ ਮਨੁੱਖ ਜੂਨ ਇਹਨੂੰ ਫਿਰ ਦੇਣੀ ਆ, ਫਿਰ ਮਾਂ ਦੇ ਪੇਟ 'ਚ ਜਾਊਗਾ, ਫਿਰ ਜਿਹੜਾ ਆ ਕੇ ਕੰਮ ਤਾਂ ਇਹਨੇ ਇਹੀ ਕਰਨਾ ਹੈ, ਚੱਲ ਹੁਣੇ ਥੋੜਾ ਜਿਹਾ ਵਧਾ ਦਿੰਨੇ। ਨਾਨਕ ਜੋ ਤੁਰੇ ਮਿਲੇ ਸੇ ਹੁਣ ਆਣ ਮਿਲਾਏ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਸਾਧ ਸੰਗਤ ਜੀ, ਬਹੁਤ ਵਧੀਆ ਨਿੱਜਰ ਸਾਹਿਬ ਜੀ ਨੇ ਆਪਣੀ ਵਿਚਾਰ ਰੱਖੀ ਹੈ, ਆਪਾਂ ਉਸੇ ਨੂੰ ਕੰਟੀਨਿਊ ਕਰਦੇ ਹਾਂ। ਨਿੱਜਰ ਸਾਹਿਬ ਪਹਿਲੇ ਬੋਲੋ, ਸਹਿਜੇ ਸੁਖ ਸੁੱਤੀ ਸ਼ਬਦ ਸਮਾਏ, ਠੀਕ ਹੈ ਬੋਲਿਆ ਮੈਂ? ਬਹੁਤ ਵਧੀਆ ਜੀ, ਠੀਕ ਹੈ ਜੀ। ਇਹਦੀ ਵਿਆਖਿਆ ਕਰੋ ਥੋੜੀ ਜਿਹੀ, ਮੈਂ ਫਿਰ ਇਹਨੂੰ ਬੋਲਣਾ। ਹਾਂਜੀ, ਸਹਿਜੇ ਸੁਖ ਸੁੱਤੀ ਸ਼ਬਦ ਸਮਾਏ। ਸ਼ਲੋਕ ਮਾਲਾ ਤੀਸਰੀ ਪਾਤਸ਼ਾਹੀ ਕਹਿ ਰਹੀ ਹੈ ਜੀ ਕਿ ਜਿਹੜੀ ਜੀਵ ਇਸਤਰੀ ਜਿਹੜੀ ਹੈਗੀ ਧਿਆਨ ਸਿਮਰਨ ਕਰਦੀ ਆ, ਉਹ ਜਿਹੜੀ ਹੈਗੀ ਸਹਿਜ ਅਵਸਥਾ, ਅਲਟੀਮੇਟਲੀ ਸਹਿਜ ਅਵਸਥਾ 'ਚ ਪਹੁੰਚ ਜਾਂਦੀ ਆ, ਪ੍ਰੈਜ਼ੈਂਟ ਦੇ ਵਿੱਚ ਪਹੁੰਚ ਜਾਂਦੀ ਆ। ਉਹ ਜਿਹੜੀ ਹੈਗੀ ਆ ਵਿਚਾਰਾਂ ਦੇ ਵਿੱਚ ਗਤੀ ਕਾਹਦੀ ਹੈ? ਵਿਚਾਰਾਂ ਦੀ ਗਤੀ ਹੈ। ਉਹਦੀ ਨਾ ਤਾਂ ਪਾਸਟ ਹੁੰਦਾ ਹੈ, ਨਾ ਉਹਦਾ ਫਿਊਚਰ ਹੁੰਦਾ ਹੈ, ਉਹਨੇ ਆਪਣਾ ਕਾਰਨ ਸਰੀਰ ਨਸ਼ਟ ਕਰ ਲਿਆ ਹੁੰਦਾ ਹੈ, ਤੇ ਸ਼ਬਦ ਦੇ ਵਿੱਚ ਉਹਦੀ ਸਮਾਈ ਹੋ ਜਾਂਦੀ ਹੈ। ਹਾਂਜੀ ਗੋਰਖੀ ਸਾਹਿਬ। ਹਾਂ ਠੀਕ ਹੈ ਸਾਧ ਸੰਗਤ ਜੀ, ਪਹਿਲੀ ਤੁਕ ਦੇ ਵਿੱਚ ਹੀ ਉਹਨਾਂ ਨੇ ਗੱਲ ਸ਼ੁਰੂ ਕੀਤੀ ਹੈ ਤੇ ਗੱਲ ਖਤਮ ਕਰ ਦਿੱਤੀ ਹੈ। ਆਖਰੀ ਅਵਸਥਾ ਦੀ ਗੱਲ ਕਰਦੇ ਨੇ, ਸਹਿਜੇ ਮਤਲਬ ਇਫੋਰਟਲੈਸ, ਆਪਣੇ ਆਪ ਕੋਈ ਚੀਜ਼ ਮੈਨੂੰ ਕਰਨ ਦੀ ਲੋੜ ਨਹੀਂ ਪਈ, ਆਪਣੇ ਆਪ ਹੀ ਮੇਰੇ ਤੋਂ ਹੋ ਰਹੀ ਹੈ। ਹੁਣ ਜਿੱਦਾਂ ਫੁੱਲ ਲੱਗ ਰਹੇ ਨੇ ਪੌਦਿਆਂ ਨੂੰ, ਜਾਂ ਅੰਬ ਨੂੰ, ਬੂਟੇ ਨੂੰ ਫਲ ਲੱਗ ਰਹੇ ਨੇ, ਉਹ ਸਹਿਜ ਲੱਗ ਰਹੇ ਨੇ, ਕੁਛ ਕਰਨ ਦੀ ਲੋੜ ਨਹੀਂ ਪਈ, ਆਪੇ ਉਹਦਾ ਸੁਭਾਅ ਦੇ ਵਿੱਚੋਂ ਹੀ ਚੀਜ਼ਾਂ ਪੈਦਾ ਹੋਣ ਲੱਗ ਪਈਆਂ। ਕੁਦਰਤ ਦੇਖੋਗੇ ਤਾਂ ਸਹਿਜ ਕਾਰਜ ਹੋ ਰਿਹਾ ਹੈ। ਤੁਸੀਂ ਦੇਖੋ ਕਿੱਦਾਂ ਕੁਦਰਤ ਸਮੁੰਦਰ ਚੋਂ ਪਾਣੀ ਚੁੱਕਦੀ ਹੈ, ਕਿੱਦਾਂ ਉਹ ਪਹਾੜਾਂ ਤੇ ਪਾਉਂਦੀ ਹੈ, ਕੁਝ ਬਰਫ਼ ਬਣ ਜਾਂਦੀ ਹੈ, ਕੁਝ ਨਦੀਆਂ ਦੇ ਤਰੀਕੇ ਨਾਲ ਰੁੜਦਾ ਫਿਰ ਸਮੁੰਦਰ 'ਚ ਵਾਪਸ ਚਲ ਜਾਂਦਾ ਹੈ। ਉਹੀ ਪਾਣੀ ਦੇ ਨਾਲ ਕਿੰਨੀ ਧਰਤੀ ਜਿਹੜੀ ਆ ਜਰਖੇਜ ਹੋ ਜਾਂਦੀ ਹੈ। ਸਹਿਜ 'ਚ ਹੋ ਰਿਹਾ, ਕੁਦਰਤ ਦੇ ਨਾਲ ਜਿਹੜੀ ਚੀਜ਼ ਚੱਲਣੀ ਆਪਣੇ ਆਪ ਹੀ ਚੱਲਣੀ, ਉਹਨੂੰ ਸਹਿਜ ਕਿਹਾ। ਔਰ ਇਹ ਜਿਹੜੀ ਆਪਾਂ ਪਹਿਲਾਂ ਸਮਾਧੀ ਉੱਦਾਂ ਜਾਂਦੇ ਹਾਂ, ਨਾਰਮਲੀ ਆਪਾਂ ਸਧਾਰਨ ਸਮਾਧੀ 'ਚ ਪ੍ਰਵੇਸ਼ ਕਰਦੇ ਹਾਂ, ਔਰ ਉਸ ਤੋਂ ਅਗਲੀ ਜਿਹੜੀ ਅਵਸਥਾ ਹੈ ਨਾ, ਉਹਨੂੰ ਕਹਿੰਦੇ ਆ ਸਹਿਜ ਸਮਾਧੀ ਬਟ ਸਹਿਜ। ਹੁਣ ਬਹਿਣ ਦੀ ਲੋੜ ਨਹੀਂ ਆ, ਮੇਰਾ ਜੀਵਨ ਹੀ ਸਹਿਜ ਹੋ ਗਿਆ। ਜੋ ਗੜਬੜ ਸੀ ਮੈਂ ਠੀਕ ਕਰ ਲਈ, ਹੁਣ ਕੁਛ ਗੜਬੜ ਨਹੀਂ ਹੈਗੀ। ਮੇਰਾ ਗਿਆਨ ਕੀ ਸੀ ਕਿ ਹੁਣ ਸਧਾਰਨ ਬੰਦਾ ਕੀ ਸੋਚਦਾ ਹੈ, ਉਹਨੂੰ ਆਪਣੇ ਆਪ ਦਾ ਕੋਈ ਨਹੀਂ ਪਤਾ। ਉਹਨੂੰ ਇਹ ਪਤਾ ਹੈ ਕਿ ਸਰਕਾਰ ਗਲਤ ਕੰਮ ਕਰ ਰਹੀ ਹੈ, ਟੀਵੀ ਤੇ ਕਿਹੜੀ ਖਬਰ ਗਲਤ ਚੱਲ ਰਹੀ ਹੈ। ਉਹਨੂੰ ਇਹ ਪਤਾ ਹੈ ਮੇਰੇ ਗੁਆਂਢੀ ਨੇ ਕਿਹੜਾ ਰੰਗ ਮਾਰਿਆ ਮਕਾਨ ਨੂੰ, ਉਹਨੇ ਕਿਹੜੀ ਗੱਡੀ ਲਈ ਹੈ, ਇੱਥੇ ਪਿੰਡ ਦੇ ਵਿੱਚ ਕੌਣ ਆਇਆ ਕੌਣ ਗਿਆ, ਕਿਹਦੇ ਘਰ ਕੀ ਲੜਾਈ ਹੋਈ, ਕਿੰਨੇ ਕੀ ਖਾਧਾ, ਕਿੰਨੇ ਕੀ ਪਾਇਆ, ਉਹਨੂੰ ਇਹ ਪਤਾ। ਪਰ ਉਹ ਵਿਚਾਰੇ ਮਨੁੱਖ ਨੂੰ ਇਹ ਨਹੀਂ ਪਤਾ ਕਿ ਤੈਨੂੰ ਆਪਣੇ ਬਾਰੇ ਕੁਝ ਪਤਾ ਹੈਗਾ, ਤੂੰ ਕੌਣ ਹੈ, ਇੱਥੇ ਕੀ ਕਰਦਾ ਫਿਰਦਾ, ਤੂੰ ਲੋਕਾਂ ਨੂੰ ਵਹਿੰਦਾ ਪਿਆ। ਤੇ ਔਰ ਜਦੋਂ ਤੂੰ ਇੰਨਾ ਕੁ ਧਿਆਨ ਮਾਰੇਗਾ ਤੇ ਤੈਨੂੰ ਥੋੜਾ ਗਿਆਨ ਹੋਊਗਾ, ਯਾਰ ਮੈਂ ਵੀ ਹੈਗਾ ਵਾਂ। ਤੇ ਫਿਰ ਤੂੰ ਇਹ ਸੋਚੇਗਾ ਕਿ ਚਲੋ ਕੋਈ DSP SSP ਜਾਂ ਸਰਕਾਰ ਹੈ, ਜਿਨ੍ਹਾਂ ਦੇ ਹੱਥ 'ਚ ਜੋ ਪਾਵਰ ਹੈਗੀ ਉਹ ਕਰ ਰਹੇ ਨੇ। ਪਹਿਲੀ ਗੱਲ ਤੇ ਇਹ ਆ ਕਿ ਉਹਨਾਂ ਬਾਰੇ ਆਪਾਂ ਵਿਚਾਰ ਤੇ ਕਰ ਸਕਦੇ ਹਾਂ, ਪਰ ਆਪਣੇ ਹੱਥ 'ਚ ਪਾਵਰ ਹੀ ਨਹੀਂ ਹੈਗੀ। ਆਪਾਂ ਤੇ ਐਵੇਂ ਹੀ ਮੈਂ ਇੱਥੋਂ ਕਹੀ ਜਾਵਾਂ ਟਰੰਪ ਆ ਕਰੇ ਜਾਂ ਹੁਣ ਨਵਾਂ ਆਇਆ ਉਹ ਇਹ ਕੰਮ ਕਰੇ, ਉਹਦਾ ਕੋਈ ਮਕਸਦ, ਉਹਦਾ ਕੋਈ ਮਤਲਬ ਹੈਗਾ? ਕੀ ਮਤਲਬ ਕਿ ਉਹ ਜਿਹੜਾ MLA ਜਾਂ MP ਹੈ ਜਾਂ ਕੋਈ ਮਿਨਿਸਟਰ ਹੋਆ ਜਾਂ SSP ਹੈ ਜਾਂ ਏਦਾਂ ਦੇ ਕਰਮ ਕਰੇ? ਕਿ ਮੇਰੇ ਕਹਿਣ ਦੇ ਨਾਲ ਕੁਝ ਹੋਊਗਾ ਤੇ ਫਾਇਦਾ? ਪਰ ਜੇ ਮੈਂ ਉਸ ਗੱਲ ਦਾ ਬਾਰ-ਬਾਰ ਜ਼ਿਕਰ ਕਰਦਾ ਹਾਂ ਤੇ ਮੈਂ ਆਪਣੇ ਅੰਦਰ ਕੰਪਨ ਪੈਦਾ ਕਰ ਸਕਦਾ। ਹੁਣ ਇਹਦੇ ਵਿੱਚ ਇੱਕ ਇੰਪੋਰਟੈਂਟ ਗੱਲ ਆ, ਬਾਣੀ ਕੀ ਕਹਿੰਦੀ ਆ ਕਿ ਚਰਨਜੀਤ ਤੇਰੇ ਆਪਣੇ ਹੱਥ 'ਚ ਕੀ ਆ। ਮਤਲਬ ਤੂੰ ਉਹਨਾਂ ਨੂੰ ਛੱਡ ਦੇ, ਉਹ ਤਾਂ ਆਪਣਾ ਕੰਮ ਕਰ ਰਹੇ ਨੇ। ਹਾਂ ਕੱਲ ਨੂੰ ਤੂੰ ਵੀ ਬਣ ਜਾਏਗਾ ਤੇ ਤੂੰ ਉਹ ਵੀ ਕੰਮ ਕਰ, ਕੋਈ ਗੱਲ ਨਹੀਂ। ਪਰ ਫਿਲਹਾਲ ਤੂੰ ਵੇਖ ਕਿ ਤੇਰੇ ਆਪਣੇ ਹੱਥਾਂ ਦੇ ਵਿੱਚ ਕੀ ਹੈ। ਤੂੰ ਦੂਜਿਆਂ ਨੂੰ ਨਾ ਸੁਧਾਰ, ਕਿਉਂਕਿ ਉਹ ਇੱਕ ਅਲੱਗ ਚੀਜ਼ ਆ। ਇਹ ਸੰਸਾਰ ਤੇ ਕੋਈ ਕਿਸੇ ਦਾ ਨਹੀਂ ਸੁਧਰਦਾ। ਸਭ ਤੋਂ ਵੱਡੀ ਗੱਲ ਹੈ ਤੂੰ ਇੱਕ ਬੰਦੇ ਨੂੰ ਸੁਧਾਰ ਸਕਦਾ ਵਾ। ਉਹ ਬੰਦਾ ਕੌਣ ਹੈ ਤੈਨੂੰ ਪਤਾ? ਉਹ ਸਾਰੀ ਦੁਨੀਆ 'ਚ ਕੋਈ ਨਹੀਂ ਹੈਗਾ, ਤੂੰ ਆ। ਤੂੰ ਆਪਣੇ ਆਪ ਨੂੰ ਸੁਧਾਰ ਸਕਦਾ, ਤੂੰ ਆਪਣੇ ਆਪ ਨੂੰ ਬਦਲ ਸਕਦਾ, ਹੋਰ ਕਿਸੇ ਨੇ ਨਹੀਂ ਬਦਲਣਾ।
ਚਾਹੇ ਤੇਰੀ ਘਰ ਦੀ, ਚਾਹੇ ਤੇਰਾ ਘਰ ਦਾ, ਚਾਹੇ ਤੇਰੇ ਬੱਚੇ, ਚਾਹੇ ਤੇਰੀ ਮਾਂ, ਚਾਹੇ ਤੇਰਾ ਪਿਓ। ਇਹੋ ਖਾਸ ਰਿਸ਼ਤੇ ਹੈਗੇ ਨੇ, 4-5 ਰਿਸ਼ਤੇ ਕੱਢ ਲਓ। ਇੱਥੇ ਆਪਾਂ ਨੂੰ ਇਹ ਸਮਝਣ ਦੀ ਲੋੜ ਆ ਕਿ ਜੇ ਮੈਂ ਆਪਣੇ ਆਪ ਨੂੰ ਸੁਧਾਰਨਾ ਚਾਹੁੰਦਾ ਹਾਂ ਤਾਂ ਸਭ ਤੋਂ ਪਹਿਲਾਂ ਕੀ ਆਊਗਾ? ਸਭ ਤੋਂ ਪਹਿਲਾਂ ਆਊਗਾ ਤੁਹਾਡਾ ਸਰੀਰ। ਕਿਤੇ ਤੁਸੀਂ ਓਵਰਵੇਟ ਤੇ ਨਹੀਂ ਜੋ, ਤੁਸੀਂ ਐਕਸਰਸਾਈਜ਼ ਕਰਦੇ ਜੋ ਕਮ ਸੇ ਕਮ। ਇੱਥੋਂ ਸ਼ੁਰੂਆਤ ਕਰੀਏ ਆਪਾਂ। ਬਾਕੀ ਅੰਦਰ ਦੀ ਗੱਲ ਤੇ ਹੋਰ ਗੱਲ ਹੈ, ਉੱਥੇ ਵੀ ਜਾਵਾਂਗੇ ਆਪਾਂ। ਉਹ ਇੱਕ ਥੋੜਾ ਜਿਹਾ ਉੱਚਾ ਸਵਾਲ ਹੈ, ਉਹਦੇ ਲਈ ਥੋੜੀ ਬਰੀਕੀ ਚਾਹੀਦੀ ਹੈ। ਹੁਣ ਜਿੱਦਾਂ ਆਪਾਂ ਜੇਕਰ ਆਪਾਂ ਥੋੜੀ ਜਿਹੀ ਬੁੱਧੀ ਰੱਖਦੇ ਹਾਂ, ਆਪਾਂ ਇਹ ਸੋਚਦੇ ਹਾਂ ਕਿ ਸਭ ਤੋਂ ਪਹਿਲਾਂ ਜਿਹੜਾ ਕੰਮ ਕਰਨ ਵਾਲਾ ਹੈ ਸਰਕਾਰ ਨੂੰ ਨਹੀਂ ਸਹੀ ਕਰਨਾ। ਇਹ ਨਹੀਂ ਦੱਸਣਾ ਕਿ ਅਮਰੀਕਾ ਨੂੰ ਕੀ ਕਰਨਾ ਚਾਹੀਦਾ ਜਾਂ ਕਿਹਦੇ ਨਾਲ ਲੜਨਾ ਚਾਹੀਦਾ ਜਾਂ ਨਹੀਂ ਲੜਨਾ ਚਾਹੀਦਾ, ਪਿੰਡ ਵਾਲੇ ਚ ਕੀ ਆਇਆ ਕੀ ਗਿਆ, ਉਹ ਇੰਪੋਰਟੈਂਟ ਨਹੀਂ ਹੈ। ਸਭ ਤੋਂ ਪਹਿਲਾਂ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਮੈਂ ਜਿਹੜਾ ਮੇਰਾ ਘਰ ਆ, ਜਿਹੜਾ ਮੇਰਾ ਗੜ ਆ, ਕਿਲਾ ਵਾ, ਕਮ ਸੇ ਕਮ ਮੈਂ ਇਹਦੇ ਨਾਲ ਤੇ ਵਫਾਦਾਰੀ ਨਿਭਾਵਾਂ। ਇੱਕ ਸ਼ੁਰੂਆਤ ਕਰਾਂ, ਕਮ ਸੇ ਕਮ ਉਹ ਚੀਜ਼ਾਂ ਨਾ ਖਾਵਾਂ ਜਿਹੜੀਆਂ ਡਾਕਟਰ ਨੇ ਮੈਨੂੰ ਮਨਾ ਕੀਤੀਆਂ ਨੇ, ਜਾਂ ਮੇਰੇ ਆਂਢ ਗੁਆਂਢ ਜਿਹੜੀ ਚੀਜ਼ਾਂ ਖਾ ਕੇ ਬਿਮਾਰ ਹੋ ਗਏ ਨੇ, ਉਹ ਚੀਜ਼ਾਂ ਤੇ ਮੈਂ ਬੰਦ ਕਰਾਂ। ਇੱਥੋਂ ਆਪਾਂ ਸ਼ੁਰੂਆਤ ਕਰਾਂਗੇ। ਉਸ ਤੋਂ ਬਾਅਦ ਹੁਣ ਆਪਾਂ ਨੂੰ ਥੋੜਾ ਮੂੰਹ ਤੇ ਆਪਾਂ ਕੰਟਰੋਲ ਹੋ ਗਿਆ ਵਾ, ਤੇ ਆਪਾਂ ਹੁਣ ਚਾਹੁੰਦੇ ਕਿ ਆਪਣਾ ਸਰੀਰ ਸੋਹਣਾ ਲੱਗੇ, ਲੋਕੀ ਸਾਨੂੰ ਪਸੰਦ ਕਰਨ, ਮਤਲਬ ਕਿ ਚੱਲੀਏ ਤੇ ਪਤਾ ਲੱਗੇ ਵੀ ਆ ਬੰਦਾ ਬੜਾ ਫਿੱਟ ਆ ਯਾਰ, ਹੈ ਬੜੇ ਸੋਹਣੇ ਕੱਪੜੇ, ਭਾਵੇਂ ਮਾੜੇ ਮੋਟੇ ਕੱਪੜੇ ਪਾਉਂਦਾ, ਸਰੀਰ ਕਿਹੜਾ ਸੈੱਟ ਆ ਤੇ ਕਿੰਨੀ ਫਿਟਨੈਸ ਹੈਗੀ। ਪਰ ਉੱਥੇ ਕੀ ਲੋੜ ਪਿਆ? ਸਾਨੂੰ ਜਿਮ ਤੇ ਜਾਣ ਦੀ ਲੋੜ ਪੈ। ਜਿਮ ਜਾਵਾਂਗੇ ਜਾਂ ਕੁਛ ਘਰੇ ਐਕਸਰਸਾਈਜ਼ ਕਰਾਂਗੇ ਤਾਂ ਹੀ ਤੇ ਸਰੀਰ ਬਣਨਾ, ਉਹ ਗੱਲਾਂ ਨਾਲ ਥੋੜੀ ਬਣ ਜਾਣਾ। ਉਹ ਤੇ ਇੱਕ ਤਪੱਸਿਆ ਹੈ। 1 ਘੰਟੇ ਐਕਸਰਸਾਈਜ਼ ਕਰਨੀ ਪੈਣੀ ਹੈ ਸਾਨੂੰ, ਫਿਰ ਸਾਡਾ ਸਰੀਰ ਸੋਹਣਾ ਲੱਗੂਗਾ। ਫਿਰ ਸੋਹਣਾ ਵੀ ਲੱਗੂਗਾ, ਪਲੱਸ ਕਈਆਂ ਬਿਮਾਰੀਆਂ ਤੋਂ ਆਪਾਂ ਬਚ ਜਾ। ਹਾਂ ਗੋਰਖੀ ਸਾਹਿਬ, ਇੱਕ ਚੀਜ਼ ਹੈਗੀ ਬਈ, ਇਹ ਸਰੀਰ ਜਿਹੜਾ ਹੈਗਾ ਨਾ, ਇਹਨੂੰ ਆਪਾਂ ਇੱਕ ਵਹੀਕਲ ਲੈ ਲਈਏ। ਇੱਕ ਜਿਹੜੀ ਹੈਗੀ ਇਹ ਜਿਹੜੀ ਹੈਗੀ ਆਪਣੀ ਗੱਡੀ ਹੈਗੀ ਆ, ਇਹਦੇ ਨਾਲ ਆਪਾਂ ਨੇ ਜਿਹੜਾ ਹੈਗਾ ਦੁਨੀਆ ਦੇ ਵੱਲ ਨੂੰ ਵੀ ਇਹਦੇ ਨਾਲ ਹੀ ਜਿਹੜਾ ਹੈਗਾ ਗਤੀ ਕਰ ਸਕਦੇ ਹਾਂ, ਔਰ ਪਰਮਾਤਮਾ ਵੱਲ ਨੂੰ ਵੀ ਇਹਦੇ ਨਾਲ ਹੀ ਗਤੀ ਕਰਨੀ ਹੈ। ਜੇ ਆਪਣਾ ਘੋੜਾ ਸਮਝ ਲਓ, ਜੇ ਘੋੜਾ ਹੀ ਜਿਹੜਾ ਹੈਗਾ ਤੁਹਾਡਾ ਲੱਗ ਗਈ, ਘੋੜਾ ਹੀ ਜਿਹੜਾ ਹੈਗਾ ਰੋਗੀ ਹੋ ਗਿਆ, ਤੇ ਕਿਹੜੇ ਪਾਸੇ ਨੂੰ ਆਪਾਂ ਜਿਹੜਾ ਹੈਗਾ, ਕਿੱਧਰ ਨੂੰ ਆਪਾਂ ਜਾਵਾਂਗੇ ਭਾਈ? ਆਪਾਂ ਤਾਂ ਕਿਤੇ ਵੀ ਨਹੀਂ, ਆਪਾਂ ਕੋਈ ਗਤੀ ਕਰ ਹੀ ਨਹੀਂ ਸਕਦੇ ਕਿਸੇ ਪਾਸੇ, ਯਾਤਰਾ ਕਰ ਹੀ ਨਹੀਂ ਸਕਦੇ। ਔਰ ਯਾਤਰੂ ਹੈਗੇ ਆਪਾਂ, ਆਏ ਯਾਤਰਾ ਦੇ ਵਾਸਤੇ ਹੈਗੇ। ਹਾਂਜੀ ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਹੁਣ ਨਿੱਜਰ ਸਾਹਿਬ, ਹੁਣ ਇੱਥੇ ਇੱਕ ਪੁਆਇੰਟ ਆ ਗਿਆ, ਜਿਹੜਾ ਜੰਤਰ ਆ। ਹੁਣ ਇਹ ਜਿਹੜਾ ਜੰਤਰ ਬੜਾ ਕੀਮਤੀ ਹੈ, ਔਰ ਇਹਦੀ ਕੀਮਤ ਬਹੁਤ ਜ਼ਿਆਦਾ ਜੋ ਤੁਹਾਨੂੰ ਨਹੀਂ ਪਤਾ। ਮੇਰੇ ਤੋਂ ਪੁੱਛ ਲਓ, ਮੈਂ ਤੁਹਾਨੂੰ ਦੱਸਦਾ ਇਹਦੀ ਕੀਮਤ ਬਹੁਤ ਜ਼ਿਆਦਾ ਜੇ। ਤੁਹਾਡਾ ਇੱਕ ਪੁਰਜਾ ਵੀ ਖਰਾਬ ਹੋ ਗਿਆ ਨਾ, ਉਹਨੂੰ ਫਿਕਸ ਨਹੀਂ ਕੀਤਾ ਜਾ ਸਕਦਾ। ਔਰ ਇਹਨੂੰ ਖਰਾਬ ਕੌਣ ਕਰਦੇ ਆ? ਅਸੀਂ ਖੁਦ ਕਰਦੇ ਇਹਨੂੰ। ਹੁਣ ਮੇਰੇ ਕੋਲ ਕਰੋੜਾਂ ਰੁਪਏ ਹੋਣ, ਮੇਰੇ ਕੋਲ ਬੜੇ ਵੱਡਾ ਮਹਿਲ ਹੋਵੇ, ਤੇ ਜੇ ਮੇਰੀ ਹੈਲਥ ਹੀ ਨਹੀਂ ਸਹੀ, ਉੱਥੇ ਕੀ ਮੈਨੂੰ ਚੰਗਾ ਲੱਗੂਗਾ ਮਹਿਲ? ਦੱਸੋ ਮੈਨੂੰ। ਉਹ ਮਹਿਲ ਚੰਗਾ ਲੱਗੂਗਾ? ਉਹ ਆਪਣੀ ਕਹਾਵਤ ਹੈਗੀ ਆਪਣੀ, ਕਿਤੇ ਘੱਟ ਖਾਏ ਸੋਨਾ ਜਿਹੜਾ ਕੰਨਾਂ ਨੂੰ ਖਾਵੇ। ਰਾਜਵੀਰ ਜੀ, ਮਾਈਕ ਤਾਂ ਡਾਊਨ ਹੋ ਗਿਆ ਜੀ, ਮਾਈਕ ਬੰਦ ਕਰਿਓ ਰਾਜਵੀਰ ਜੀ। ਹਾਂਜੀ ਵੀਰ ਜੀ, ਹੋ ਗਿਆ ਜੀ। ਅੱਛਾ, ਹੁਣ ਇੱਥੇ ਇਹ ਸਵਾਲ ਹੁੰਦਾ ਵਾ ਕਿ ਜੇ ਯੰਤਰ ਆਪਣਾ ਠੀਕ ਹੈ ਨਾ, ਤੇ ਬਹੁਤ ਆਸਾਨੀ ਦੇ ਨਾਲ ਸਾਧਨਾ ਕੀਤੀ ਜਾ ਸਕਦੀ। ਮੈਂ ਆਪ ਜੀ ਨੂੰ ਦੱਸਾਂ, ਉਹ ਪ੍ਰਮਾਤਮਾ ਵੀ ਚੰਗਾ ਨਹੀਂ ਜੇ ਲੱਗਣਾ ਜੇ ਤੁਹਾਡਾ ਸਰੀਰ ਤੰਦਰੁਸਤ ਨਹੀਂ ਜੇ। ਮੇਰੇ ਤੋਂ ਇਹ ਕਲੀਅਰ ਗੱਲ ਜੇ, ਮੈਂ ਵਿੱਚ ਝੂਠ ਮਾਰਦਾ ਵਾਂ ਨਾ। ਜੇ ਤੁਸੀਂ ਆਪਣੇ ਸਰੀਰ ਦੇ ਨਾਲ ਹੋਨੈਸਟ ਹੀ ਨਹੀਂ ਜੋ, ਇਮਾਨਦਾਰੀ ਤੁਸੀਂ ਇਮਾਨਦਾਰੀ ਨਹੀਂ ਵਰਤਣ ਤੇ, ਤੁਸੀਂ ਮੂੰਹ ਤੇ ਤੁਹਾਡੀ ਕੋਈ ਜਿੱਪ ਨਹੀਂ ਹੈਗੀ, ਖਾਣ ਪੀਣ ਦਾ ਜੋ ਮਿਲਦਾ ਸ਼ਬਦ ਦਸਤੀ ਜਾਣਦੇ ਜੋ, ਤੇ ਫਿਰ ਉਹ ਗੱਲ ਜਿਹੜੀ ਨਾ ਔਖੀ ਹੋ ਜਾਣੀ। ਇੱਥੇ ਪਹਿਲਾਂ ਆਪਾਂ ਯੰਤਰ ਦੀ ਗੱਲ ਕਰੀਏ। 1 ਘੰਟਾ ਆਪਾਂ ਸਾਧਨਾ ਦੇ ਵਿੱਚ ਕਿਹਾ ਜਾਂਦਾ ਕਿ 1 ਘੰਟਾ ਤੁਸੀਂ ਵਾਕ ਕਰਨੀ, 1 ਘੰਟਾ ਕੁਛ ਵੀ ਦਾ ਕੰਮ ਕਰਨਾ ਹੈ ਕਿ ਤੁਹਾਡੇ ਸਰੀਰ ਤੋਂ ਪਸੀਨਾ ਨਿਕਲੇ। ਯੰਤਰ ਬੜਾ ਇੰਪੋਰਟੈਂਟ ਹੈ। ਇਹਦੀ ਕੀਮਤ ਜੇਕਰ ਨਹੀਂ ਪਤਾ, ਕਿਸੇ ਸਰਕਾਰੀ ਹਸਪੀਟਲ 'ਚ ਜਾ ਕੇ ਅੱਧਾ ਘੰਟਾ ਘੁੰਮਾਇਆ ਕਰੋ, ਤੁਹਾਨੂੰ ਚੰਗੀ ਤਰ੍ਹਾਂ ਪਤਾ ਲੱਗ ਜਾਏਗਾ ਇਹਦੀ ਕੀਮਤ। ਠੀਕ ਹੈ, ਇਹਦਾ ਪੁਰਜਾ ਨਾ ਖਰਾਬ ਕਰਿਓ। ਅੱਛਾ, ਹੁਣ ਆਪਾਂ ਜਿਮ ਜਾਂਦੇ ਹਾਂ, ਐਕਸਰਸਾਈਜ਼ ਕਰਾਂਗੇ, ਤੇ ਫਿਰ ਕੀ ਹੁੰਦਾ ਕਿ ਸਾਡੇ ਸਰੀਰ 'ਚ ਤੰਦਰੁਸਤੀ ਆਉਣ ਡੈ ਪੈਂਦੀ। ਹੁਣ ਆਪਾਂ ਚੱਲਦੇ ਹਾਂ ਅੰਦਰ। ਮੈਂ ਤੁਹਾਨੂੰ ਕਹਿੰਦਾ ਕਿ ਬਾਹਰਲੀਆਂ ਅੱਖਾਂ ਦਾ ਜਿਹੜਾ ਕੰਮ ਆ ਉਹ ਤੁਹਾਨੂੰ ਪਤਾ ਲੱਗ ਗਿਆ ਕਿ ਬਾਹਰ ਆਪਾਂ ਕੀ ਕਰਨਾ ਹੈ। ਹੁਣ ਆਪਾਂ ਜਾਣਾ ਅੰਦਰ, ਆਪਣੇ ਅੰਦਰ ਪ੍ਰਵੇਸ਼ ਕਰਨਾ।
ਹੁਣ ਆਪਣੇ ਅੰਦਰ ਜਦੋਂ ਆਪਾਂ ਜਾਂਦੇ ਆ ਤੇ ਉਹਨੂੰ ਜਾਣਨ ਦੇ ਲਈ ਨਾ ਸਾਡੇ ਅੰਦਰ ਇੱਕ ਦਿਵ ਦ੍ਰਿਸ਼ਟੀ ਆ, ਜਿਹੜੇ ਸਾਡੇ ਬਜ਼ੁਰਗ ਸਨ ਉਹਨਾਂ ਨੇ ਲੱਭ ਲਈ ਸੀ ਕਿ ਆਪਣੇ ਅੰਦਰੋਂ ਆਪਣੇ ਆਪ ਨੂੰ ਖੋਜ ਕਰਨੀ। ਔਰ ਜਿੰਨਾ ਚਿਰ ਤੱਕ ਆਪਾਂ ਆਪਣੇ ਅੰਦਰ ਨਹੀਂ ਪ੍ਰਵੇਸ਼ ਕਰਦੇ ਉਹਨਾਂ ਚਿਰ ਤੱਕ ਸਾਨੂੰ ਆਪਣੇ ਬਾਰੇ ਕੁਝ ਨਹੀਂ ਪਤਾ ਲੱਗੇਗਾ। ਅਸੀਂ ਸਹੀ ਆ ਜਾਂ ਗਲਤ ਜੀਵਨ ਬਤੀਤ ਕਰ ਰਹੇ ਹਾਂ ਕਿਉਂਕਿ ਅਸੀਂ ਬਾਹਰ ਮੁਖੀ ਹਾਂ। ਪਰ ਜਦੋਂ ਇਸ ਸੁਰਤੀ ਨੂੰ ਅਸੀਂ ਆਪਣੇ ਰਿਵਰਤ ਕੀਤਾ, ਆਪਣੇ ਅੰਦਰ ਮੋੜ ਲਿਆ, ਤਾਂ ਕੀ ਹੋਊਗਾ? ਸਾਨੂੰ ਆਪਣੇ ਆਪ ਦਾ ਗਿਆਨ ਹੋਵੇਗਾ। ਔਰ ਜਦੋਂ ਸਾਨੂੰ ਆਪਣੇ ਆਪ ਦਾ ਗਿਆਨ ਹੋਵੇਗਾ ਤੇ ਸਾਨੂੰ ਪਤਾ ਲੱਗੂਗਾ ਕਿ ਮੈਂ ਕਿੱਥੇ ਗਲਤ ਹਾਂ। ਕਿਉਂਕਿ ਮੋਸਟਲੀ ਸਾਡਾ ਧਿਆਨ ਲੋਕਾਂ ਤੇ ਹੈ। ਅਸੀਂ ਚਾਹੁੰਦੇ ਹਾਂ ਕਿ ਲੋਕੀ ਬਦਲਣ, ਲੋਕੀ ਚੰਗੇ ਹੋ ਜਾਣ। ਦੇਖੋ, ਉਹਨਾਂ ਨਹੀਂ ਕਿਸੇ ਨੇ ਬਦਲਣਾ। ਇਹ ਚੀਜ਼ ਨੂੰ ਅੰਡਰਸਟੈਂਡ ਕਰੋ। ਕਿਉਂ ਨਹੀਂ ਬਦਲਣਾ? ਨੂੰ ਤੁਸੀਂ ਦੱਸੋ ਕਿ ਸਾਰੇ ਇਨਸਾਨ ਸਾਰੇ ਬਰਾਬਰ ਨੇ। ਬਾਣੀ ਚ ਲਿਖਿਆ ਸਾਰੇ ਇਨਸਾਨ ਬਰਾਬਰ ਹੈ, ਪਰ ਨਹੀਂ। ਹੁਣ ਵੇਖੋ, ਕਈ ਇਨਸਾਨ ਹੀਟਰਾਂ ਵਰਗੇ ਆ ਤੇ ਕਈ ਇਨਸਾਨ ਏਸੀਆਂ ਵਰਗੇ ਆ। ਹੁਣ ਕਿਸੇ ਇਨਸਾਨ ਕੋਲ ਤੁਸੀਂ ਬਹਿ ਜਾਓਗੇ, ਉਹਦੇ ਕੋਲ ਠੰਡੀ ਹਵਾ ਆਊਗੀ, ਤੁਹਾਡਾ ਦਿਲ ਕਰੂਗਾ ਬਾਰ-ਬਾਰ ਮਿਲਣ ਨੂੰ। ਉਹ ਬੜਾ ਚੰਗਾ ਵਧੀਆ ਬੰਦਾ ਯਾਰ, ਬਹੁਤ ਬੜੇ ਯਾਰਾ ਵਧੀਆ ਬੰਦੇ ਨੇ। ਉਹ ਜਾ ਲਾਗੇ ਬਹਿਦਾ ਵਾ ਤਾਂ ਜੀ ਕਰਦਾ ਘੰਟਾ ਡੇਢ ਘੰਟਾ ਹੋਰ ਬੈਠੇ ਰਹੀਏ। ਕਈ ਬੰਦੇ ਏਦਾਂ ਦੇ ਹੁੰਦੇ, ਹੀਟਰ ਵਰਗੇ ਹੁੰਦੇ, ਲਾਗੇ 2 ਮਿੰਟ ਬੈਠੇ ਤੁਹਾਨੂੰ ਸੇਕ ਲੱਗਣ ਡਿਆ ਪੈਣਾ। ਤੁਸੀਂ ਕਹਿਣਾ ਜਿੱਥੋਂ ਜਾਂ ਇਹ ਚੱਲ ਜੇ ਮੈਂ ਦੂਰ ਚੱਲ ਜਾ। ਹੁਣ ਇਹ ਚੀਜ਼ ਨੂੰ ਅੰਡਰਸਟੈਂਡ ਕਰਨਾ। ਔਰ ਜਦੋਂ ਆਪਾਂ ਅਧਿਆਤਮਿਕ ਵੱਲ ਚੱਲਦੇ ਹਾਂ ਕਿ ਇਹ ਦੋਨੋਂ ਹੀਟਰ ਜਿਹੜੇ ਆ, ਜਾਂ ਏਸੀ ਜਾਂ ਹੀਟਰ, ਸਾਡੀ ਬਹੁਤ ਮਦਦ ਕਰਦੇ ਨੇ। ਉਹ ਕੀ ਕਰਦੇ ਆ ਕਿ ਸਾਡੇ ਅੰਤਰਾਕਰਨ ਚ ਜਿਹੜੀ ਹਲਚਲ ਹੁੰਦੀ ਆ ਉਹਨੂੰ ਅੰਡਰਸਟੈਂਡਿੰਗ ਦੇ ਲਈ ਸਾਨੂੰ ਹੈਲਪ ਕਰਦੇ। ਉਹ ਤੱਕ ਤਾਂ ਪਤਾ ਲੱਗੂਗਾ। ਥਰਮਾਮੀਟਰ ਮੂੰਹ ਚ ਪਾਵਾਂਗੇ ਤੇ ਫਿਰ ਹੀ ਪਤਾ ਲੱਗੂ ਨਾ ਮੂੰਹ ਚ ਕਿ ਢਿੱਡ ਚ ਬੁਖਾਰ ਹੈਗਾ। ਚੰਗੇ ਦੇ ਨਾਲ ਤੇ ਬੜਾ ਪਤਾ ਨਹੀਂ ਲੱਗਣਾ ਸਾਡੇ ਚ ਕੀ ਔਗਣ ਹੈਗਾ। ਜਦੋਂ ਅਸੀਂ ਕਪੱਤੇ ਦੇ ਨਾਲ ਡੀਲ ਕਰਾਂਗੇ ਫਿਰ ਸਾਨੂੰ ਪਤਾ ਲੱਗਣਾ ਕਿ ਸਾਡੇ ਚ ਕਿਹੜੀ ਕਮੀ ਆ, ਕਿਹੜੀ ਪੇਸ਼ੀ ਆ, ਔਰ ਉਸ ਚੀਜ਼ ਨੂੰ ਆਪਾਂ ਦੂਰ ਕਰ ਸਕਦੇ। ਹੁਣ ਜਿੱਦਾਂ ਡਾਕਟਰ ਆ, ਮੈਨੂੰ ਡਾਕਟਰ ਨੇ ਕਹਿਤਾ ਕਿ ਚਰਨਜੀਤ ਤੁਸੀਂ ਚੈੱਕ ਕਰੋ ਆਪਣਾ ਕੈਸਟਰੋਲ। ਕੈਸਟਰੋਲ ਚੈੱਕ ਕੀਤਾ, ਮੇਰਾ ਥੋੜਾ ਜਿਹਾ ਵਧਿਆ। ਤੇ ਮੈਂ ਕੀ ਕੀਤਾ, ਉਹ ਜਿਹੜਾ ਖਾਣਾ ਮੈਂ ਖਾਂਦਾ ਸਾਂ ਮੈਂ ਇੱਕਦਮ ਬੰਦ ਕਰਤਾ। ਸਾਫ਼ ਸੁਥਰਾ ਖਾਣਾ ਖਾਂਦਾ ਵਾ। ਅੱਜ 3 ਮਹੀਨੇ ਹੋ ਗਿਆ। ਉਹਦੇ ਨਾਲ ਕੀ ਹੋਇਆ? ਮੇਰੀ ਸਿਹਤ ਵਧੀਆ ਹੋ ਗਈ, ਸਾਰੇ ਆਰਗਨ ਮੇਰੇ ਠੀਕ ਹੋ ਗਏ, 8-9 ਕਿਲੋ ਵਜਨ ਵੀ ਘਟ ਗਿਆ ਤੇ ਮੈਂ ਫਿੱਟ ਹੋ ਗਿਆ ਉਹਦੀ ਇੱਕ ਲੈਣ ਦੇ ਨਾਲ। ਜੇ ਆਪਾਂ ਜਿਮ 'ਚ ਜਾ ਕੇ ਜਿੱਦਾਂ ਆਪਾਂ ਚੱਲਦੇ ਹਾਂ ਉਸੇ ਤਰ੍ਹਾਂ ਆਪਾਂ ਸਿਹਤ ਵੀ ਸਹੀ ਕਰ ਸਕਦੇ ਹਾਂ। ਉਸੇ ਹੀ ਤਰ੍ਹਾਂ ਅਸੀਂ ਕੀ ਕਰ ਸਕਦੇ ਹਾਂ ਕਿ ਸਾਡਾ ਜਿਹੜਾ ਅੰਤਰਾਕਰਨ ਹੈ ਉਸਨੂੰ ਧਿਆਨ ਸਿਮਰਨ ਦੇ ਨਾਲ ਆਪਾਂ ਸਹੀ ਕਰ ਸਕਦੇ ਹਾਂ। ਵੈਸੇ ਮੈਂ ਆਪ ਜੀ ਨੂੰ ਇਹ ਦੱਸਣਾ ਚਾਹੁੰਦਾ ਵਾਂ ਕਿ ਜਿੱਦਾਂ ਤੁਹਾਡੇ ਕੋਲ BMW ਕਾਰ ਆ ਔਰ ਤੁਸੀਂ ਉਸ ਕਾਰ ਦੇ ਟਾਇਰਾਂ ਦੀ ਹਵਾ ਕੱਢੀ ਹੋਈ ਔਰ ਹੁਣ ਤੁਸੀਂ ਉਹਨੂੰ ਚਲਾ ਰਹੇ ਜੋ ਤੇ ਉਹ ਬਿਲਕੁਲ ਹੀ ਬੇਸਵਾਦੀ ਜੀ ਕਾਰ ਹੈ। ਕਿਉਂਕਿ ਖੱਡੇ 'ਚ ਵੱਜਦੀ ਆਵਾਜ਼ਾਂ ਆਈ ਜਾਂਦੀਆਂ, ਕਿਤੇ ਸਟਿਪਣੀ ਦੀ ਆਵਾਜ਼, ਕਿਤੇ ਉਧਰ ਦੀ ਆਵਾਜ਼। ਧਿਆਨ ਸਿਮਰਨ ਕੀ ਕਰਦਾ ਹੈ ਕਿ ਉਹਨਾਂ ਟਾਇਰਾਂ 'ਚ ਹਵਾ ਭਰ ਦਿੰਦਾ। ਗੱਡੀ ਤੁਹਾਡੀ ਨਹੀਂ ਬਦਲੀ ਜਾਣੀ, ਗੱਡੀ ਤੇ ਹੋ ਰਹਿਣੀ, ਪਰ ਗੱਡੀ ਚੱਲਣ 'ਚ ਫਰਕ ਪੈ ਜਾਣਾ। ਜਾਂ ਗੱਡੀ 'ਚ ਹਵਾ ਨਿਕਲੀ, ਰਿਮ ਥੱਲੇ ਵੱਜਣ ਤੇ ਗੱਡੀ ਵੀ ਟੁੱਟਣ ਦੀ ਰੌਲਾ ਬੜਾ ਪੈ ਰਿਹਾ। ਜਦੋਂ ਹਵਾ ਭਰੀ ਗਈ ਫਿਰ ਰਹਿਣਾ ਤੁਸੀਂ ਸੰਸਾਰ 'ਚ ਹੀ ਆ, ਪਰ ਤੁਹਾਡੀ ਗੱਡੀ ਜਿਹੜੀ ਹੈ ਨਾ ਉਹਨੂੰ ਫਿਰ ਖੱਡੇ ਡਿਸਟਰਬ ਨਹੀਂ ਕਰ ਸਕਦੇ। ਫਿਰ ਬੜਾ ਸਸਪੈਂਸ਼ਨ ਹੀ ਹੁੰਦੀ ਹੈ ਨਾ ਸਾਹਿਬ। ਹਾਂਜੀ ਹਾਂਜੀ ਬਿਲਕੁਲ ਸਸਪੈਂਸ਼ਨ ਹੀ ਹੁੰਦੀ। ਹਾਂ, ਜਿਹੜੀ ਸਸਪੈਂਸ਼ਨ ਹੈ ਨਾ, ਮੈਨੂੰ ਅੰਗਰੇਜ਼ੀ 'ਚ ਕੋਈ ਅੱਖਰ ਮੈਨੂੰ ਆਉਂਦੇ ਨਹੀਂ ਆ। ਨਹੀਂ ਉਹ ਜਿਹੜੇ ਸਸਪੈਂਸ਼ਨ ਜਿਹੜੀ ਹੈਗੀ ਨਾ ਉਹ ਤੁਹਾਡੀ ਠੀਕ ਹੋ ਜੂਗੀ। ਹਾਂਜੀ, ਫਿਰ ਕਹਿੰਦੇ ਸ਼ੌਕ ਅਬਜ਼ਰਵਰ, ਤੁਹਾਡੇ ਅੰਦਰ ਇੱਕ ਸ਼ੌਕ ਅਬਜ਼ਰਵਰ ਲੱਗ ਜਾਏਗਾ। ਹੁਣ ਤੁਸੀਂ ਕੀ ਕਰਦੇ ਜੋ ਇੱਕ ਆਮ ਏਦਾਂ ਦਾ ਜੀਵਨ, ਮੈਂ ਤੁਸੀਂ ਇਹ ਨਾ ਸੋਚੋ ਕਿ ਮੈਂ ਕਿਸੇ ਨੂੰ ਗੱਲ ਕਰਨੀ ਆ, ਭਾਸ਼ਾ ਦੀ ਇੱਕ ਤਰੀਕਾ ਵਾ ਗੱਲ ਕਰਨਾ, ਤੁਸੀਂ ਜਾਂ ਅਸੀਂ ਮੈਂ ਕਹਾਂ ਤੇ ਫਿਰ ਗੱਲ ਜੀ ਬਣਦੀ ਨਹੀਂ। ਤੁਸੀਂ ਕੀ ਕਰਦੇ ਜੋ ਜਿੱਦਾਂ ਮੇਰੇ ਕੋਲ ਆਏ, ਹੁਣ ਮੈਂ ਗੁੱਸੇ 'ਚ ਬੈਠਾ, ਮੈਂ ਕਿਤਾ ਇੱਕ ਕੋਲਾ ਤੁਹਾਡੇ ਤੇ ਸੁੱਟਿਆ ਤੇ ਤੁਸੀਂ ਸੋਚਿਆ ਨਹੀਂ, ਨਾ ਸੱਜਾ ਵੇਖਿਆ ਨਾ ਖੱਬਾ ਵੇਖਿਆ, ਤੁਸੀਂ 3-4 ਕੋਲੇ ਮੇਰੇ ਉੱਤੇ ਸੁੱਟਦੇ। ਹੁਣ ਮੈਂ ਤਾਂ ਚਾਹੁੰਦਾ ਸਾਂ ਕਿਸੇ ਤਰੀਕੇ ਨਾਲ ਤੁਸੀਂ ਮੇਰੇ ਨਾਲ ਲੜੋ, ਪਰ ਤੁਸੀਂ ਉਹ ਚੀਜ਼ ਨੂੰ ਸਟਾਰਟ ਕਰਤਾ। ਉਹ ਗੱਲ ਉੱਥੇ ਹੀ ਖਤਮ ਹੋ ਸਕਦੀ ਸੀ ਜੇਕਰ ਮੈਂ ਕੋਲਾ ਸੁੱਟਿਆ ਸੀ, ਤੁਸੀਂ ਉਹਨੂੰ ਰਿਸਪੌਂਸ ਨਹੀਂ ਕਰਨਾ। ਕਿਉਂਕਿ ਦੇਖੋ ਦੁਖੀ ਤੇ ਮੈਂ ਹਾਂ ਨਾ, ਮੈਂ ਲੜਨਾ ਚਾਹੁੰਦਾ, ਤੁਸੀਂ ਤੇ ਸ਼ਾਂਤੀ ਨਾਲ ਬੈਠੇ ਜੀ। ਔਰ ਤੁਸੀਂ ਮੂਰਖਾਂ ਵਾਲਾ ਕੰਮ ਕਰੋਗੇ, ਤੁਸੀਂ ਮੇਰੇ ਨਾਲ ਲੜੋਗੇ ਤੇ ਕਿੱਥੋਂ ਦੀ ਸਿਆਣਪ ਦੱਸੋ ਕੀ ਪ੍ਰਾਪਤ ਹੋਊਗਾ। ਮੈਂ ਤੇ ਪਰਪਸਲੀ ਤੁਹਾਡੇ ਨਾਲ ਲੜਨਾ ਚਾਹੁੰਦਾ ਕਿਉਂਕਿ ਮੈਂ ਤੇ ਹੀਟਰ ਹਾਂ ਤੇ ਤੁਸੀਂ ਹੀਟਰ, ਤੁਸੀਂ ਕੀ ਕੀਤਾ ਕਿ ਤੁਸੀਂ ਆਪਣੇ ਏਸੀ ਦਾ ਕੂਲਿੰਗ ਵਾਲਾ ਬੰਦ ਕਰਕੇ ਤੇ ਤੁਸੀਂ ਫੈਨ ਆਨ ਕਰਤਾ। ਫਿਰ ਉਹ ਫੈਨ ਨੇ ਕੀ ਕੀਤਾ, ਬਾਹਰੋਂ ਗਰਮੈਸ਼ ਵਾਲੀ ਜੋ
ਦੁਬਈ ਵਾਲੀ ਗਰਮੀ ਸਰੀ ਚੁੱਕ ਕੇ ਅੰਦਰ ਸੁੱਟਣੀ ਸ਼ੁਰੂ ਕਰਤੀ। ਦੇਖੋ ਸਾਨੂੰ ਕੀ ਲੋੜ ਪਈ ਹੈ ਲੋਕਾਂ ਦੇ ਵੱਲ ਵੇਖ ਕੇ ਆਪਣਾ ਏਸੀ ਬੰਦ ਕਰਕੇ ਤੇ ਫੈਨ ਚਾਲੂ ਕਰਾਂਗੇ। ਇਹ ਤੇ ਸਾਡੀ ਕਾਮਨ ਸੈਂਸ ਹੈ ਨਾ। ਹੁਣ ਮੈਂ ਦੁਖੀ ਹਾਂ ਹਾਂ ਠੀਕ ਹੈ, ਮੇਰੀ ਪਰਸਨਲ ਇਸ਼ੂ ਹੈਗੇ ਨੇ ਕਿ ਅੱਜ ਸੂਰਜ ਕਿਉਂ ਨਹੀਂ ਨਿਕਲਿਆ, ਅੱਜ ਰੱਬ ਨੇ ਤਾਰੇ ਕਿਉਂ ਨਹੀਂ ਕੱਢੇ, ਅੱਜ ਹਵਾ ਕਿਉਂ ਨਹੀਂ ਚੱਲਣ ਦੀ, ਅੱਜ ਮੀਂਹ ਕਿਉਂ ਨਹੀਂ ਪੈ ਗਿਆ। ਇਹ ਮੇਰੇ ਇਸ਼ੂ ਹੈਗੇ ਨੇ ਤੇ ਮੈਂ ਤੁਹਾਡੇ ਚ ਇਹਨਾਂ ਚੀਜ਼ਾਂ ਕਰਕੇ ਗੁੱਸਾ ਸੁੱਟਦਾ ਵਾਂ ਤੇ ਤੁਸੀਂ ਮੇਰੇ ਕੋਲਿਆਂ ਨੂੰ ਨਹੀਂ ਲੈਣਾ। ਜੇ ਤੁਸੀਂ ਥੋੜੀ ਜਿਹੀ ਬੁੱਧੀ ਰੱਖਦੇ ਜੀ, ਥੋੜੀ ਜਿਹੀ ਬੁੱਧੀ, ਦੇਖੋ ਲੜਨਾ ਜਾਂ ਨਹੀਂ ਲੜਨਾ ਉਹ ਤੁਹਾਡਾ ਨਿੱਜੀ ਫੈਸਲਾ ਵਾ। ਲੜਨ ਦੇ ਨਾਲ ਕੋਈ ਫਰਕ ਨਹੀਂ ਪੈਂਦਾ। ਅਗਲਾ ਪਰੇਸ਼ਾਨ ਹੈ, ਦੁਖੀ ਹੈ, ਉਹ ਤੇ ਮੂਰਖ ਹੈ, ਉਹਨੇ ਕੋਲਾ ਹੱਥ 'ਚ ਫੜ ਲਿਆ, ਆਪਣੇ ਆਪ ਨੂੰ ਸਾੜ ਰਿਹਾ। ਕਿਸੇ ਨੂੰ ਕਿਸੇ ਦੇ ਕੋਲਾ ਸੁੱਟੂਗਾ ਬਾਅਦ ਚ, ਪਹਿਲਾਂ ਉਹਦੇ ਹੱਥ 'ਚ ਕੋਲਾ ਉਹ ਆਪਣੇ ਆਪ ਨੂੰ ਸਾੜ ਰਿਹਾ, ਫਿਰ ਉਸਨੇ ਦੂਜੇ ਦੇ ਕੋਲਾ ਸੁੱਟਣਾ। ਜਿਹਦੇ ਦੂਜੇ ਦੇ ਸੁੱਟਿਆ ਤੇ ਅਗਲਾ ਕਵੇ ਭਰਾ ਮੈਂ ਤੇਰਾ ਕੋਲਾ ਲੈਂਦਾ ਹੀ ਨਹੀਂ। ਕੀ ਕਰ ਲੈ ਹੁਣ? ਗਿਫਟ ਕਿੰਨੇ ਚ ਸਭ ਕਈਆਂ ਨੂੰ ਦੇਈਦੇ ਨਹੀਂ ਲੈਂਦੇ, ਅਗਲੇ ਕਹਿੰਦੇ ਨਹੀਂ ਚਾਹੀਦਾ ਤੁਹਾਡਾ ਗਿਫਟ। ਬਿਲਕੁਲ, ਇਹਦਾ ਮਤਲਬ ਕਿ ਗਿਫਟ ਮੇਰੇ ਕੋ ਵਾਪਸ ਹੀ ਆ ਗਿਆ। ਕੀ ਕਰੂੰਗਾ ਤਾਂ ਮੈਂ ਦੁਕਾਨ ਵਾਲੇ ਨੇ ਕਹਿਣਾ ਭਾਈ ਉਹ ਵਾਪਸ ਨਹੀਂ ਲੈਣਾ, ਤੂੰ ਲੈ ਗਿਆ ਸਾਂ, ਇਹਨੂੰ ਤੈਨੂੰ ਰੱਖਣਾ ਪੈਣਾ ਆਪਣੇ ਘਰ, ਫਿਰ ਮੈਂ ਰੱਖੀ ਰੱਖੂੰਗਾ, ਇਹੋ ਹੀ ਹੋਊਗਾ। ਪਰ ਇਹਦੇ ਨਾਲ ਕੀ ਫਰਕ ਪੈਣਾ ਵਾ? ਫਰਕ ਬਹੁਤ ਪੈ ਜਾਣਾ। ਨੈਕਸਟ ਟਾਈਮ ਮੈਂ ਉਹ ਜਿਹੜਾ ਗਿਫਟ ਨਿੱਜਰ ਸਾਹਿਬ ਨੂੰ ਨਹੀਂ ਦੇਵਾਂਗਾ, ਮੈਨੂੰ ਪਤਾ ਲੈਂਦਾ ਹੀ ਨਹੀਂ ਅਗਲਾ। ਫਰਕ ਪੈ ਗਿਆ ਨਿੱਜਰ ਸਾਹਿਬ। ਬਿਲਕੁਲ, 5 ਵਾਰੀ 10 ਵਾਰੀ ਜਾਊਂਗਾ ਤੇ ਜਦੋਂ ਨਿੱਜਰ ਸਾਹਿਬ ਕਹਿੰਦੇ ਭਰਾਵਾ ਤੇਰਾ ਗਿਫਟ ਲੈ ਜਾ, ਸੜਿਆ ਜਾ, ਮੈਂ ਨਹੀਂ ਤੇਰਾ ਹੀਟਰ ਚਾਹੀਦਾ, ਮੈਨੂੰ ਤੇਰਾ ਲੈ ਜਾ ਪਰੇ ਆਪਣਾ। ਨਿੱਜਰ ਸਾਹਿਬ ਬੋਲਦੇ ਨਹੀਂ, ਮੈਂ ਕਹਿੰਦਾ ਨਿੱਜਰ ਸਾਹਿਬ ਬੜਾ ਵਧੀਆ ਜੋ, ਉਹ ਕਹਿੰਦੇ ਭਰਾ ਵਧੀਆ ਜਾਂ ਘਟੀਆ ਮੈਨੂੰ ਨਹੀਂ ਚਾਹੀਦਾ, ਤੂੰ ਆਪਣਾ ਹੀਟਰ ਲੈ ਜਾ। 5-6 ਵਾਰੀ ਖੜੂੰਗਾ, 7-8 ਵਾਰੀ ਖੜੂੰਗਾ ਹੀਟਰ, ਮੁੜ ਕੇ ਕਹਿਣਾ ਭਾਈ ਇੱਥੇ ਦਾਲ ਨਹੀਂ ਗਾਈ। ਤੇ ਮੈਂ ਕੀ ਕਰਨਾ ਵਾ? ਉਹ ਕੰਮ ਕਰਨਾ ਬੰਦ ਕਰ ਦੇਣਾ। ਮੈਂ ਤਦ ਤੱਕ ਨਿੱਜਰ ਸਾਹਿਬ ਨੂੰ ਗਿਫਟ ਦੇਣਾ ਵਾ ਜਦ ਤੱਕ ਨਿੱਜਰ ਸਾਹਿਬ ਰਿਸੀਵ ਕਰਦੇ ਨੇ। ਪਰ ਜਿੱਦਣ ਨਿੱਜਰ ਸਾਹਿਬ ਨੇ ਰਿਸੀਵ ਕਰਨਾ ਬੰਦ ਕਰਤਾ, ਨਿੱਜਰ ਸਾਹਿਬ ਨੂੰ ਮੈਂ ਗਿਫਟ ਦੇਣ ਦੀ ਜਿਹੜੀ ਹਿੰਮਤ ਹੈ ਮੇਰੇ ਖਤਮ ਹੋ ਜਾਏਗੀ। ਅਸੀਂ ਦੁਖੀ ਉਹਨਾਂ ਚਿਰ ਤੱਕ ਹੁੰਦੇ ਆ, ਪਰੇਸ਼ਾਨ ਉਹਨਾਂ ਚਿਰ ਤੱਕ ਹੁੰਦੇ ਆ ਜਿੰਨਾ ਚਿਰ ਤੱਕ ਅਸੀਂ ਖੁਦ ਹੋਣਾ ਚਾਹੁੰਦੇ ਆ। ਜਦੋਂ ਅਸੀਂ ਰਿਮੋਟ ਕੰਟਰੋਲ ਲੋਕਾਂ ਨੂੰ ਦਿੰਦੇ ਆ ਤੇ ਲੋਕੀ ਸਾਡੇ ਜੀਵਨ ਤੇ ਕੰਟਰੋਲ ਕਰਦੇ ਨੇ। ਉਹ ਕੀ ਕਰਦੇ ਆ? ਉਹ ਸ਼ਰਾਰਤੀ ਨੇ, ਜਾਣ ਬੁੱਝ ਕੇ ਮਾਨਸਿਕ ਬਿਮਾਰ ਲੋਕ ਨੇ। ਅਸੰਖ ਚੋਰ, ਅਸੰਖ ਹਰਾਮਖੋਰ, ਕਿੱਦਾਂ ਬਾਣੀ ਚ ਕਿਹਾ 1-2 ਲੱਖ ਨਹੀਂ, ਕਰੋੜ ਨਹੀਂ, ਅਸੰਖ ਮਤਲਬ ਗਿਣਤੀ ਤੋਂ ਪਰੇ। ਇਸੇ ਤਰ੍ਹਾਂ ਦੇ ਲੋਕ ਤੁਰੇ ਫਿਰਦੇ ਨੇ ਔਰ ਉਹ ਚਾਹੁੰਦੇ ਨੇ ਕਿ ਸਾਡਾ ਏਸੀ ਉਹਦਾ ਜਿਹੜਾ ਫੰਕਸ਼ਨ ਹੈ ਕੂਲਿੰਗ, ਚੰਗੀ ਹਵਾ ਕੱਢਣੀ, ਉਹ ਕਹਿੰਦੇ ਬੰਦ ਕਰ, ਤੁਸੀਂ ਫੈਨ ਚਾਲੂ ਕਰ। ਉਹ ਫੈਨ ਚਾਲੂ ਕਰਨਾ ਉਹ ਨਹੀਂ ਕਰ ਸਕਦਾ, ਪਰ ਫੈਨ ਦਾ ਸੁੱਚ ਤੁਹਾਡੇ ਹੱਥ 'ਚ ਜੇ। ਜਦ ਤੱਕ ਤੁਸੀਂ ਨਹੀਂ ਚਾਹੁੰਦੇ ਉਹਨਾਂ ਚਿਰ ਤੱਕ ਫੈਨ ਨਹੀਂ ਜੋ ਚੇਂਜ ਹੋਣਾ। ਜੇ ਕੂਲਿੰਗ ਹੈ ਤੇ ਕੂਲਿੰਗ ਹੀ ਰਹੂਗੀ। ਇਹ ਵਿਚਾਰ ਕਰਿਆ ਕਰੋ। ਜੇ ਕੋਈ ਤੁਹਾਡੇ ਨਾਲ ਮਾੜਾ ਚੰਗਾ ਬੋਲਦਾ ਵੀ ਹੈ ਨਾ, ਚੁੱਪ ਹੋ ਜਾ ਕਰੋ। ਕਿੰਨੀ ਵਧੀਆ ਚੀਜ਼ ਹੈ ਚੁੱਪ। ਔਰ ਉਹ ਕੀ ਹੋਣਾ ਹੈ, ਉਸਨੇ ਚੁੱਪ, ਤੁਹਾਨੂੰ ਪਹਿਲੇ ਦਿਨ ਥੋੜੀ ਪਰੇਸ਼ਾਨੀ ਹੋਣੀ ਹੈ, 2-4 ਦਿਨ ਬਾਅਦ ਵੇਖ ਲਓ ਉਹ ਬੰਦਾ ਤੁਹਾਨੂੰ ਸ਼ਕਤੀ ਦੇ ਰਿਹਾ ਬਹੁਤ ਜ਼ਿਆਦਾ। ਉਹਨੂੰ ਬੋਲਣ ਤੋਂ ਰੱਜਮੈਂਟ, ਉਹਨੂੰ ਸਮਾਈਲ ਕਰਕੇ ਖਲੋ ਜਾਓ ਤੇ ਲੱਗੇ ਹਾਂਜੀ ਭਾਜੀ ਬੋਲ ਲਓ, ਦੱਸ। ਕੋਈ ਬੋਲਣਾ ਵੀ ਨਹੀਂ ਕਹਿਣਾ, ਬੋਲ ਲੈਂਦਾ ਤੇ ਖਾਲੀ। ਕਈ ਵਾਰੀ ਮੈਂ ਸੋਚਦਾ ਜੇ ਕਿਸੇ ਨੂੰ ਗੁੱਸਾ ਚੜਿਆ ਨਾ, ਉਹਨੂੰ 4-5 ਮਿੰਟ ਬੋਲਣ ਤੋਂ ਯਾਰ ਹੌਲਾ ਹੋ ਜਾਊਗਾ। ਇਹ ਵੀ ਦਾਨ ਹੀ ਆ। ਸਮਝ ਲਓ ਕਿ ਤੁਸੀਂ ਕਿਸੇ ਬੰਦੇ ਤੇ ਅਹਿਸਾਨ ਕਰ ਰਹੇ ਹੋ, ਉਹ ਕੋ ਵਿਚਾਰੇ ਕੋ ਬਰਦਾਸ਼ਤ ਨਹੀਂ ਹੋ ਰਿਹਾ, ਉਹਨੂੰ ਕੋਈ ਬੰਦਾ ਲੱਭਣ ਦਿਆ ਤੇ ਤੁਸੀਂ ਕਹਿ ਲੈ ਬਈ ਅੱਜ ਟਾਈਮ ਹੈਗਾ, ਤੂੰ ਕ੍ਰੋਧ ਜਿਹੜਾ ਆਪਣਾ ਕੱਢ ਲੈ। ਬਹੁਤ ਵਧੀਆ, ਬਹੁਤ ਵਧੀਆ, ਬਹੁਤ ਵਧੀਆ ਜੀ, ਬਹੁਤ ਵਧੀਆ। ਉਹ ਤਾਂ ਭਲਾ ਜੋ ਵਿਚਾਰੇ ਦਾ, ਉਹ ਕਿੰਨਾ ਕੁ ਦੁਖੀ ਹੈ, ਉਹ ਬਰਦਾਸ਼ਤ ਨਹੀਂ ਹੋਣ ਦਿਆ। ਸੀਟੀ ਵੱਜ ਗਈ ਆ, ਉਹਨੂੰ ਕਹਿ ਬੋਲਾ ਭਰਾ 10 ਮਿੰਟ 20 ਮਿੰਟ ਬੋਲਾ। ਜਦੋਂ ਹੌਲਾ ਹੋ ਜਾਊਗਾ ਬੜਾ ਸ਼ਾਂਤ ਹੋ ਜਾਊਗਾ, ਖੁਦ ਕਹੂਗਾ ਯਾਰ ਮੈਂ ਅੱਧਾ ਘੰਟਾ ਬੋਲਿਆ ਵਾ, ਅਗਲਾ ਬੰਦਾ ਬੋਲੇ ਨਹੀਂ, ਉਹ ਵੀ ਪਿਆਰ ਕਰੂਗਾ। ਜੇ ਤੁਸੀਂ ਲੜਨਾ ਵਾ ਭਾਵੇਂ ਕਿ 100 ਕਰੋੜ ਸਾਲ ਲੜਦੇ ਰਹੋ, ਉਹਦਾ ਕੋਈ ਅੰਤ ਨਹੀਂ ਹੈਗਾ। ਪਰ ਜਦੋਂ ਤੁਸੀਂ ਚੁੱਪ ਹੋ ਗਏ ਨਾ ਤਾਂ ਗੇਮ ਚੇਂਜ ਹੋ ਜਾਣੀ ਜੀ। ਅਗਲਾ ਵੀ ਬੇਵਕੂਫ ਨਹੀਂ, ਅਗਲਾ ਇਸ ਗੱਲ ਨੂੰ ਵਿਚਾਰ ਕਰਦਾ। 2 ਹੱਥਾਂ ਨਾਲ ਤਾਲੀ ਵੱਜਦੀ ਹੈ। ਜੇ ਇੱਕ ਤਾਲੀ ਪਿੱਛੇ ਕਰ ਲਈ ਆ, ਹੱਥ ਪਿੱਛੇ ਕਰ ਲਿਆ, ਤਾਲੀ ਨਹੀਂ ਵੱਜ ਸਕਦੀ ਨਿੱਜਰ ਸਾਹਿਬ। ਕਿਸੇ ਵੀ ਲੜਾਈ ਦੇ ਪਿੱਛੇ ਅਸੀਂ ਜ਼ਿੰਮੇਵਾਰ ਹੁੰਦੇ ਆ। ਐਵੇਂ ਲੋਕੀ ਝੂਠ ਮਾਰਦੇ ਆ ਵੀ ਮੈਨੂੰ ਇੰਝ ਕੀਤਾ, ਮੈਨੂੰ ਇੰਝ ਕੀਤਾ। ਨਾ ਨਾ ਨਾ, ਇਹ ਬੱਚਿਆਂ ਦਾ ਕੰਮ ਨਾ ਕਰੋ। ਮਰਦ ਦੇ ਬੱਚੇ ਬਣੋ। ਮਰਦ ਦੇ ਬੱਚੇ ਜਿਹੜੇ ਹੁੰਦੇ ਨਾ, ਉਹ ਕੌਣ ਹੁੰਦੇ ਨੇ? ਉਹ ਆਪਣੀ ਗਲਤੀ ਦੀ ਰਿਸਪੌਂਸਿਬਿਲਿਟੀ ਚੁੱਕਦੇ। ਜਿੱਥੇ ਗਲਤ ਹੈਗੇ ਨਾ, ਆਪਣੇ ਆਪ ਨੂੰ ਮੰਨਦੇ ਆ ਕਿ ਹਾਂ ਮੈਂ ਗਲਤ ਹੈਗਾ। ਜੇ 100% ਚੋਂ 99% ਉਹਦੀ ਗਲਤੀ ਆ, 1% ਮੇਰੀ ਵੀ ਗਲਤੀ ਆ, ਤਾਂ ਤਾਂ 100% ਹੋਣਾ। ਇਹਦੇ ਵਿੱਚ ਇਹ ਚੀਜ਼ਾਂ ਬੜੀਆਂ ਲੋੜ ਨੇ ਔਰ ਇਹਨਾਂ ਦੇ ਨਾਲ ਕੀ ਹੋਊਗਾ, ਤੁਹਾਡਾ ਜੀਵਨ ਬੜਾ ਸੁਖਾਲਾ ਹੋ ਜਾਊਗਾ। ਹੁਣ ਬਾਣੀ ਸਹਿਜ ਦੀ ਗੱਲ ਕਰਦੀ ਹੈ ਤੇ ਸਹਿਜ ਕਿੱਥੋਂ ਆਉਣਾ? ਗ੍ਰੰਥਾਂ ਨੂੰ ਪੜ੍ਹਨ ਦੇ ਨਾਲ ਨਹੀਂ ਆਉਣਾ। ਸਹਿਜ ਤੇ ਸਾਡੇ ਵਿਵਹਾਰ ਦੇ ਨਾਲ ਆਉਣਾ।
ਹੁਣ ਜਿੱਦਾਂ ਆਪਾਂ ਕੋਈ ਚੀਜ਼ ਬੀਜਦੇ ਆ, ਕੱਲ ਇੱਕ ਤੁਕ ਮੈਂ ਬੋਲੀ ਸੀ। ਹਾਂਜੀ ਨਿਜਰ ਸਾਹਿਬ ਆਪ ਬੋਲੋ, ਹੁਣ ਅਗਲੀ ਬਾਣੀ ਸ਼ੁਰੂ ਕਰੀਏ। ਹਾਂਜੀ ਹਾਂਜੀ। ਸਹਿਜੇ ਸੁਖ ਸੂਤੀ ਸ਼ਬਦ ਸਮਾਏ ਆਪੇ ਪ੍ਰਭ ਮੇਲ ਲਈ ਗੱਲ ਲਾਏ। ਦੇਖ ਲਓ ਨੈਕਸਟ ਜਿਹੜਾ ਹੈਗਾ ਮਾਲਕ ਪਰਮਾਤਮਾ ਨੇ ਉਹਨੂੰ ਆਪਣੇ ਗਲ ਨਾਲ ਮਿਲ ਲਿਆ, ਮਾਲਕ ਨੇ ਮਿਲਾ ਲੈਣਾ ਹੈ। ਹਾਂਜੀ ਹਾਂ ਦੇਖੋ ਕਿਤੇ ਸਹਿਜੇ ਸੁਖ ਹੈ ਤੇ ਸੁੱਤੀ, ਜੇ ਤੂੰ ਸਹਿਜ ਅਵਸਥਾ 'ਚ ਚੱਲ ਗਿਆ ਨਾ, ਦੇਖੋ ਸਹਿਜ ਅਵਸਥਾ ਮਤਲਬ ਕਿ ਇਹ ਜਿਹੜੀ ਹੈ ਨਾ ਆਪਣੇ ਆਪ 'ਚ ਤੂੰ ਖੇੜੇ 'ਚ ਆ ਗਿਆ। ਜਦੋਂ ਤੂੰ ਲੋਕਾਂ ਨਾਲ ਲੜਨਾ ਝਗੜਨਾ ਬੰਦ ਕਰਤਾ ਤੇ ਪਰਮਾਤਮਾ ਤੇ ਦੂਰ ਹੈ ਕਿਤੇ। ਉਹ ਤੇ ਤੇਰੀ ਬੇਵਕੂਫੀ ਨੂੰ ਵੇਖਣ ਤੇ ਆਇਆ ਕਿ ਤੂੰ ਕਿੰਨਾ ਚਿਰ ਸਿਰ ਮਾਰਦਾ। ਜਦੋਂ ਤੂੰ ਸਿਆਣਾ ਹੋ ਗਿਆ, ਸਮਝਦਾਰ ਹੋ ਗਿਆ, ਇਹ ਤੇ એનર્ਜੀ ਹੈ। ਤੁਸੀਂ ਚਾਹੁੰਦੇ ਨਾ ਕਿ ਤੁਹਾਡੀ ਕੋਈ ਚੁਗਲੀ ਕਰੇ, ਲੋਕਾਂ ਦੀ ਚੁਗਲੀ ਕਰਨੀ ਸ਼ੁਰੂ ਕਰ ਦਿਓ। ਵੇਖੋ ਸਾਰਾ ਪਿੰਡ ਤੁਹਾਡੀ ਚੁਗਲੀ ਕਰੂਗਾ। ਤੇ ਜਿੱਦਾਂ ਤੁਸੀਂ ਲੋਕਾਂ ਦੀ ਚੁਗਲੀ ਕਰਨੀ ਬੰਦ ਕਰਤੀ, ਕਿਸੇ ਨੂੰ ਪਤਾ ਵੀ ਨਹੀਂ ਕਿ ਤੁਸੀਂ ਸ਼ਹਿਰ 'ਚ ਹੈਗੇ ਜੋ। ਇਹ ਸਾਰਾ ਕੁਝ ਤੇ એનર્ਜੀ ਹੈ। ਇਸ ਨੂੰ ਅੰਡਰਸਟੈਂਡ ਕਰੋ। ਸਾਡੇ ਪੂਰਵਜਾਂ ਨੇ, ਸਾਡੇ ਬਜ਼ੁਰਗਾਂ ਨੇ ਕੁਝ ਨਹੀਂ ਲੱਭਿਆ ਸੀ, ਉਹਨਾਂ ਵੇਖਿਆ ਸੀ ਕਿ ਇਹ ਤੇ એનર્ਜੀ ਹੈ। ਤਾਂ ਹੀ ਉਹ ਤੇ ਬਾਣੀ ਕਹਿੰਦੀ ਕਿ ਹਮ ਨਹੀਂ ਚੰਗੇ ਤੇ ਬੁਰਾ ਨਹੀਂ ਕੋਈ। ਉਸ ਤਰੀਕੇ ਨਾਲ ਹੀ ਇਹ ਚੀਜ਼ ਨੂੰ ਬੰਦ ਕੀਤਾ ਜਾਂਦਾ, ਉਹ ਤਾਂ ਹੀ ਬੰਦ ਨਹੀਂ ਕਰਨਾ। ਆ ਕੜਕੜ ਦੀ ਬੜੀ ਆਵਾਜ਼ ਆਉਂਦੀ। ਹਾਂਜੀ ਨਿਜਰ ਸਾਹਿਬ ਬੋਲੋ ਜੀ, ਅਗਲੀ ਤੁਕ ਬੋਲੋ। ਸਹਿਜੇ ਸੁਖ ਸੂਤੀ ਸ਼ਬਦ ਸਮਾਏ ਆਪੇ ਪ੍ਰਭ ਮੇਲ ਲਈ ਗਲ ਲਾਏ, ਦੁਬਦਾ ਚੁੱਕੀ ਸਹਿਜ ਸੁਭਾਏ। ਦੁਬਦਾ ਜਿਹੜੀ ਹੈਗੀ ਚੁੱਕ ਗਈ, ਕਹਿੰਦੇ ਸਹਿਜ ਸੁਭਾਏ ਦੁਬਦਾ ਚੁੱਕ ਗਈ। ਦੁਬਦਾ ਚੁੱਕੀ ਸਹਿਜ ਸੁਭਾਏ, ਇਸ ਤਰੀਕੇ ਦੇ ਨਾਲ ਆ ਜਿਹੜੀ ਕਾਰਵਾਈ ਕੀਤੀ ਆ, ਕਹਿੰਦੇ ਦੁਬਦਾ ਚੁੱਕ ਗਈ, ਦੁਬਦਾ ਖਤਮ ਹੋ ਗਈ। ਦੁਬਦਾ ਕੀ ਹੈਗੀ? ਇੱਕ ਮਾਲਕ ਪਰਮਾਤਮਾ ਹੈਗਾ, ਆਪਾਂ ਉਹਨੂੰ ਜਿਹੜੇ ਹੈਗੇ ਆ ਮਾਇਆ ਅੱਡ ਕੀਤੀ ਹੋਈ ਆ। ਮਾਲਕ ਦੀ ਮਾਇਆ ਨੂੰ ਹੀ ਸਮਝਦੇ ਆ ਵੀ ਸਾਰਾ ਕੁਝ ਮਾਇਆ ਹੀ ਹੈ। ਪਰਮਾਤਮਾ ਨੂੰ ਤਾਂ ਬਿਲਕੁਲ ਆਪਾਂ ਨੇ ਜਿਹੜਾ ਹੈਗਾ ਉਹਨੂੰ ਤਾਂ ਇਗਨੋਰ ਹੀ ਕੀਤਾ ਹੋਇਆ। ਉਹ ਤਾਂ ਆਪਣੀ ਉਹਦੇ ਵਿੱਚ ਹੈ ਹੀ ਨਹੀਂ ਹੈ, ਧਿਆਨ ਯਾਦਦਾਸ਼ਤ ਦੇ ਵਿੱਚ। ਉਹ ਦੁਬਦਾ ਜਿਹੜੀ ਹੈਗੀ ਚੁੱਕ ਜਾਏਗੀ। ਦੁਬਦਾ ਕੀ ਹੈ? ਦੁਬਦਾ ਦੂਜਾ ਭਾਵ ਹੈ, ਵਿਛੋੜਾ ਹੋਮੇ ਰੋਗ। ਇਹ ਦੂਜਾ ਭਾਵ ਜਿਹੜਾ ਹੈਗਾ ਐਵੇਂ ਹੀ ਬਣਾਇਆ ਹੋਇਆ ਆਪਾਂ ਨੇ। ਤੇ ਇਹ ਦੁਬਦਾ ਦੀ ਵਜ੍ਹਾ ਨਾਲ ਜਿਹੜਾ ਆਪਣੇ ਆਪ ਨੂੰ, ਆਪਣੇ ਸਰੀਰ ਦੀ ਵਜ੍ਹਾ ਨਾਲ ਆਪਾਂ ਸਮਝਦੇ ਹਾਂ ਕਿ ਮੈਂ ਜਿਹੜਾ ਹੈਗਾ ਮੈਂ ਹੈਗਾ ਆ, ਬਈ ਆਪਣੀ ਆਈਡੈਂਟੀਟੀ ਆ ਗਈ ਆ, ਆਪਣਾ ਕਰਤਾ ਬਣ ਗਿਆ। ਇਹ ਹਉਮੈ ਦਾ ਰੋਗ ਹੋ ਗਿਆ। ਇਹਦੇ ਨਾਲ ਪਰਮਾਤਮਾ ਤੋਂ ਆਪਾਂ ਵਿਛੜ ਜਾਂਦੇ ਹਾਂ। ਇਹ ਜਿਹੜੇ ਹੈਗੇ ਦੋਨੋਂ ਦੇ ਦੋਨੋਂ ਨਿਕਲ ਜਾਂਦੇ ਆ। ਦੁਬਦਾ ਚੁੱਕੀ ਸਹਿਜ ਸੁਭਾਏ, ਫਿਰ ਅੰਤਰ ਨਾਮ ਵਸਿਆ ਮਨੇ ਆਏ। ਔਰ ਨਾਮ ਜਿਹੜਾ ਅੰਦਰ ਵਸ ਜਾਏਗਾ। ਫਿਰ ਆਹੀ ਚੀਜ਼ਾਂ ਤਾਂ ਹੈਗੀਆਂ ਜਿਹੜੀਆਂ ਨਾਮ ਨੂੰ ਰੋਕ ਰਹੀਆਂ ਸੀਗੀਆਂ। ਹਾਂਜੀ ਗੋਰਕੀ ਸਾਹਿਬ। ਹਾਂਜੀ ਬਿਲਕੁਲ ਠੀਕ ਹੈ ਸਾਧ ਸੰਗਤ ਜੀ। ਪਹਿਲੀ ਤੁਕ ਮੈਂ ਦੁਬਾਰਾ ਬੋਲਾਂਗਾ ਤਾਂ ਜੋ ਆਪ ਗੱਲ ਨੂੰ ਥੋੜਾ ਹੋਰ ਚੰਗੇ ਤਰੀਕੇ ਨਾਲ ਸਮਝ ਲਓ। ਸਹਿਜੇ ਸੁਖ ਸੂਤੀ ਸ਼ਬਦ ਸਮਾਏ। ਤੇ ਜਦੋਂ ਮੈਂ ਧਿਆਨ ਸਿਮਰਨ ਕੀਤਾ ਤੇ ਸਹਿਜ ਬਹੁਤ ਹੀ ਆਰਾਮ ਦੇ ਨਾਲ, ਕੁਛ ਕਰਨਾ ਨਹੀਂ ਪਿਆ ਮੈਨੂੰ। ਮਤਲਬ ਉਹ ਨਹੀਂ ਕਹਿ ਰਹੇ ਕਿ ਕੁਛ ਕਰੋ, ਉਹ ਕਹਿੰਦੇ ਸਹਿਜ ਨਾਲ ਹੀ ਮੇਰਾ ਕਾਰਜ ਹੋ ਗਿਆ ਤੇ ਸ਼ਬਦ ਸਮਾਏ, ਮੈਂ ਸ਼ਬਦ 'ਚ ਸਮਾ ਗਿਆ। ਕਹਿਣ ਤੋਂ ਭਾਵ ਬ੍ਰਹਮਲੀਨ ਦੀ ਅਵਸਥਾ, ਪਰਮਾਤਮਾ ਦੇ ਨਾਲ ਮੈਂ ਇੱਕ ਹੋ ਗਿਆ। ਉਹ ਉਸ ਅਵਸਥਾ 'ਚ ਮਤਲਬ ਕਿ ਨਿਰਵਿਚਾਰ ਹੋ ਕੇ ਉਹਦੇ ਨਾਲ ਮੈਂ, ਉਹਦੇ ਨਾਲ ਜਿੱਦਾਂ ਨਦੀ 'ਚ ਨਦੀ ਵੇਖੀ ਹੈ ਨਾ, ਨਦੀ ਦੇ ਵਿੱਚ ਆਪਾਂ ਜਦੋਂ ਕੋਈ ਚੀਜ਼ ਸੁੱਟਦੇ ਆ, ਇੱਕ ਤੇ ਨਦੀ ਦੇ ਵਿੱਚ ਇੱਕ ਤੈਰਨਾ ਹੁੰਦਾ, ਇੱਕ ਤੇ ਫਲੋ ਦੇ ਨਾਲ ਤਰਨਾ ਹੁੰਦਾ, ਇੱਕ ਨਦੀ ਦੇ ਅਗੇਂਸਟ ਤਰਨਾ ਹੁੰਦਾ। ਜਿੱਦੋਂ ਸਟੀਮ ਆ ਰਹੀ ਹੈ ਉਹ ਥੱਕ ਜਾਂਦੇ ਆ ਆਪਾਂ। ਕਿਉਂ ਥੱਕ ਜਾਂਦੇ ਆ? ਕਿਉਂਕਿ ਅਸੀਂ ਉਹਦੀ ਫੋਰਸ ਦੇ ਅਗੇਂਸਟ ਤੁਰਦੇ ਆ। ਇਸੇ ਤਰ੍ਹਾਂ ਜਦੋਂ ਅਸੀਂ ਆਪਾਂ ਜੀਵਨ 'ਚ ਸਹਿਜ ਅਵਸਥਾ 'ਚ ਆਉਂਦੇ ਆ ਤੇ ਅਸੀਂ ਕੀ ਕਰਦੇ ਕਿ ਉਹਦੇ ਹੁਕਮ 'ਚ ਚੱਲਦੇ ਆ। ਤੇ ਫਿਰ ਕੀ ਹੁੰਦਾ ਕਿ ਅਸੀਂ ਅਗੇਂਸਟ ਨਹੀਂ ਚੱਲਦੇ ਉਹਦੇ। ਜਦੋਂ ਆਪਾਂ ਅਗੇਂਸਟ ਚੱਲਾਂਗੇ ਤੇ ਨਦੀ ਨੇ ਤੋੜ ਦੇਣਾ ਸਾਨੂੰ, ਥੱਕ ਜਾਾਂਗੇ। ਕਿੰਨਾ ਚਿਰ ਤੈਰ ਸਕਦੇ ਆ? 1 ਘੰਟਾ, ਅੱਧਾ ਘੰਟਾ, 15 ਮਿੰਟ, 20 ਮਿੰਟ, ਥੱਕ ਜਾਾਂਗੇ ਆਪ। ਪਰ ਜੇ ਆਪਾਂ ਨਦੀ ਦੇ ਨਾਲ ਚੱਲਦੇ ਆ ਤੇ ਸਾਨੂੰ ਨਦੀ ਕੁਛ ਨਹੀਂ ਕਹਿੰਦੀ। ਨਦੀ ਦੇ ਵਹਾਅ ਦੇ ਨਾਲ ਬੜੀ ਆਸਾਨੀ ਨਾਲ ਤਰਿਆ ਜਾ ਸਕਦਾ ਹੈ। ਇਹੋ ਚੀਜ਼ ਸਮਝਾ ਰਹੀ ਹੈ ਬਾਣੀ ਆਪਾਂ ਨੂੰ। ਜਦੋਂ ਮੈਂ ਸਹਿਜ ਆਪਣੇ ਅੰਦਰ ਇਕਾਗਰ ਹੋਇਆ ਤੇ ਮੈਂ ਕੀ ਹੋਇਆ, ਸ਼ਬਦ ਦੇ ਵਿੱਚ ਸਮਾ ਗਿਆ। ਸ਼ਬਦ ਦੇ ਵਿੱਚ ਮੇਰੇ 'ਚ ਕੋਈ ਭੇਦ ਨਹੀਂ ਰਿਹਾ, ਇੱਕ ਹੋ ਗਏ ਆ। ਤੇ ਇਹ ਫਿਰ ਅਗਲੇ ਬੰਨੇ ਕੀ ਕਹਿੰਦੇ, ਆਪ ਪ੍ਰਭ ਮੇਲ ਲਈ ਗੱਲ ਲਾਏ, ਆਪੇ ਪ੍ਰਭ ਮੇਲ ਲਈ ਗੱਲ ਆਏ। ਬਸ ਮਾਲਕ ਨੇ ਮਿਲਾ ਲਿਆ ਆਪਣੇ ਗੱਲ ਨਾਲ। ਹਾਂ ਤੇ ਜਦੋਂ ਮੈਂ ਨਦੀ ਵਾਂਗੂ, ਮੈਂ ਨਦੀ ਦੇ ਖਿਲਾਫ ਨਹੀਂ ਚੱਲਦਾ ਹੁਣ। ਪਹਿਲਾਂ ਮੈਂ ਚੱਲਦਾ ਸੀ, ਬਹੁਤ ਤੈਰਦਾ ਸੀ ਤੇ ਮੈਨੂੰ ਬੜੇ ਕਿੰਤੂ ਪਰੰਤੂ ਸੀ। ਮੈਨੂੰ ਪਰਮਾਤਮਾ ਆ ਨਹੀਂ ਹੋਇਆ, ਉਹ ਨਹੀਂ ਹੋਇਆ। ਮੇਰੀ ਜੀਵਨ ਦੀਆਂ ਬੜੀਆਂ ਮੇਰੀਆਂ ਆਪਣੀਆਂ ਨਿੱਜੀ ਜੀਆਂ ਮੇਰੀਆਂ ਵਿਜ਼ਨ ਸੀ, ਮੇਰੀਆਂ ਛੋਟੀਆਂ ਤੁੱਛ ਬੁੱਧੀ ਦੀਆਂ ਭਾਵਨਾ ਸਨ ਕਿ ਪਰਮਾਤਮਾ ਏਦਾਂ ਕਿਉਂ ਨਹੀਂ ਕਰਦਾ, ਪਰਮਾਤਮਾ ਓਦਾਂ ਕਿਉਂ ਨਹੀਂ ਕਰਦਾ। ਫਿਰ ਮੈਂ ਕੀ ਕੀਤਾ, ਉਹ ਛੱਡਤਾ। ਫਿਰ ਨਦੀ ਦੇ ਨਾਲ ਮੈਂ ਤੈਰਿਆ ਕਿ ਮੇਰੇ ਪਿਤਾ ਤੂੰ ਬਹੁਤ ਇੰਟੈਲੀਜੈਂਟ ਆ ਔਰ ਤੈਨੂੰ ਜ਼ਿਆਦਾ ਪਤਾ ਹੈ ਕਿ ਇੱਕ ਛੋਟੇ ਜਿਹੇ ਬੱਚੇ
ਲਈ ਜਿਹੜਾ ਖਾਣਾ ਚਾਹੀਦਾ ਹੈ ਤੂੰ ਮਾਂ ਦੇ ਥਣਾ 'ਚ ਉਹਨੂੰ ਅਵੇਲੇਬਲ ਕੀਤਾ ਹੈ ਬੱਚੇ ਦੇ ਆਉਣ ਤੋਂ ਪਹਿਲਾਂ। ਤੇ ਕੀ ਮੈਂ ਤੇਰੀ ਸੋਚ ਦੀ ਜਿਹੜੀ ਹੈ ਉਹਦੀ ਕੰਪੈਰੀਜ਼ਨ ਕਰ ਸਕਦਾ? ਜੇ ਤੈਨੂੰ ਪਤਾ ਹੈ ਕਿ ਉਸ ਬੱਚੇ ਨੂੰ ਐਸਾ ਖਾਣਾ ਚਾਹੀਦਾ ਹੈ ਔਰ ਉਹ ਬੱਚਾ ਦੁੱਧ ਉਹ ਪੀਂਦਾ ਹੈ ਤਾਂ ਬੱਚੇ ਨੂੰ ਕੁਝ ਨਹੀਂ ਹੁੰਦਾ। ਤੇਰੀ ਇੰਟੈਲੀਜੈਂਸੀ ਹੈ, ਤੂੰ ਇੰਨਾ ਜ਼ਿਆਦਾ ਬਰੀਕ ਸੋਚਿਆ ਹੋਇਆ, ਇਹਦਾ ਮਤਲਬ ਕਿ ਜੇ ਮੇਰੀ ਜ਼ਿੰਦਗੀ 'ਚ ਕੁਝ ਚੀਜ਼ਾਂ ਨਹੀਂ ਹੋ ਰਹੀਆਂ ਉਹਦੇ 'ਚ ਵੀ ਤੇਰਾ ਭਲਾ ਵਾ, ਕਿਉਂਕਿ ਮੈਨੂੰ ਨਹੀਂ ਪਤਾ ਤੇ ਮੈਂ ਜੇ ਇਤਰਾਜ਼ ਕਰ ਰਿਹਾ ਤੇ ਮੇਰੀ ਬੇਵਕੂਫੀ। ਫਿਰ ਅਗਲੇ ਬੰਨੇ ਜਦੋਂ ਮੈਂ ਇਹ ਗੱਲ ਕਹਿਣਾ ਤੇ ਫਿਰ ਬਾਣੀ 'ਚ ਮੇਰੀ ਉਹ ਗੱਲ ਨੂੰ ਚੈੱਕ ਆਊਟ ਕਰਦੇ ਨੇ। ਮੈਂ ਹੋਰ ਗੁਰੂ ਜੀ ਸਮਝਾਉਂਦੇ ਨੇ, ਆਪੇ ਪ੍ਰਭ ਮੇਲ ਲੈ ਗਲੇ ਲਾਏ। ਮੇਰੀ ਇੰਨੀ ਗੱਲ ਕਹਿਣ ਦੇ ਨਾਲ ਫਿਰ ਪ੍ਰਮਾਤਮਾ ਮੈਨੂੰ ਗਲੇ ਨਾਲ ਲਾ ਲੈਂਦਾ। ਦੇਖੋ ਨੇ ਜੋ ਸਾਹਿਬ ਸਹੀ ਹੈ, ਬਿਲਕੁਲ ਠੀਕ ਹੈ ਜੀ। ਮਾਲਕ ਨੇ ਮਿਲ ਲੈਣਾ। ਹਾਂਜੀ ਵੀਰ ਜੀ। ਹਾਂਜੀ, ਕੁਝ ਕਹਿ ਰਹੇ ਸੀ ਤੁਸੀਂ? ਕੁਝ ਮੈਂ ਕਿਹਾ ਵੀ ਮਾਲਕ ਨੇ ਮਿਲ ਲੈਣਾ ਹੈ, ਮਾਲਕ ਨੇ ਬਸ, ਮਾਲਕ ਤਾਂ ਜਿਹੜਾ ਹੈਗਾ ਉਹ ਤਾਂ ਤਿਆਰ ਹੀ ਹੈ। ਮਾਲਕ ਪਰਮਾਤਮਾ ਆਪਣੇ ਵੱਲੋਂ ਹੀ ਦੇਰ ਹੁੰਦੀ ਹੈ। ਹਾਂ, ਉਹ ਤੇ ਕਹਿੰਦੇ ਨਾ ਕਿ ਉਹ ਕਹਿੰਦੇ ਕਿ ਉਹ ਪਤਾ ਨਹੀਂ ਕਿੱਥੇ ਆਪਣੇ ਕਿਹੜੇ ਧਰਮ 'ਚ ਲਿਖਿਆ, ਉਹ ਕਹਿੰਦਾ ਪਰਮੇਸ਼ਰ ਦਰਵਾਜ਼ਾ ਖੋਲ, ਦਰਵਾਜ਼ਾ ਖੋਲ, ਪਰਮੇਸ਼ਰ ਦਰਵਾਜ਼ਾ ਖੋਲ। ਤੇ ਕੋਈ ਸੰਤ ਲਾ ਕੇ ਬੈਠਾ ਹੈ, ਉਹ ਕਹਿੰਦਾ ਮੂਰਖਾ ਦਰਵਾਜ਼ਾ ਤੇ ਖੁੱਲਾ ਹੋਇਆ। ਕਿਹੜੇ ਦਰਵਾਜ਼ੇ ਦੀ ਗੱਲ ਕਰਦਾ? ਉਹ ਤਾਂ ਦਰਵਾਜ਼ਾ ਪਰਮੇਸ਼ਰ ਦਾ ਦਰਵਾਜ਼ਾ ਬੰਦ ਨਹੀਂ ਹੋ ਸਕਦਾ ਮੂਰਖਾ। ਪਰਮਾਤਮਾ ਦਾ ਘਰ ਆ ਉਹ ਤੇਰੇ ਮੇਰੇ ਵਰਗਾ ਦਾ ਘਰ ਨਹੀਂ ਹੈਗਾ। ਉਹ ਤੇ ਪਰਮਾਤਮਾ ਦਾ ਘਰ ਆ ਤੇ ਹਮੇਸ਼ਾ ਹੀ ਖੁੱਲਿਆ ਸੀ, ਉਹ ਨਹੀਂ ਬੰਦ ਹੋ ਸਕਦਾ। ਜਿੱਦਣ ਪਰਮਾਤਮਾ ਨੇ ਬੂਹਾ ਬੰਦ ਕਰ ਲਿਆ ਤੇ ਅਸੀਂ ਸਾਰੇ ਮਰ ਜਾਵਾਂਗੇ। ਕਿਹੜੀਆਂ ਗੱਲਾਂ ਕਰਦੇ? ਪਰਮਾਤਮਾ ਸਾਡੇ ਵਾਂਗੂ ਥੋੜੀ ਚੱਲਣ ਦਿਆ ਵਾ ਕਿ ਬੂਹਾ ਬੰਦ ਕਰਤਾ ਵੀ ਬੰਦ ਕਰ ਦੋ, ਬੂਹਾ 'ਚ ਮੰਗਤਾ ਆ ਗਿਆ ਜੋ ਇਹਦੇ ਚੰਗੀਆਂ ਬੜੀਆਂ ਲੱਤਾਂ ਨੇ, ਹੱਥ ਪੈਰ ਚੰਗੇ ਬੜੇ, ਇਹਨੂੰ ਦੁੱਖੀ ਨਹੀਂ ਦੇਣੀ ਆਪਾਂ। ਏਦਾਂ ਨਹੀਂ ਪਰਮਾਤਮਾ। ਠੀਕ ਹੈ, ਫਿਰ ਉਹ ਕਹਿੰਦੇ ਦੁਬਦਾ ਚੁੱਕੀ ਸਹਿਜ ਚੁਕਾਏ। ਤੇ ਫਿਰ ਜਦੋਂ ਮੇਰਾ ਕੀ ਹੋ ਗਿਆ, ਮੇਰਾ ਪਰਮਾਤਮਾ ਨੇ ਮੇਲ ਮਿਲਾਤਾ ਵਾ, ਮੈਂ ਉਹ ਰਿਕੁਆਇਰਮੈਂਟ ਪੂਰੀ ਕਰਤੀ, ਹੁਕਮ ਦੇ ਅੰਦਰ ਚੱਲਿਆ ਮੈਂ। ਤੇ ਫਿਰ ਮੇਰੀ ਕਿਹੜੀ ਦੁਬਦਾ ਚੁੱਕੀ ਗਈ, ਜਿਹੜੀ ਮੇਰੀ ਆਪਣੀ ਇੱਕ ਜਿਹੜੀ ਮੇਰੀ ਛੋਟੀ ਬੁੱਧੀ ਸੀ, ਚੱਕੀ ਸੀ, ਜਿਹੜਾ ਮੈਂ ਸੋਚਦਾ ਸੀ ਕਿ ਮੈਂ ਬੜਾ ਚਤਰ ਹਾਂ ਤੇ ਮੈਨੂੰ ਗਿਆਨ ਹੋ ਗਿਆ। ਛੋਟੇ ਬੱਚੇ ਲਈ ਜੇ ਰਾਸ਼ਨ ਤਿਆਰ ਹੈ, ਉਹਨੂੰ ਭੋਗ ਲੱਗਣ ਦੇ ਲਈ ਉਹ ਬੈਠਾ ਹੈ, ਫਿਰ ਤੈਨੂੰ ਕਾਹਦੀ ਟੈਨਸ਼ਨ ਹੈ? ਤੂੰ ਵੀ ਸ਼ਾਂਤ ਹੋ ਕੇ ਬਹਿ ਜਾ। ਦੁਬਦਾ ਚੁੱਕੀ ਗਈ ਮੇਰੀ। ਠੀਕ ਹੈ ਨੇ, ਜਦ ਮੇਰਾ ਭਰਮ ਦੂਰ ਹੋ ਗਿਆ ਨੇ ਜੀ ਸਾਹਿਬ। ਹਾਂਜੀ ਹਾਂਜੀ, ਦੁਬਦਾ ਦਾ ਮਤਲਬ ਹੈ ਗੁਰਕੀ ਸਾਹਿਬ ਵੀ ਆਪਾਂ ਨੂੰ ਜਿਹੜਾ ਦੂਸਰਾ ਤੀਸਰਾ ਚੌਥਾ ਸਾਰੇ ਨਜ਼ਰ ਆਉਂਦੇ ਆ, ਉਹ ਕਹਿੰਦੇ ਸਾਰਿਆਂ ਦੇ ਵਿੱਚ ਮਾਲਕ ਨਜ਼ਰ ਆ ਗਿਆ। ਇਹੀ ਦੁਬਦਾ ਹੈਗੀ ਬਈ, ਇਹੀ ਦੁਬਦਾ ਹੈ। ਦੋ ਦੂਸਰੇ ਤੇ ਪਹੁੰਚ ਗਿਆ। ਬਾਣੀ ਤਾਂ ਕਹਿੰਦੀ ਇੱਕ ਓਂਕਾਰ, ਬਸ ਇੱਕੋ ਹੀ ਆ ਮਾਲਕ ਪਰਮਾਤਮਾ। ਹਾਂ, ਇੱਕ ਹੀ ਹੈਗਾ ਜੀ, ਇੱਕ ਹੀ ਹੈਗਾ, ਕਿਉਂਕਿ ਇੱਕ ਤੋਂ ਸਿਵਾਏ ਕੋਈ ਵੀ ਨਹੀਂ ਹੈਗਾ। ਬਟ ਇਹ ਹੈ ਕਿ ਜਦੋਂ ਅਸੀਂ ਆਪ ਲੋਕਾਂ ਨੂੰ ਵੇਖਦੇ ਹਾਂ ਤੇ ਫਿਰ ਨਿੱਜਰ ਸਾਹਿਬ ਫਿਰ ਤੇ ਕਰੋੜਾਂ ਨੇ ਹੈਗੇ, ਪਰ ਜਦੋਂ ਅਸੀਂ ਆਪਣੀ ਸੁਰਤੀ ਨੂੰ ਅੰਦਰ ਮੋੜ ਲੈਂਦੇ ਹਾਂ ਤੇ ਫਿਰ ਪਤਾ ਲੱਗਦਾ ਕਿ ਇੱਕ ਹੀ ਹੈਗਾ, ਦੋ ਨਹੀਂ ਹੈਗੇ। ਠੀਕ ਹੈ ਜੀ। ਹਾਂਜੀ। ਤੇ ਅੰਤਰ ਨਾਮ ਵਸਿਆ ਮਨੇ ਆਏ, ਨਾਮ ਵੀ ਅੰਦਰ ਆ ਕੇ ਵਸ ਗਿਆ। ਦੇਖ ਲਓ, ਇਹੀ ਤਾਂ ਦੁਬਿਧਾ ਹੀ ਤੇ ਸੀਗੀ ਜਿਹੜੀ ਹੈਗੀ। ਆਪਾਂ ਬਾਹਰ ਮੁਖੀ ਜਿਹੜੇ ਹੈਗੇ ਸਾਰਾ ਦੂਜਾ ਤੀਜਾ ਸਮਝ ਰਹੇ ਸੀਗੇ। ਜਦ ਦੁਬਿਧਾ ਗਈ, ਇੱਕ ਹੋ ਗਿਆ, ਤੇ ਫਿਰ ਹੁਣ ਵਿਚਾਰ ਕਿਹੜੇ ਪਾਸੇ ਨੂੰ ਜਾਣਗੇ? ਇੱਕ ਤਾਂ ਮਾਲਕ ਹੈਗਾ, ਸਾਰੀ ਜਗ੍ਹਾ ਇੱਕ ਹੈਗਾ, ਤੇ ਇੱਕ ਦੇ ਵਿੱਚ ਕਿਹੜਾ ਵਿਚਾਰ ਕਿੱਧਰ ਨੂੰ ਜਾਊਗਾ? ਆਪਣਾ ਵਿਚਾਰ ਦੱਸ ਦਿਓ। ਵਿਚਾਰ ਤਾਂ ਉਸੇ ਵੇਲੇ ਬੰਦ ਹੋ ਜਾਣੇ ਜਦ ਚਾਰੋਂ ਪਾਸੇ ਇੱਕ ਨਜ਼ਰ ਆ ਗਿਆ ਤੇ। ਹਾਂਜੀ ਵੀਰ। ਹਾਂ, ਬਿਲਕੁਲ ਠੀਕ ਹੈ। ਦੁਬਿਧਾ ਤੇ ਆਪਣੇ ਆਪ ਚੁੱਕੀ ਜਾਣੀ ਹੈ ਜਦੋਂ, ਕਿਉਂਕਿ ਮੈਨੂੰ ਪਤਾ ਲੱਗ ਗਿਆ ਕਿ ਉਹ ਤਾਂ ਪਰਮਾਤਮਾ ਹੀ ਹੈਗਾ। ਤੇ ਫਿਰ ਮੈਂ ਲੋਕਾਂ ਦੀਆਂ ਕੰਪਲੇਂਟਾਂ ਕਰਨੀਆਂ ਬੰਦ ਕਰ ਦਿੱਤੀਆਂ ਨੇ। ਤੇ ਜਿੱਥੇ ਲੋੜ ਪੈ ਰਹੀ ਹੈ, ਮੈਂ ਮਹਿਸੂਸ ਕਰਦਾ ਕਿ ਉੱਥੇ ਜੋ ਵੀ ਕੁਝ ਹੋ ਰਿਹਾ ਜ਼ਰੂਰੀ ਹੈ। ਕਿਉਂਕਿ ਜੇ ਮੇਰੇ ਸਰੀਰ 'ਚ ਵੀ ਕੋਈ ਥੋੜਾ ਬਹੁਤਾ ਨੁਕਸ ਪੈ ਰਿਹਾ ਤੇ ਇਹਦਾ ਮਤਲਬ ਹੈ ਕਿ ਪਰਮਾਤਮਾ ਮੈਨੂੰ ਅਲਾਰਮ ਹੀ ਦੇਣਾ ਚਾਹੁੰਦਾ ਹੈ ਕਿ ਚਰਨਜੀਤ ਵੱਡੀ ਬਿਮਾਰੀ ਆ ਰਹੀ ਹੈ, ਤੂੰ ਆਪਣਾ ਥੋੜਾ ਧਿਆਨ ਦੇ ਲਾ। ਉਹ ਫਿਰ ਜਿਹੜੇ ਛੋਟੇ ਮੋਟੇ ਮੇਰੇ ਜੀਵਨ 'ਚ ਜੇ ਮਾੜੀ ਮੋਟੀ ਗੜਬੜ ਹੁੰਦੀ ਆ, ਇਹਦਾ ਮਤਲਬ ਇਹ ਹੈ ਕਿ ਪਰਮਾਤਮਾ ਮੈਨੂੰ ਅਲਾਰਮ ਦੇ ਰਿਹਾ। ਠੀਕ ਹੈ ਨਿੱਜਰ ਸਾਹਿਬ? ਹਾਂਜੀ ਬਿਲਕੁਲ। ਤੇ ਅਗਲੇ ਬੰਨੇ ਬੋਲੀਏ। ਅੰਤਰ ਨਾਮ, ਹਾਂ ਸੌਰੀ, ਹਾਂ, ਇੱਕ ਅੰਤਰ ਨਾਮ ਵਾਲੀ। ਅੰਤਰ ਨਾਮ ਵਸਿਆ ਮਨ ਆਏ। ਹਾਂ, ਅੰਤਰ ਨਾਮ ਵਸ ਜਾਂਦਾ ਉਹਦੇ। ਇਹੀ ਤਾਂ ਦੁਬਿਧਾ ਹੀ ਤਾਂ ਜਿਹੜੀ ਸੀਗੀ, ਜਿਹੜੀ ਨਾਮ ਨੂੰ ਵਸਣ ਨਹੀਂ ਦੇ ਰਹੀ ਸੀਗੀ। ਇਹ ਅੰਦਰ ਨਾਮ ਵਸ ਗਿਆ, ਜਿਹੜੇ ਨਾਮ ਪਦਾਰਥ ਚਾਹੀਦਾ ਸੀ ਪਹੁੰਚ ਗਿਆ ਉੱਥੇ। ਹਾਂਜੀ ਕੋਲ। ਹਾਂ, ਤੇ ਫਿਰ ਕੀ ਹੋ ਗਿਆ ਕਿ ਮੇਰੇ ਅੰਦਰ ਮੇਰਾ ਨਾਮ ਵਸ ਗਿਆ, ਕਿਉਂਕਿ ਦੁਬਿਧਾ ਦੂਰ ਹੋ ਗਈ ਨਾ। ਬਿਲਕੁਲ। ਦੁਬਿਧਾ ਦੇ ਕਰਕੇ ਤੇ ਮੈਂ ਉਹ ਨਾਮ ਆ ਨਹੀਂ ਰਿਹਾ ਸੀ, ਕਿਉਂਕਿ ਅੰਦਰ ਸੀ ਉਹ, ਪਰ ਉਹ ਵਸ ਨਹੀਂ ਰਿਹਾ ਸੀ। ਉਹ ਆਉਂਦਾ ਸੀ, ਮੈਨੂੰ ਰੋੜ ਦਿੰਦਾ ਸੀ ਲੋਕਾਂ ਦੀ ਚੁਗਲੀ ਕਰਨ 'ਚ, ਲੋਕਾਂ ਦੀ ਨਿੰਦਿਆ ਕਰਨ 'ਚ, ਲੋਕਾਂ ਦੇ ਕਹਿਣ ਤੇ ਮੈਂ ਕੀ ਕਰਦਾ ਸਾਂ,
मैं कूलर चालू कर लेना, एसी बंद कर देना, ते मैनू ज्ञान हो गया। फिर क्यों ज्ञान हो गया ते मेरा की हो गया, अंतर नाम वत मन आए, मेरे अंतराकरण च मैनू सुख वस गया। मेरे दुख ते सी हुण जिद्दां हुण मेरी कार दे विच रूम हीटर भी हैगा ते एसी भी हैगा, मैं जान के मैं हीटर चालू करके बैठा रवां ते ओहदे च कंपनी वाले ने थोड़ी कहना कि बई कि उन्होंने कहना तेरे दोनों ऑप्शन दिते सी, पर चालू केड़ा करना ये तेरी अकल चाहिदी है। ठीक है निजर साहब? बिल्कुल ठीक है जी। ਅੱਗੇ ਹੁਣ ਅੱਗੇ ਚੱਲੀਏ। ਸੇ ਕੰਠ ਲਾਏ ਜੇ ਭੰਨ ਕਢਾਏ, ਕਹਿੰਦੇ ਇਹ ਸਾਰਾ ਕੁਝ ਉਹਦੇ ਤੇ ਹੋਣਾ ਆ, ਉਹ ਮਾਲਕ ਪਰਮਾਤਮਾ ਨੂੰ ਉਹਨੂੰ ਆਪਣੇ ਗਲ ਨਾਲ ਲਾਉਣਾ ਆ, ਜਿਹਨੇ ਜਿਹੜਾ ਹੈਗਾ ਇਹ ਭੰਨ ਕੇ ਘੜ ਲਿਆ ਆਪਣੇ ਆਪ ਨੂੰ, ਆਪਣਾ ਸੁਭਾਅ ਬਦਲ ਲਿਆ, ਆਪਣੀਆਂ ਲੀਹਾਂ ਮਿਟਾ ਦਿੱਤੀਆਂ, ਜਿਹੜੀਆਂ ਸੰਸਕਾਰ ਕਾਰਨ ਸੀ ਜਿਹੜਾ ਬਣਿਆ ਹੋਇਆ ਸੀਗਾ, ਜਿਹਨੇ ਆਪਣੇ ਆਪ ਤੋਂ ਜਿਹੜਾ ਹੈਗਾ ਇਹ ਸਾਰਾ ਜਿਹੜਾ ਐਕਸੈਸ ਪੱਥਰ ਜਿਹੜਾ ਹੈਗਾ ਛੈਣੀ ਹਥੌੜੇ ਦੇ ਨਾਲ, ਧਿਆਨ ਸਿਮਰਨ ਦੇ ਛੈਣੀ ਹਥੌੜੇ ਦੇ ਨਾਲ ਜਿਹੜਾ ਹੈਗਾ ਪਰੇ ਕਰ ਦਿੱਤਾ। ਸੁਰਤ ਮਤ ਮਨ ਬੁੱਧ ਇਹ ਚਾਰੋਂ ਚੀਜ਼ਾਂ ਨੂੰ ਘੜ ਲਿਆ ਜਿਹਨੇ। ਇਹ ਦੁਬਦਾ ਜਿਹੜੀ ਦੁਬਦਾ ਹੈ ਹੀ ਇਸੇ ਚੀਜ਼ ਦੇ ਨਾਲ, ਔਰ ਇਹ ਜਿਹੜੀ ਹੈ ਘੜ ਲਿਆ ਉਹਨੇ ਆਪਣੇ ਆਪ ਨੂੰ ਬਣਾ ਲਿਆ, ਉਹਦੇ ਕਾਬਲ ਬਣਾ ਲਿਆ ਪਰਮਾਤਮਾ ਦੇ ਜਿਹੜੇ ਨਾਮ ਅੰਦਰ ਵਸਣ ਦੇ, ਔਰ ਮਾਲਕ ਪਰਮਾਤਮਾ ਦੇ ਆਪਣੇ ਗਲ ਨਾਲ ਲਾਉਣ ਦੇ। ਨਾਨਕ ਜੋ ਤੁਰ ਮਿਲੇ ਸੇ ਹੁਣ ਆਣ ਮਿਲਾਏ, ਕਹਿੰਦੇ ਜਿਹੜੇ ਪਹਿਲਾਂ ਵੀ ਜਿਨ੍ਹਾਂ ਨੇ ਯਾਤਰਾ ਕੀਤੀ ਸੀ ਪਰ ਨਹੀਂ ਪੂਰੀ ਹੋਈ, ਜਿਹੜਾ ਹੈਗਾ ਕੋਈ ਕਾਰਨਵਸ਼ ਮਾਲਕ ਜਾਣਦਾ ਹੈ, ਕਹਿੰਦੇ ਉਹ ਹੁਣ ਵੀ ਜਿਹੜਾ ਹੈਗਾ ਉਹਨਾਂ ਨੂੰ ਜਿਹੜਾ ਹੈਗਾ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਆਪਣੇ ਨਾਲ ਮਿਲਾ ਦਿੰਦਾ ਹੈ, ਅੱਗੇ ਉਹਨਾਂ ਦੀ ਯਾਤਰਾ ਪੂਰੀ ਹੋ ਜਾਂਦੀ ਹੈ। ਜਾਂ ਇਹਨੂੰ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ, ਜਿਹੜੇ ਧੁਰੇ ਦੇ ਨਾਲ ਮਿਲੇ ਹੋਏ ਆ, ਜੋ ਧੁਰੇ ਮਿਲੇ ਸੇ ਹੁਣ ਆਣ ਮਿਲਾਏ, ਪਰ ਇਹ ਜਿਹੜੀ ਹੈ ਇਸ ਤੋਂ ਪਹਿਲੀ ਵਾਲੀ ਜਿਹੜੀ ਆ ਉਹ ਸਹੀ ਹੈਗੀ ਆ, ਕਿਉਂਕਿ ਜਿਹੜੇ ਪਹਿਲਾਂ ਜਿਨ੍ਹਾਂ ਨੇ ਯਾਤਰਾ ਕੀਤੀ ਹੈ ਔਰ ਥੋੜੀ ਰਹਿੰਦੀ ਹੈ, ਉਹਨਾਂ ਨੂੰ ਹੁਣ ਜਿਹੜਾ ਹੈਗਾ ਮਾਲਕ ਪਰਮਾਤਮਾ ਨੇ ਚਾਂਸ ਦੇ ਕੇ ਔਰ ਉਹਨਾਂ ਦਾ ਪੂਰਾ ਕਰਾ ਦਿੰਦਾ। ਹਾਂਜੀ ਵੀਰ। ਹਾਂਜੀ ਠੀਕ ਹੈ ਨਿੱਜਰ ਸਾਹਿਬ, ਤੁਹਾਡੇ ਨਾਲ ਥੋੜਾ ਜਿਹਾ ਫਰਕ ਪਵੇਗਾ। ਨਹੀਂ ਬਹੁਤ ਵਧੀਆ ਜੀ ਗੁਰਕੀ ਸਾਹਿਬ, ਮੈਂ ਇਹ ਤਾਂ ਬਹੁਤ ਇਹ ਤਾਂ ਚਾਹੀਦਾ ਹੈ ਮੈਨੂੰ। ਹਾਂ ਠੀਕ ਹੈ ਜੀ। ਇਹ ਸਾਧ ਸੰਗਤ ਜੀ ਬਾਣੀ ਇੱਥੇ ਕੀ ਕਹਿਣਾ ਚਾਹੁੰਦੀ ਆ, ਕਹਿੰਦੇ ਸੇ ਕੰਠ ਲਾਏ ਜੇ ਭੰਨ ਕਢਾਏ। ਉਹ ਕਹਿੰਦੇ ਕਿ ਉਹਨਾਂ ਨੂੰ ਉਹ ਲਾ ਲੈਂਦਾ ਗਲੇ ਨਾਲ ਜਿਨ੍ਹਾਂ ਨੇ ਆਪਣੀ ਕਾਰ ਦੇ ਵਿੱਚ ਹਵਾ ਭਰ ਲਈ, ਕਿਉਂਕਿ ਹਵਾ ਨਹੀਂ ਹੈਗੀ ਸੀ ਨਾ, ਅਗਿਆਨ ਸੀ, ਅਗਿਆਨ ਦੂਰ ਕਰ ਲਿਆ ਤੇ ਉਹ ਕੀ ਹਵਾ ਭਰੀ ਗਈ ਤੇ ਗੱਡੀ ਸਾਫ਼ ਸੁਥਰੀ ਚੱਲਣ ਡਿਆ ਵੀ ਹੁਣ ਖੱਡਿਆਂ ਖੁੱਡਾਂ ਚ ਤਾਂ ਕੋਈ ਕੁਝ ਨਹੀਂ ਆ। ਤੇ ਫਿਰ ਅੱਗੇ ਕੀ ਕਹਿੰਦੀ ਆ ਕਿ ਜਦੋਂ ਤੂੰ ਔਗਣਾਂ ਦਾ ਤਿਆਗ ਕਰਦਾ, ਜਿਹੜੇ ਔਗਣ ਤੇਰੇ ਸੀ ਨਹੀਂ, ਉਹ ਤੇ ਕਿਸੇ ਨੇ ਤੇਰੇ ਤੇ ਕੋਲਾ ਅੱਗ ਦਾ ਚੰਗਿਆੜਾ ਸੁੱਟਿਆ ਤੇ ਤੂੰ ਆਪਣੇ ਚੰਗਿਆੜੇ ਸੁੱਟਣੇ ਸ਼ੁਰੂ ਕਰਤੇ, ਉਹ ਤੂੰ ਬੰਦ ਕਰਤਾ, ਤੇ ਫਿਰ ਤੇ ਉਹ ਤਾਂ ਮਤਲਬ ਇਹੋ ਹੀ ਹੋ ਗਿਆ ਕਿ ਤੇਰਾ ਸੁਭਾਅ ਜਿਹੜਾ ਹੈਗਾ ਵਾ ਜੇ ਤੂੰ ਆਪ ਸ਼ਾਂਤੀ ਨਾਲ ਰਹਿ ਸਕਦਾ, ਤੈਨੂੰ ਕੋਈ ਡਿਸਟਰਬ ਨਹੀਂ ਕਰ ਸਕਦਾ, ਕਿਉਂਕਿ ਤੂੰ ਆਪਣੇ ਔਗਣਾਂ ਦਾ ਤੂੰ ਤਿਆਗ ਕਰ ਦਿੱਤਾ। ਕਿਉਂਕਿ ਔਗਣ ਜਿਹੜੇ ਸੀ ਉਹ ਅਗਿਆਨ ਦੇ ਕਰਕੇ ਸੀ, ਉਹ ਸਾਰੀ ਖਿੱਚ ਤੂੰ ਹੀ ਜਿਹੜੀ ਹੋ ਰਹੀ ਉਹ ਬੰਦ ਹੋ ਗਈ। ਤੇ ਫਿਰ ਅਗਲੇ ਬੰਨੇ ਕੀ ਕਹਿ ਰਹੇ ਨੇ, ਵੈਸੇ ਮੇਰੇ ਹਿਸਾਬ ਨਾਲ, ਬਾਕੀ ਨਿੱਜਰ ਸਾਹਿਬ ਤੁਸੀਂ ਵੀ ਵੇਖ ਲਿਓ, ਕਹਿੰਦੇ ਨਾਨਕ ਸੋ ਧੁਰ ਮਿਲੇ ਜੋ ਧੁਰੇ ਮਿਲੇ ਸੇ ਹੁਣ ਆਣ ਮਿਲਾਏ, ਕਹਿੰਦੇ ਜਿਹੜੇ ਪਹਿਲਾਂ ਹਾਂਜੀ ਪਹਿਲਾਂ ਤਾਂ ਨਿੱਜਰ ਸਾਹਿਬ ਇੱਥੋਂ ਕਹਿਣ ਤੋਂ ਭਾਵ ਆ ਕਿ ਪਹਿਲਾਂ ਵੀ ਤਾਂ ਪਰਮਾਤਮਾ ਦੇ ਅੰਦਰ ਹੀ ਆ ਆਪਾਂ ਵੱਖ ਥੋੜੀ ਆ ਪਰਮਾਤਮਾ ਤੋਂ, ਪਰ ਆਪਾਂ ਅਗਿਆਨ ਦੇ ਕਰਕੇ ਉਹ ਚੀਜ਼ ਨੂੰ ਭੁੱਲ ਗਏ ਸੀ। ਪਰ ਆਪਾਂ ਜਿੱਦਾਂ ਕਹਿੰਦੇ ਕਿ ਮਛਲੀ ਸਮੁੰਦਰ ਦੇ ਵਿੱਚ ਹੈਗੀ ਆ, ਪਰ ਉਹਨੂੰ ਪਤਾ ਉਹ ਭੁੱਲ ਗਈ, ਉਹ ਕਹਿੰਦੀ ਆ ਕਿ ਮੈਂ ਸਮੁੰਦਰ ਕਿੱਥੇ ਜੀਵਨ ਭਰ ਲੱਭਦੀ ਰਹਿੰਦੀ ਆ। ਹੁਣ ਦੇਖੋ ਜਦੋਂ ਆਪਾਂ ਨੂੰ ਆਤਮ ਗਿਆਨ ਪ੍ਰਾਪਤ ਹੋ ਜਾਂਦਾ ਤੇ ਅਸੀਂ ਤੇ ਆਲਰੇਡੀ ਬ੍ਰਹਮ ਦੇ ਅੰਦਰ ਬਹੁਤ ਵਧੀਆ ਜੀ, ਹੁਣ ਮਿਲ ਗਏ ਆ। ਉਹ ਮਤਲਬ ਮਿਲ ਗਏ ਮਤਲਬ ਕਿ ਮੇਰੇ ਤੇ ਪਹਿਲਾਂ ਹੀ ਸੀ, ਪਰ ਅਗਿਆਨ ਦੇ ਕਰਕੇ ਪਤਾ ਹੀ ਨਹੀਂ ਸੀ ਸਾਨੂੰ, ਆਪਾਂ ਨੂੰ ਨਹੀਂ ਪਤਾ ਲੱਗ ਗਿਆ। ਆਪਾਂ ਨੂੰ ਨਹੀਂ ਪਤਾ ਸੀਗਾ। ਬਹੁਤ ਵਧੀਆ ਗੋਠੀ ਸਾਹਿਬ, ਕਿਆ ਕਮਾਲ ਦਾ ਤੁਸੀਂ ਗੱਲ ਪੇਸ਼ ਕੀਤੀ ਹੈ, ਮੈਂ ਤਾਂ ਨਤਮਸਤਕ ਹਾਂ ਜੀ, ਬਹੁਤ ਕਮਾਲ ਕੀਤਾ, ਬਹੁਤ ਵਧੀਆ। ਤੇ ਵੇਖੋ ਬਾਣੀ ਚ ਦੋ ਵਾਰੀ ਕਹਿੰਦੇ ਆ ਕਿ ਧੁਰ ਮਿਲੇ, ਪਹਿਲਾਂ ਵੀ ਮਿਲਿਆ ਸਾਂ ਹੁਣ ਆਣ ਮਿਲਿਆ, ਮੈਨੂੰ ਪਤਾ ਨਹੀਂ ਸੀਗਾ, ਪਹਿਲਾਂ ਵੀ ਮਿਲਿਆ ਸੀ ਮੈਂ। ਨਿੱਜਰ ਸਾਹਿਬ ਸਹੀ ਹੈ, ਮੈਂ ਕਿਹਾ ਵੀ ਮੈਨੂੰ ਪਤਾ ਨਹੀਂ ਸੀਗਾ, ਵੀ ਮੈਂ ਤਾਂ ਵਿਛੜਿਆ ਸਮਝ ਰਿਹਾ ਸੀਗਾ, ਮੈਂ ਤਾਂ ਮਾਲਕ ਨਾਲ ਵੈਸੇ ਮਿਲਿਆ ਹੋਇਆ ਸੀਗਾ, ਪਰਮਾਤਮਾ ਨੇ ਹੁਣ ਮਿਲਾ ਲਿਆ, ਫਿਰ ਦੋਨੋਂ ਪਾਸੇ ਬੋਥ ਵੇ ਕਮਿਊਨੀਕੇਸ਼ਨ ਹੋ ਗਿਆ ਹੁਣ। ਉਹ ਪਰਮਾਤਮਾ ਕੋਈ ਸਾਡੇ ਕਹਿੰਦਾ ਰੱਬ ਤੇ ਤੂੰ ਵੱਖ ਨਹੀਂ, ਤੇਰੀ ਵੇਖਣ ਵਾਲੀ ਅੱਖ ਨਹੀਂ, ਕਿੱਥੇ ਲੱਭਦਾ ਫਿਰਦਾ ਵਾ ਕੋਈ ਭੋਲਿਆ। ਜੇ ਤੇਰੇ ਕਰਕੇ ਕੋਈ ਬੰਦਾ ਰੋਟੀ ਖਾ ਰਿਹਾ ਵਾ, ਪਰਮਾਤਮਾ ਉਹ ਚ ਖੁਸ਼ ਆ, ਪਰ ਜੇ ਤੂੰ ਕਿਸੇ ਦੀ ਰੋਟੀ ਖੋਲੀ ਨਾ, ਇਹ ਕੋਈ ਚੰਗੀ ਚੀਜ਼ ਨਹੀਂ, ਕੋਈ ਬੜੀ ਮਾੜੀ ਚੀਜ਼। ਤੇ ਪਰਮਾਤਮਾ ਉਹ ਵੀ ਵੇਂਦਾ ਪਿਆ, ਕਹਿੰਦਾ ਬੇਸ਼ੱਕ ਤੂੰ ਮਾੜੇ ਕਰਮ ਕਰਦਾ ਹੈ, ਤੈਨੂੰ ਨਹੀਂ ਪਤਾ ਮਾੜਾ ਕਰਮ ਹੈ,
ਪਰ ਤੈਨੂੰ ਪਤਾ ਹੋਣਾ ਚਾਹੀਦਾ ਕਿ ਗ੍ਰੰਥਾਂ 'ਚ ਕੀ ਲਿਖਿਆ ਮਾੜੇ ਕਰਮ ਦੇ ਬਾਰੇ, ਉਹਨਾਂ ਨੂੰ ਪੜ੍ਹ ਲੈ। ਠੀਕ ਹੈ ਨਿੱਜਰ ਸਾਹਿਬ? ਬਿਲਕੁਲ ਠੀਕ ਹੈ ਜੀ। ਆ ਤੁਕ ਮੈਂ ਨਾ ਬਾਲਾ ਸਾਹਿਬ ਕਹਿੰਦੇ ਕਿ ਉਹ 1 ਸੈਕਿੰਡ ਲੱਗਣੀ ਹੈ, ਤੁਕ ਮੈਂ ਬੋਲਾਂਗਾ। ਕਹਿੰਦਾ ਨੰਗਾ ਦੋਜਕ ਚਾਲਿਆ ਤਾਂ ਤਿਸੇ ਖਰਾ ਡਰਾਵਣਾ। ਹਾਂ ਬਿਲਕੁਲ ਠੀਕ ਹੈ ਜੀ। ਕਰ ਆਉਗਨ ਪਛਤਾਵਣਾ। ਹਾਂ ਤੇ ਦੇਖ ਲਓ ਕਹਿੰਦੇ ਕਿ ਉਹ ਜਦੋਂ ਆਪਾਂ ਦੋਜਕ ਜਾਣਾ ਵਾ ਤੇ ਕਹਿੰਦੇ ਆ ਕਿ ਬੜਾ ਬੰਦਾ ਡਰਾਵਣਾ ਲੱਗਦਾ, ਬੜਾ ਬੰਦਾ ਖਤਰਨਾਕ ਲੱਗਦਾ, ਕਿਉਂਕਿ ਸਵਾਈ ਤੇ ਸਵਾਈ ਚੁੱਕੀ ਉਹਨੇ। ਸਾਰੇ ਔਗਣ ਓਪਨ ਹੋ ਜਾਂਦੇ। ਹਾਂਜੀ, ਸਾਰੇ ਔਗਣ ਜਿਹੜੇ ਹੈਗੇ ਡਿਸਪਲੇ ਹੋ ਜਾਂਦੇ ਆ ਸਾਰੇ ਦੇ ਸਾਰੇ। ਹਾਂ ਤੇ ਵੇਖ ਲਓ। ਬਾਕੀ ਨਿੱਜਰ ਸਾਹਿਬ ਮੈਂ ਤੇ ਕਹਿੰਦਾ ਕਿ ਜਿੰਨੀ ਜ਼ਿਆਦਾ ਸਵਾਹ ਤੁਹਾਡੀ ਪੰਡ 'ਚ ਹੈਗੀ ਨਾ, ਓਨਾ ਹੀ ਤੁਸੀਂ ਥੱਲੇ ਜਾਣਾ ਜੀ। ਮੈਂ ਤੇ ਮਹਿਸੂਸ ਕਰਦਾ ਕਿ ਗਰਭ ਮੰਡਲ ਇੱਕ ਖੂਹ ਆ, ਤੇ ਜਿੰਨੀ ਭਾਰੀ ਪੰਡ ਆ ਨਾ ਅਸੀਂ ਉਹਨਾਂ ਥੱਲੇ ਚੱਲ ਜਾਣਾ। ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। 84 ਲੱਖ ਪੰਡ ਖਤਮ ਹੋਈ, ਉਹ ਭੋਗ ਭੋਗ ਕੇ ਭੋਗੀ ਜੂਨੀਅਰ 'ਚ ਖਤਮ ਹੋਈ ਜਾਊਗੀ, ਪੰਡ ਹੌਲੀ ਹੋਈ ਜਾਊਗੀ। ਜਦੋਂ ਪੰਡ ਬਿਲਕੁਲ ਖਾਲੀ ਹੋ ਗਈ ਅਸੀਂ ਤਰ ਕੇ ਉੱਤੇ ਆ ਜਾਣਾ। ਹਾਂ ਬਸ ਇਹੀ ਕੁਛ ਹੈਗਾ। ਠੀਕ ਹੈ, ਰੱਬ ਦੇ ਰੱਬ ਹੀ ਹੱਦਣਾ ਕਿ ਚਰਨਜੀਤ ਆਪਣੇ ਆਈਡੀਆ ਲਾਈ ਜਾਂਦਾ ਬੈਠਾ ਬੈਠਾ। ਹਾਂਜੀ ਨਿੱਜਰ ਸਾਹਿਬ ਅੱਗੇ ਬਿਲਕੁਲ ਸਹੀ ਹੈ ਜੀ। ਮੰਨ ਲਾ ਰੱਬ ਸਾਡੇ ਨੂੰ ਵੀ ਸੋਚਦਾ ਵਾ, ਪਲੈਨਿੰਗ ਤੇ ਸਾਡੇ ਵੀ ਥੋੜੀ ਬਹੁਤੀ ਹੈ ਹੀ ਹੈ ਨਾ, ਆਪਾਂ ਛੋਟੇ ਹੈਗੇ ਆ, ਪਰ ਡਿਜ਼ਾਈਨਿੰਗ ਤੇ ਸਾਡੇ ਨੂੰ ਚੱਲਦੀ ਹੋਊਗੀ ਨਾ ਥੋੜੀ ਬਹੁਤੀ। ਹਾਂ ਬਿਲਕੁਲ ਠੀਕ ਹੈ ਜੀ। ਨਹੀਂ ਤਾਂ ਦੇਖੋ 84 ਲੱਖ ਜੂਨਾਂ ਜਸਟੀਫਾਈ ਨਹੀਂ ਹੁੰਦੀਆਂ ਨਾ। ਹਾਂਜੀ ਚਲੀਏ ਅੱਗੇ ਚਲੀਏ। ਮਹੱਲਾ ਤੀਜਾ, ਜਿਨੀ ਨਾਮ ਵਿਸਾਰਿਆ ਕਿਆ ਜਪ ਜਾਪੇ ਹੋਰ। ਲਓ ਦੇਖੋ ਇੱਕ ਹੁਣ ਆ ਵੀ ਚੀਜ਼ ਆ ਗਈ। ਕਹਿੰਦੇ ਦੇਖ ਲਾ ਪਿਆਰਿਆ, ਇੱਕ ਹੋਰ ਜਿਹੜੀ ਹੈਗੀ ਆ, ਇਹ ਗੇਮ ਨੂੰ ਹੋਰ ਮਾਲਕ ਨੇ ਹਾਰਡ ਬਣਾਤਾ ਹੈ। ਇਹਦੇ ਵਿੱਚ ਇੱਕ ਤਾਂ ਧਿਆਨ, ਇੱਕ ਲਿਵ ਵਾਲਾ ਰਸਤਾ ਹੈ, ਇੱਕ ਮਾਇਆ ਵਾਲਾ ਰਸਤਾ ਹੈ। ਕਹਿੰਦੇ ਲਿਵ ਵਾਲੇ ਰਸਤੇ ਤੇ ਉੱਤੇ ਵੀ ਜਿਹੜਾ ਹੈਗਾ ਮੈਂ ਇੱਕ ਐਸੀ ਚੀਜ਼ ਪਾਈ ਹੋਈ ਆ, ਕਰਮ ਕਾਂਡ, ਜਿਹੜਾ ਕਿ ਬੰਦਾ ਸਮਝਦਾ ਹੈ ਮੈਂ ਬਿਲਕੁਲ ਜਿਹੜਾ ਭਗਤੀ ਕਰ ਰਿਹਾ ਹਾਂ, ਬਸ ਉਹ ਕਹਿੰਦਾ ਮੈਂ ਤਾਂ ਪੂਰੀ ਭਗਤੀ ਕਰ ਰਿਹਾ, ਮੈਂ ਤਾਂ ਜਿਹੜਾ ਰੱਬ ਦੀ ਗੋਦ 'ਚ ਜਾਣਾ, ਸਿੱਧਾ ਜਾਣਾ ਹੈ, ਮੈਂ ਜੋ ਕੁਛ ਕਰ ਰਿਹਾ ਹੈ ਬਸ ਉਹਨੂੰ ਇਹੀ ਜਿਹੜਾ ਹੈਗਾ ਮੁਗਾਲਤਾ ਰਹਿੰਦਾ ਹੈ ਭਾਈ। ਉਹ ਗਾਲਿਬ ਸਾਹਿਬ ਦਾ ਸ਼ੇਰ ਹੈਗਾ, ਗਾਲਿਬ ਦਿਲ ਬਹਿਲਾਨੇ ਕੇ लिए ਖਿਆਲ ਅੱਛਾ ਹੈ। ਕਹਿੰਦੇ ਭਾਈ ਆਹ ਚੀਜ਼ ਹੈਗੀ ਆ, ਜਿਨੀ ਨਾਮ ਵਿਸਾਰਿਆ ਕਿਆ ਜਪ ਜਾਪੇ ਹੋਰ। ਕਹਿੰਦੇ ਨਾਮ ਨੂੰ ਭੁਲਾ ਦਿੱਤਾ, ਧਿਆਨ ਸਿਮਰਨ ਨੂੰ ਭੁਲਾ ਦਿੱਤਾ। ਕਹਿੰਦੇ ਕਿਹੜੇ ਪਾਸੇ ਲੱਗੇ ਹੋਏ ਆ ਭਾਈ, ਕਿਹੜਾ ਜਪ ਜਪ ਰਹੇ ਆ, ਕੀ ਕਰ ਰਹੇ ਆ ਉਹ। ਕਹਿੰਦੇ ਦੇਖੋ ਅਗਲੀ ਤੁਕ ਬਹੁਤ ਹੀ ਹਾਰਡ ਹੈਗੀ ਆ। ਵਿਸ਼ਟਾ ਅੰਦਰ ਕੀਟ ਸੇ ਮੁੱਠੇ ਤੰਦੇ ਚੋਰ। ਕਹਿੰਦੇ ਉਹ ਮਾਇਆ ਦੇ ਵਿੱਚੋਂ ਨਹੀਂ ਨਿਕਲ ਸਕਦੇ। ਜਿਹੜੀ ਮਾਇਆ ਜਿਹੜੀ ਮਾਲਕ ਪਰਮਾਤਮਾ ਨੇ ਇੰਨੀ ਜ਼ਿਆਦਾ ਸਟਰੋਂਗ ਮਾਇਆ ਪਾਈ ਹੋਈ ਆ, ਕਹਿੰਦੇ ਇਹਦੇ ਵਿੱਚ, ਇਹਦੇ ਧੰਦਿਆਂ ਦੇ ਵਿੱਚ ਜਿਹੜੀ ਹੈ ਇਹ ਚੋਰਟੀ ਤੋਂ ਜਿਹੜੀ ਚੁਰਾ ਰਹੀ ਆ, ਧੰਦਿਆਂ ਦੇ ਰੂਪ ਦੇ ਵਿੱਚੋਂ ਆਪਣੇ ਸਵਾਸ ਲੈ ਜਾਂਦੀ ਆ, ਜਿਹੜਾ ਪੂਰਾ ਟੈਕਸ ਲੈ ਜਾਂਦੀ ਆ, ਆਪਣੇ ਜਿੰਨੇ ਵੀ ਸਵਾਸ ਹੈਗੇ ਆਪਣੀ ਉਮਰ ਸਾਰੀ ਖਾ ਲੈਂਦੀ ਆ। ਕਹਿੰਦੇ ਇਹਦੇ ਵਿੱਚੋਂ ਨਹੀਂ ਨਿਕਲ ਸਕਦੇ। ਉਹ ਤਾਂ ਇਸ ਤਰ੍ਹਾਂ ਹੈਗੇ ਜਿਵੇਂ ਜਿਹੜਾ ਹੈ ਨਾ ਗੰਦਗੀ ਦੇ ਵਿੱਚ ਕੀੜਾ ਕੁਲਬੁਲ ਕਰਦਾ ਹੈ। ਕਹਿੰਦਾ ਬਿਸ਼ਟਾ ਅੰਦਰ, ਬਿਸ਼ਟਾ ਕਹਿੰਦੇ ਗੰਦਗੀ, ਲੈਟਰਿਨ, ਕਹਿੰਦੇ ਉਹਦੇ ਵਿੱਚ ਕੀੜਾ ਹੈਗਾ ਉਹ। ਬਿਸ਼ਟਾ ਅੰਦਰ ਕੀਟ ਸੇ ਮੁੱਠੇ ਧੰਦੇ ਚੋਰ। ਕਹਿੰਦੇ ਠੱਗਿਆ ਗਿਆ। ਉਹਨੇ ਕੁਛ ਵੀ ਨਹੀਂ ਕਮਾਈ ਕੀਤੀ, ਮਾਇਆ ਤੋਂ ਬਾਹਰ ਹੀ ਨਹੀਂ ਨਿਕਲਿਆ, ਬਿਸ਼ਟਾ ਚੋਂ ਬਾਹਰ ਹੀ ਨਹੀਂ ਨਿਕਲ ਪਾਇਆ। ਜਿਨੀ ਨਾਮ ਵਿਸਾਰਿਆ ਕਿਆ ਜਪ ਜਾਪੇ ਹੋਰ। ਦੇਖ ਲਓ ਭਾਈ ਤੀਸਰੀ ਪਾਤਸ਼ਾਹੀ ਕਹਿ ਰਹੀ ਹੈ, ਕਿਤੇ ਨਹੀਂ ਨਾ ਸਮਝਣਾ ਵੀ ਸਾਡੇ ਉੱਤੇ ਨਾ ਲਾ ਦੇਣਾ। ਜਿਨੀ ਨਾਮ ਵਿਸਾਰਿਆ ਕਿਆ ਜਪ ਜਾਪੇ ਹੋਰ, ਬਿਸ਼ਟਾ ਅੰਦਰ ਕੀਟ ਸੇ ਮੁੱਠੇ ਧੰਦੇ ਚੋਰ। ਨਾਨਕ ਨਾਮ ਨਾ ਵਿਸਰੈ ਝੂਠੇ ਲਾਲਚ ਹੋਰ। हे ਮੇਰੇ ਮਾਲਕਾ, ਦੇਖੋ ਤੀਸਰੀ ਪਾਤਸ਼ਾਹੀ ਪਰਮਾਤਮਾ ਦੇ ਅੱਗੇ ਬੇਨਤੀ ਕਰ ਰਹੀ ਆ ਕਿ हे ਮੇਰੇ ਮਾਲਕਾ, ਮੈਨੂੰ ਨਾਮ ਨਾ ਵਿਸਰ ਜਾਏ ਕਿਤੇ ਮੈਂ ਇਹ ਲਾਲਚ ਦੇ ਵਿੱਚ, ਹੋਰ ਝੂਠੇ ਧੰਦਿਆਂ ਦੇ ਵਿੱਚ ਤੈਨੂੰ ਨਾ ਭੁਲਾਦਾ ਮਾਲਕਾ, ਤੈਨੂੰ ਨਾ ਭੁਲਾਦਾ। ਹਾਂਜੀ ਗੁਰਕੀ ਸਾਹਿਬ। ਹਾਂਜੀ ਬਿਲਕੁਲ ਠੀਕ ਹੈ ਨਿੱਜਰ ਸਾਹਿਬ। ਪਹਿਲੀ ਤੋਂ ਬੋਲਦੇ ਜਿਨੇ ਨਾਮ ਵਿਸਾਰਿਆ ਕਿਆ ਜਪ ਜਾਪੇ ਹੋਰ। ਕਿਆ ਜਪ ਜਾਪੇ ਹੋਰ ਜਾਪੇ। ਉਹ ਇਹਦਾ ਮਤਲਬ ਇਹੋ ਹੀ ਆ ਕਿ ਵੀ ਬਾਕੀ ਕਰਮ ਕਾਂਡ ਕੀ ਕਰੀ ਜਾ ਰਹੇ, ਕੀ ਹੋਰ ਕੀ ਜਪ ਰਹੇ ਹੋ, ਕੀ ਕਰ ਰਹੇ ਆ ਉਹ। ਮਾਇਆ ਨੂੰ ਜਪ ਰਹੇ, ਹੋਰ ਕੀ ਕਰ ਰਹੇ ਹੋ। ਅੱਛਾ ਵਿਸਾਰਿਆ ਦਾ ਮਤਲਬ ਕੀ ਹੈ? ਭੁਲਾ ਦਿੱਤਾ, ਵਿਸਾਰ ਦਿੱਤਾ, ਵਿਸਰ ਗਈ, ਮੈਨੂੰ ਵਿਸਰ ਗਿਆ। ਹਾਂਜੀ ਠੀਕ ਹੈ। ਹੁਣ ਕਹਿੰਦੇ ਆ ਕਿ ਕਈ ਲੋਕ ਏਦਾਂ ਦੇ ਹੁੰਦੇ ਆ, ਉਹ ਕਹਿੰਦੇ ਆ ਕਿ ਨਾਮ ਵਿਸਾਰ ਦਿੰਦੇ ਨੇ ਉਹ, ਕਈ ਕੀ ਬਹੁਤ ਸਾਰੇ, ਕਈ ਮੈਜੋਰਟੀ ਤਾਂ ਇਹੀ ਹੈ, ਬਹੁਤ ਸਾਰੇ। ਮੈਜੋਰਟੀ ਹੈ, ਮੈਜੋਰਟੀ ਵਿਸਾਰਨ ਵਾਲੀ।
ਕਾਫੀ ਜ਼ਿਆਦਾ ਲੋਕ ਨੇ ਉਹ ਨਾਮ ਨੂੰ ਵਿਸਾਰ ਦਿੰਦੇ ਨੇ। ਉਹ ਕਹਿੰਦੇ ਕਿ ਉਹ ਜਪ ਤਪ ਕਰੀ ਜਾਂਦੇ ਜੋ, ਕੀ ਅੱਖਾਂ ਬੰਦ ਕਰੀ ਜਾਂਦੇ ਜੋ, ਕੀ ਧਿਆਨ ਸਿਮਰਨ, ਕਿਹੜਾ ਪਰਮਾਤਮਾ, ਕਿੱਥੇ ਜਾਣਾ, ਕੀ ਹਿਸਾਬ ਕਿਤਾਬ ਕਹਿੰਦੇ ਨੇ ਲੋਕ। ਪਰ ਬਾਣੀ ਉਹਨਾਂ ਨੂੰ ਕਹਿੰਦੇ ਆ ਕਿ ਉਹ ਲੋਕ ਫਿਰ ਪਛਤਾਉਂਦੇ ਆ ਅੰਤ ਵੇਲੇ। ਪਛਤਾਉਣਾ ਪੈਂਦਾ ਕਿ ਅੰਤ ਵੇਲੇ ਕੀ ਪਛਤਾਉਣਾ। ਨਿੱਜਰ ਸਾਹਿਬ ਉਹਨਾਂ ਦਾ ਜੀਵਨ ਹੁਣੇ ਹੀ ਨਰਕ ਹੁੰਦਾ ਹੈ। ਮੈਂ ਤਾਂ ਬੜੇ ਚੰਗੇ ਬੰਦਿਆਂ ਨੂੰ ਵੇਖਿਆ, ਜਿਹੜਾ ਬੰਦਾ ਨਾਮ ਤੋਂ ਬਿਨਾਂ ਜੀਵਨ ਬਤੀਤ ਕਰ ਰਿਹਾ ਉਹ ਬੰਦਾ ਤੇ ਬੜਾ ਘਟੀਆ ਕਿਸਮ ਦਾ ਜੀਵਨ, ਜਿੱਦਾਂ BMW ਦੀ ਗੱਡੀ ਦੇ ਟਾਇਰਾਂ 'ਚ ਹਵਾ ਕੱਢ ਕੇ ਉਹਨੂੰ ਖੱਡਿਆਂ 'ਚ ਮਾਰ ਕੇ ਉਹ ਕੋਈ ਵਧੀਆ ਜੀਵਨ ਥੋੜੀ ਹੈਗਾ। ਚਲੋ ਮਰਨ ਤੋਂ ਬਾਅਦ ਤੇ ਮੁਕਤੀ ਤੇ ਇੱਕ ਅਲੱਗ ਚੀਜ਼ ਹੈ। ਉਹ ਤੇ ਬੂੰਦ ਸਾਗਰ 'ਚ ਗਈ, ਸਾਗਰ ਹੋ ਗਈ ਨੇ ਸਾਹਿਬ। ਬਿਲਕੁਲ ਜਿਉਂਦੇ ਜੀ ਹੀ ਨਾਮ ਤੋਂ ਬਿਨਾਂ ਜਿਹੜਾ ਜੀਵਨ ਹੈ ਨਾ ਉਹ ਬੜਾ ਬਹੁਤ ਘਟੀਆ ਕਿਸਮ ਦਾ, ਮਤਲਬ ਕਹਿ ਲਓ ਕਿ ਤੁਸੀਂ ਇੱਕ ਬੜੇ ਆਲੀਸ਼ਾਨ ਮਹਿਲ ਦੇ ਮਾਲਕ ਹੋ, ਇੱਕ ਗੰਦੇ ਜਿਹੇ ਸਟੋਰ 'ਚ ਰਹਿੰਦੇ ਜੋ, ਸਮਝ ਲਓ। ਏਦਾਂ ਦਾ ਜੀਵਨ 'ਚ ਇੰਨਾ ਫਰਕ ਆ। ਔਰ ਜਦੋਂ ਤੁਸੀਂ ਆਪਣੇ ਆਲੀਸ਼ਾਨ ਮਹਿਲ 'ਚ ਆ ਕੇ ਬਹਿ ਜਾਂਦੇ ਜੋ, ਕਹਿਣ ਤੋਂ ਭਾਵ ਆਪਣੇ ਆਪ 'ਚ ਸਥਿਰ ਹੋ ਜਾਂਦੇ ਜੋ, ਇਹ ਜੀਵਨ ਬਦਲ ਜਾਂਦਾ। ਪਦਾਰਥਾਂ ਦੇ ਨਾਲ ਸੁੱਖ ਦਾ ਕੋਈ ਲੈਣਾ ਦੇਣਾ ਨਹੀਂ ਹੈ ਸਾਧ ਸੰਗਤ ਜੀ। ਇਹ ਨਾ ਕਦੇ ਸੋਚੋ ਕਿ ਪਦਾਰਥਾਂ ਦੇ ਨਾਲ ਜੀਵਨ ਦੇ ਵਿੱਚ ਕੋਈ ਸੁੱਖ ਆ ਜਾਊਗਾ, ਨਹੀਂ ਆਉਣਾ। ਬਾਣੀ ਇਹ ਚੀਜ਼ ਨੂੰ ਪਹਿਲਾਂ ਹੀ ਰਿਜੈਕਟ ਕੀਤਾ। ਸਗਲ ਜਗਤ ਕਾ ਰਾਜਾ ਦੁਖੀਆ। ਹਾਂਜੀ, ਸਗਲ ਸ੍ਰਿਸ਼ਟ ਕਾ ਰਾਜਾ ਦੁਖੀਆ। ਹਾਂ, ਸਾਰੀ ਸ੍ਰਿਸ਼ਟੀ ਦਾ ਵੇਖ ਲੋ, ਕਹਿੰਦੇ ਕਿ ਰਾਜਾ ਜਿਹੜਾ ਉਹ ਦੁਖੀ ਹੈ ਤੇ ਹਰ ਕਾ ਨਾਮ ਜਪਤੋ ਹੋਏ ਸੁਖੀਆ। ਬਿਲਕੁਲ ਸਹੀ ਗੱਲ ਹੈ। ਇਹ ਵੇਖ ਲੋ, ਕਹਿੰਦੇ ਕਿ ਇੱਕ ਦੋ ਪਿੰਡ ਦਾ ਨਹੀਂ ਰਾਜਾ, ਸਾਰੇ ਜਗਤ ਦਾ। ਜੇ ਰਾਜਾ ਵੀ ਕੋਈ ਬਣ ਜੇ ਤਾਂ ਉਹ ਵੀ ਦੁਖੀ ਰਹੂ, ਦੁਖੀ ਨਹੀਂ ਹੋ ਸਕਦਾ। ਕਿਉਂਕਿ ਸੁਖੀ ਦਾ ਮਤਲਬ ਸੁੱਖ ਤੇ ਆਪਣੇ ਆਪ 'ਚ ਸੀ। ਜਿੱਤਣਾ ਤੇ ਆਪਣੇ ਆਪ ਨੂੰ ਸੀ, ਲੋਕਾਂ ਨੂੰ ਥੋੜੀ ਜਿੱਤਣਾ ਸੀ। ਉਹ ਤੇ ਹੰਕਾਰ ਨੂੰ ਵਧਾਉਂਦਾ ਹੈ। ਹਾਂਜੀ ਨਿੱਜਰ ਸਾਹਿਬ ਅੱਗੇ ਕਹਿੰਦੇ ਆ ਕਿ ਜਿੰਨਾ ਵਿਸਾਰਿਆ ਵਾ ਤੇ ਉਹ ਏਦਾਂ ਕਹਿੰਦੇ ਨੇ, ਕਹਿੰਦੇ ਬਿਸਟਾ ਅੰਦਰ ਕੀਟ ਸੇ ਮੁੱਠੇ ਧਨ ਦੇ ਚੋਰ। ਉਹ ਤਾਂ ਧੰਦਿਆਂ ਦੇ ਵਿੱਚ ਠੱਗੇ ਗਏ, ਕਿਉਂ ਉਹ ਚੋਰ ਵਾਂਗੂ ਠੱਗੇ ਗਏ ਭਾਈ। ਜਿਹੜੇ ਜਿਵੇਂ ਕੋਈ ਚੀਜ਼ ਜਿਹੜੀ ਹੈਗੀ ਧੰਦਿਆਂ ਦੇ ਵਿੱਚ ਜਿਹੜੇ ਹੈਗੇ ਲੱਗ ਗਏ ਤੇ ਉਹਨਾਂ ਨੇ ਨਾਮ ਵਾਲੀ ਚੀਜ਼ ਜਿਹੜੀ ਹੈਗੀ ਉਹਨਾਂ ਕੋਲੋਂ ਚੁਰਾਈ ਗਈ। ਨਾਮ ਦੀ ਚੀਜ਼ ਖਤਮ ਆ, ਨਾਮ ਦਾ ਪਤਾ ਹੀ ਨਹੀਂ ਲੱਗਿਆ। ਉਹ ਤਾਂ ਬਿਸਟਾ ਦੇ ਵਿੱਚ ਕੁਲਬੁਲ ਕਰ ਰਹੇ ਕੀੜਿਆਂ ਵਾਂਗੂ ਹੈਗੇ ਭਾਈ। ਹਾਂਜੀ ਵੀਰ ਜੀ। ਹਾਂ, ਉਹ ਬਾਣੀ ਕਹਿ ਰਹੇ ਆ ਸਾਧ ਸੰਗਤ ਜੀ, ਕਹਿੰਦੇ ਕਿ ਜਿੱਦਾਂ ਬਿਸਟਾ ਦੇ ਵਿੱਚ, ਪੋਟੀ ਦੇ ਵਿੱਚ ਕੀੜੇ ਘੁੰਮ ਰਹੇ ਆ ਨਾ, ਉਸੇ ਹੀ ਤਰ੍ਹਾਂ ਇਹ ਲੋਕ ਚਰਦੇ ਆ ਕੀੜਿਆਂ ਦੇ ਵਾਂਗੂ ਮਾਇਆ ਰੂਪੀ ਪੋਟੀ ਦੇ ਵਿੱਚ ਗ੍ਰਸਤ ਹੋ ਜਾਂਦੇ। ਬਿਲਕੁਲ। ਉਹ ਮਤਲਬ ਉਹ ਪੋਟੀ 'ਚ ਕੀੜਾ ਵਾ, ਆਪਾਂ ਕਹਿੰਦੇ ਉਹ ਉਸ ਤੋਂ ਬਾਹਰ ਨਹੀਂ ਜਾਣਾ ਉਹਨੇ। ਬਾਹਰ ਜਾਊਗਾ ਤੇ ਮਰ ਜਾਊਗਾ, ਉਹਦੇ ਪਿੱਛੇ ਹੀ ਰਹਿਣਾ ਉਹਨੇ। ਹਾਂ, ਉਹਨੇ ਉੱਥੇ ਹੀ ਰਹਿਣਾ ਵਾ, ਉਹ ਸੂਰ ਦੇ ਵਾਂਗੂ ਬਿਸਟਾ ਦਾ ਕੀੜਾ। ਤੇ ਕਈ ਲੋਕ ਕਹਿੰਦੇ ਮਾਇਆ ਦੇ ਕੀੜਿਆਂ ਵਾਂਗੂ ਉਹ ਮਾਇਆ ਦੇ ਵਿੱਚ ਹੀ ਗ੍ਰਸਤ ਰਹਿੰਦੇ ਨੇ, ਔਰ ਵੇਂਦੇ ਹੀ ਨਹੀਂ। ਉਹ ਅਗਲੇ ਨੂੰ ਰਾਹ ਦਿਖਾਓ, ਉਹ ਕਹਿੰਦੇ ਭਾਈ ਸਾਡੇ ਕੋਲ ਟਾਈਮ ਨਹੀਂ ਹੈਗਾ, ਆ ਜਾਾਂਗੇ, ਹਜੇ ਟਾਈਮ ਨਹੀਂ ਹੈਗਾ, ਪਤਾ ਨਹੀਂ ਕਦੋਂ ਟਾਈਮ ਆਉਣਾ। ਹਾਂਜੀ ਨਿੱਜਰ ਸਾਹਿਬ ਕਹਿੰਦੇ ਕਿ ਇਹਨਾਂ ਬੰਦਿਆਂ ਦੀ ਚੋਰੀ ਹੋ ਜਾਂਦੀ। ਹਾਂ, ਨਾਮ ਦੀ ਚੋਰੀ ਹੋ ਜਾਂਦੀ ਹੈ ਬਸ ਧੰਦਿਆਂ ਦੇ ਵਿੱਚ ਲੱਗ ਕੇ। ਬਾਣੀ ਤੇ ਕਹਿੰਦੀ ਆ ਕਿ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਾਜ ਕੇਵਲ ਨਾਮ। ਕੇਵਲ ਵੀ ਲਗਾਇਆ ਦੇਖ ਲਓ। ਹਾਂ, ਕੇਵਲ ਉੱਥੇ ਇਹ ਕਹਿੰਦੇ ਆ ਕਿ ਉਹ ਕਹਿੰਦੇ ਮਾਇਆ ਹੀ ਸਾਡੇ ਕੋਲ ਟਾਈਮ ਨਹੀਂ ਹੈਗਾ, ਤੇ ਉਹ ਕਹਿੰਦੇ ਕਿ ਤੇਰਾ ਕੋਈ ਵੀ ਕੰਮ ਜਿਹੜਾ ਉਹ ਕਿਸੇ ਕੰਮ ਦਾ ਨਹੀਂ ਹੈਗਾ। ਦੇਖ ਲਓ ਕਿੰਨਾ ਆਪੋਜਿਟ ਵਰਡ ਹੈਗਾ ਇਹ। ਤੇ ਬਾਕੀ ਸਾਂਝ ਸਿੰਘ ਆਪਣਾ ਲੱਗਦਾ। ਅਜੇ ਨਾਨਕ ਨਾਮ ਨਾ ਵਿਸਰੈ ਝੂਠੇ ਲਾਲਚ ਹੋਰ। ਫਿਰ ਬੇਨਤੀ ਕਰ ਰਹੇ ਆ ਮਹਾਰਾਜ, ਕਿਤੇ ਮੈਨੂੰ ਜਿਹੜਾ ਹੈਗਾ, ਹੇ ਮਾਲਕਾ ਦੇਖ, ਮਾਲਕਾ ਮਿਹਰ ਕਰ ਮੇਰੇ ਉੱਤੇ, ਮੈਨੂੰ ਨਾਮ ਤੇਰਾ ਨਾ ਭੁੱਲ ਜਾਏ। ਕਿਤੇ ਮੈਂ ਆਪਣੇ ਆਪ ਨੂੰ ਕਹਿ ਰਿਹਾ, ਕਿਤੇ ਮੈਂ ਨਾਮ ਨੂੰ ਨਾ ਭੁਲਾ ਦਾਂ। ਇਹ ਝੂਠੇ ਲਾਲਚ ਹੋਰ, ਇਹ ਹੋਰ ਝੂਠੇ ਲਾਲਚਾਂ ਦੇ ਵਿੱਚ ਪੈ ਕੇ, ਮਾਇਆ ਦੇ ਲਾਲਚਾਂ ਦੇ ਵਿੱਚ ਪੈ ਕੇ। ਹਾਂਜੀ ਵੀਰ ਜੀ। ਬਿਲਕੁਲ ਠੀਕ ਹੈ। ਕਹਿੰਦੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ ਨਾ, ਜਿਹੜੀ ਇਹ ਮਾਇਆ ਹੈ, ਤੇ ਇਹ ਨਾ ਹੋਵੇ ਕਿ ਮੈਂ ਇਹਦੇ ਵਿੱਚ ਉਲਝਿਆ ਰਵਾਂ। ਕਿਉਂਕਿ ਉਹ ਬਾਣੀ ਕਹਿੰਦੀ ਵਿਸਰੇ ਨਾਨਕ ਨਾਮ ਨਾ ਵਿਸਰੇ ਝੂਠੇ ਲਾਲਚ ਹੋਰ। ਬਾਕੀ ਜਿੰਨੇ ਵੀ ਲਾਲਚ ਆਪਾਂ ਕਰ ਰਹੇ ਹਾਂ, ਜੋ ਵੀ ਪੰਗੇ ਲੈ ਰਹੇ ਹਾਂ, ਉਹ ਸਭ ਕਹਿੰਦੇ ਝੂਠੇ ਆ। ਉਹ ਯਥਾਰਥ ਸੱਚ ਨਹੀਂ ਹੈਗੇ। ਸੱਚ ਜਿਹੜਾ ਹੈਗਾ ਨਾਮ, ਔਰ ਜਿੰਨਾ ਚਿਰ ਤੱਕ ਨਾਮ ਨਹੀਂ ਪ੍ਰਾਪਤ ਹੋਊਗਾ, ਬਾਕੀ ਜਿੱਥੇ ਮਰਜ਼ੀ ਭੱਜ ਕੇ ਵੇਖ ਲਈ, ਆਪਾਂ ਸੁਖੀ ਨਹੀਂ ਹੋ ਸਕਦੇ। ਹਾਂਜੀ ਨਿੱਜਰ ਸਾਹਿਬ ਬਿਲਕੁਲ ਠੀਕ ਹੈ ਜੀ। ਹੁਣ ਪੌੜੀ ਆ ਗਈ ਜਿਹਦੇ ਵਾਸਤੇ ਸ਼ਲੋਕ ਲੱਗੇ ਸੀਗੇ। ਨਾਮ ਦੀ ਗੱਲ ਸੀ, ਦੇਖ ਲਓ ਨਾਮ ਦੇ ਵਾਸਤੇ ਪੌੜੀ ਆ ਗਈ। ਹੁਣ ਪੌੜੀ ਨਾਮ ਸਲਾਹਨ ਨਾਮ ਮਨੇ ਅਸਥਿਰ ਜਗ ਸੋਈ। ਲਓ ਦੇਖ ਲਓ ਕਿੰਨਾ ਦੱਸ ਰਹੇ ਮਹਾਰਾਜ। ਕਹਿੰਦੇ ਸੰਸਾਰ ਦੇ ਵਿੱਚ ਵੀ ਉਹ ਅਸਥਿਰ ਹੈਗੇ ਤੇ ਅੱਗੇ ਮਾਲਕ ਪਰਮਾਤਮਾ ਦੇ ਨਾਲ ਹਮੇਸ਼ਾ ਵਾਸਤੇ ਉਹਦੇ ਵਾਂਗੂ ਅਬਨਾਸੀ ਹੋ ਜਾਣਗੇ। ਜਿਨ੍ਹਾਂ ਨੇ ਨਾਮ ਨੂੰ ਸਲਾਹ ਲਿਆ,
ਜਿਨ੍ਹਾਂ ਨੇ ਨਾਮ ਨੂੰ ਪ੍ਰਾਇਰਟੀ ਦੇ ਦਿੱਤੀ, ਜਿਨ੍ਹਾਂ ਨੇ ਨਾਮ ਨੂੰ ਆਪਣੇ ਮਨ ਦੇ ਵਿੱਚ ਵਸਾ ਲਿਆ। ਨਾਮ ਸਲਾਹਨ ਨਾਮ ਮਨ ਅਸਥਿਰ ਜਗ ਸੋਈ, ਹਿਰਦੇ ਹਰ ਹਰ ਚਿਤਵੈ ਦੂਜਾ ਨਹੀਂ ਕੋਈ। ਕਹਿੰਦੇ ਆਪਣੇ ਹਿਰਦੇ ਦੇ ਵਿੱਚ ਉਹ ਪਰਮੇਸ਼ਰ ਦਾ ਨਾਮ ਹੀ, ਉਹਦਾ ਚਿੱਤ ਦੇ ਵਿੱਚ ਪਰਮੇਸ਼ਰ ਦਾ ਨਾਮ ਹੀ ਵਸ ਜਾਂਦਾ ਹੈ। ਜੇ ਚਿੱਤ 'ਚ ਵਸ ਗਿਆ ਤੇ ਹਿਰਦੇ 'ਚ ਵਸ ਜਾਏਗਾ। ਹਿਰਦੇ 'ਚ ਕੀ ਹੈ? ਹਿਰਦੇ 'ਚ ਸੰਸਕਾਰ ਹੁੰਦੇ ਆ। ਜੋ ਵੀ ਚੀਜ਼ ਆਪਣੇ ਹਿਰਦੇ 'ਚ ਕਿਹੜੀ ਚੀਜ਼ ਵਸੀ ਹੋਈ ਆ? ਜਿਹੜੀ ਚੀਜ਼ ਨੂੰ ਆਪਾਂ ਜਿਹੜੇ ਹੈਗੇ ਮੈਕਸੀਮਮ ਜਿਹੜਾ ਕੰਮ ਕਰਦੇ ਆ, ਆਪਾਂ ਸ਼ੌਕ ਦੇ ਨਾਲ ਜਿਹੜਾ ਕੰਮ ਕਰਦੇ ਆ ਆਪਾਂ, ਉਹ ਚੀਜ਼ ਆਪਣੇ ਹਿਰਦੇ 'ਚ ਵਸੀ ਹੋਈ ਹੈ ਤੇ ਉਹਨਾਂ ਦੇ ਹਿਰਦੇ 'ਚ ਪਰਮੇਸ਼ਰ ਦਾ ਨਾਮ ਵਸ ਜਾਂਦਾ ਹੈ। ਉਹਨਾਂ ਦੇ ਹਿਰਦੇ 'ਚ ਦੂਸਰਾ ਕੋਈ ਡੁਐਲਿਟੀ ਨਹੀਂ ਵਸਦੀ। ਹਿਰਦੇ ਹਰ ਹਰ ਚਿਤਵੈ ਦੂਜਾ ਨਹੀਂ ਕੋਈ। ਹਾਂਜੀ ਗੋਰਖ ਸਾਹਿਬ। ਅੱਛਾ, ਇਹ ਪੂਰੀ ਤੁਕ ਬੋਲੋਗੇ? ਨਾਮ ਸਲਾਹਨ ਨਾਮ ਮਨੇ ਅਸਥਿਰ ਜਗ ਸੋਈ। ਜਿਹੜੇ ਕਹਿੰਦੇ ਨਾਮ ਨੂੰ ਸਲਾਉਂਦੇ ਆ, ਨਾਮ ਨੂੰ ਮਨ 'ਚ ਵਸਾਉਂਦੇ, ਉਹਨਾਂ ਦੇ ਮਨ 'ਚ ਵਸ ਜਾਂਦਾ ਹੈ। ਕਹਿੰਦੇ ਉਹ ਲੋਕ ਪਰਲੋਕ ਦੇ ਵਿੱਚ, ਜਗ ਦੇ ਵਿੱਚ ਵੀ ਅਸਥਿਰ ਹੋ ਜਾਂਦੇ ਆ ਤੇ ਮਾਲਕ ਦੇ ਦਰਬਾਰ 'ਚ ਵੀ ਜਿਹੜੇ ਹੈਗੇ ਉਹ ਸੋਭਾ ਪਾ ਲੈਂਦੇ ਆ। ਉਹਨਾਂ ਦਾ ਜਿਹੜਾ ਹੈਗਾ ਮਾਲਕ ਦੇ ਵਾਂਗੂ ਜਿਹੜਾ ਹੈਗਾ ਇੱਕ ਸਿੰਘਾਸਨ ਲੱਗ ਜਾਂਦਾ ਹੈ, ਕਿਉਂਕਿ ਉਹ ਪ੍ਰਵਾਨ ਹੋ ਗਏ। ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੇਂ ਦਰ ਗਏ ਮਾਨ, ਪੰਚੇ ਸੋਹੇ ਦਰੇ ਰਾਜਾਨ। ਕਹਿੰਦੇ ਮਾਲਕ ਦੇ ਦਰ ਤੇ ਰਾਜਿਆਂ ਵਾਂਗੂ ਸੋਭਦੇ ਆ। ਉਹ ਅਸਥਿਰ ਹੋ ਗਏ। ਸੰਸਾਰ ਦੇ ਵਿੱਚ ਵੀ ਦੇਖ ਲਓ, ਜਿਹੜੇ ਕਬੀਰ ਸਾਹਿਬ, ਫਰੀਦ ਜੀ, ਬਹਿਣੀ ਜੀ, ਜਿਹੜੇ ਰਵਿਦਾਸ ਜੀ, ਸਾਰੇ ਦੇ ਸਾਰੇ ਜਿਹੜੇ ਹੈ, ਸਾਰੀਆਂ ਗੁਰੂ ਜੋਤਾਂ ਦੇਖ ਲਓ, ਸਾਰੇ ਅਸਥਿਰ ਹੈਗੇ। ਸੰਸਾਰ ਦੇ ਵਿੱਚ ਵੀ ਉਹਨਾਂ ਦੀ ਸੋਭਾ ਹੈ, ਹਮੇਸ਼ਾ ਹੀ ਰਹੂਗੀ ਦਿਨ ਦੀ ਦੁਨੀਆ ਤੱਕ, ਤੇ ਮਾਲਕ ਦੇ ਦਰ ਤੇ ਵੀ ਅਸਥਿਰ ਹੈਗੇ ਉਹ। ਠੀਕ ਹੈ ਜੀ। ਹਾਂਜੀ, ਕਹਿੰਦੇ ਕਿ ਨਾਮ ਦੀ ਭਗਤੀ ਜੋ ਵੀ ਕਰਦਾ ਹੈ, ਠੀਕ ਹੈ, ਸਲਾਹੀਨ ਦਾ ਮਤਲਬ ਇੱਥੇ ਹੈਗਾ ਭਗਤੀ ਕਰਨਾ, ਠੀਕ ਹੈ। ਤੇ ਨਾਮ ਮਨ ਅਸਥਿਰ ਜਗ ਸੋਈ। ਤੇ ਮਨ ਜਿਹੜਾ ਨਹੀਂ, ਨਾਮ ਮਨ ਇੱਥੇ ਗੁਰੂ ਸਾਹਿਬ ਇਸ ਤਰ੍ਹਾਂ ਕਰਨਾ। ਦੇਖੋ ਤਿੰਨ ਦੋ ਇਹਦੇ ਵਿੱਚੋਂ ਆਪਾਂ ਵਿਸ਼ਰਾਮ ਲੈਣੇ ਆ। ਇੱਕ ਨਾਮ ਸਲਾਹਨ ਦੇ ਬਾਅਦ ਇੱਕ ਜਿਹੜਾ ਨਾਮ ਮਨ ਦੇ ਵਿੱਚ ਵੀ ਵਸਣਾ ਹੈ ਨਾਮ, ਤੇ ਇਸ ਤੋਂ ਬਾਅਦ ਅਸਥਿਰ ਜਗ ਸੋਈ। ਉਹੀ ਅਸਥਿਰ ਹੋਣਗੇ ਸੰਸਾਰ ਦੇ ਵਿੱਚ ਤੇ ਮਾਲਕ ਦੇ ਦਰ ਤੇ ਵੀ ਪਹੁੰਚ ਜਾਣਗੇ ਉਹ। ਹਾਂਜੀ ਗੁਰੂ ਸਾਹਿਬ। ਠੀਕ ਹੈ, ਨਾਮ ਸਲਾਹਨ, ਠੀਕ ਹੈ ਜੀ। ਨਾਮ ਪਹਿਲਾਂ ਭਗਤੀ ਕਰਨੀ ਆਪਾਂ, ਫਿਰ ਨਾਮ ਮਨ ਦੇ ਵਿੱਚ ਵਸਣਾ ਹੈ। ਨਾਮ ਨੇ ਸਾਡੇ ਮਨ ਚ ਆ ਕੇ ਵਸ ਜਾਣਾ, ਕਿਉਂਕਿ ਨਾਮ ਤੋਂ ਬਿਨਾਂ ਮਨ ਨਹੀਂ ਸ਼ਾਂਤ ਹੁੰਦਾ। ਆਵਾਜ਼ ਨਹੀਂ ਆ ਰਹੀ? ਨਹੀਂ ਆ ਰਹੀ ਹੈ ਜੀ, ਤੁਹਾਨੂੰ ਨਹੀਂ ਆ ਰਹੀ ਹੁਣ? ਅੱਛਾ, ਨਾਮ ਅਸਥਿਰ ਜਗ ਸੋਈ। ਜਦੋਂ ਮਨ ਦੇ ਵਿੱਚ ਨਾਮ ਆ ਕੇ ਵਸ ਗਿਆ ਤੇ ਮਨ ਨੇ ਕੀ ਹੋਣਾ? ਸਥਿਰ ਹੋ ਜਾਣਾ, ਸ਼ਾਂਤ ਹੋ ਜਾਣਾ, ਕਿਉਂਕਿ ਮਨ ਬਾਹਰ ਮੁਖੀ ਹੈ। ਮਨ ਬਾਹਰ ਮੁਖੀ ਆ। ਹੁਣ ਅੱਜ ਇੱਕ ਕੁੜੀ ਦਾ ਫੋਨ ਆਇਆ ਮੈਨੂੰ, ਦਿੱਲੀ ਵਾਲੀ ਦਾ। ਉਹ ਕਹਿੰਦੀ ਵੀਰ ਜੀ ਜੀਵਨ ਬਹੁਤ ਬਦਲ ਗਿਆ। ਕਹਿੰਦੀ ਪਹਿਲਾਂ ਛੋਟੀਆਂ ਛੋਟੀਆਂ ਗੱਲਾਂ ਕਰਕੇ ਮੈਂ ਲੜਦੀ ਸਾਂ, ਕਹਿੰਦੀ ਹੁਣ ਫਰਕ ਨਹੀਂ ਪੈਂਦਾ। ਉਹ ਕੁੜੀ ਕਹਿੰਦੀ ਕਿ ਪਹਿਲਾਂ ਮੈਂ ਹੋਣਾ ਕਿ ਐਵੇਂ ਖਿੱਚੀ ਜਾਣਾ, ਆਪਣੇ ਆਪ ਨੂੰ ਹੀ ਵੇਖਣਾ, ਕੋਈ ਲਾਗੇ ਆ ਗਿਆ ਕਿਤੇ ਮਾੜਾ ਚੰਗਾ ਬੋਲਦਾ। ਕਹਿੰਦੀ ਹੁਣ ਜਿੱਦਾਂ ਮਤਲਬ ਨਾ ਬਹੁਤ ਕੁਝ ਸ਼ਾਂਤ ਹੋ ਗਿਆ, ਔਰ ਜੀਵਨ ਚ ਬਹੁਤ ਆਨੰਦ ਆ, ਇੱਕ ਸਹਿਜਤਾ ਆ ਗਈ ਆ, ਜਿੱਦਾਂ ਮਤਲਬ ਮਿਲਿਆ ਵੀ ਕੁਝ ਨਹੀਂ ਆ, ਇੱਕਦਮ ਸਭ ਕੁਝ ਸ਼ਾਂਤ ਹੋ ਗਿਆ ਹੈ। ਸਭ ਕੁਝ ਉਸੇ ਹੀ ਤਰ੍ਹਾਂ ਦਾ ਵਾ, ਪਰ ਬਹੁਤ ਕੁਝ ਬਦਲ ਗਿਆ। ਇਹ ਬਾਣੀ ਵੀ ਮਨ ਦੀ ਗੱਲ ਕਰਦੀ। ਜਦੋਂ ਮਨ ਸ਼ਾਂਤ ਹੋ ਗਿਆ ਨਾ ਸਾਧ ਸੰਗਤ ਜੀ, ਭਾਵੇਂ ਸਾਡੇ ਕੋਲ ਕੁਝ ਹੈ ਜਾਂ ਨਹੀਂ ਹੈ, ਇਹਦੇ ਨਾਲ ਕੁਝ ਫਰਕ ਨਹੀਂ ਪੈਂਦਾ। ਮਨ ਦੀ ਸ਼ਾਂਤੀ ਉਹੀ ਹੈ ਕਿ ਮਨ ਜਦੋਂ ਅੰਤਰਮੁਖੀ ਆਤਮਾ ਚ ਜਾ ਕੇ ਲੀਨ ਹੋ ਜਾਂਦਾ ਹੈ, ਤੇ ਮਨ ਜਦੋਂ ਆਪਣੇ ਆਪ ਨੂੰ ਭੁੱਲ ਜਾਂਦਾ ਹੈ, ਉਦੋਂ ਉਸ ਤੋਂ ਬਾਅਦ ਹੀ ਸਾਨੂੰ ਸੁੱਖ ਮਿਲਦਾ। ਠੀਕ ਹੈ ਨਜਰ ਸਾਹਿਬ, ਅਗਲੀ ਤੁਕ ਬੋਲੋ। ਹਿਰਦੇ ਹਰ ਹਰ ਚਿਤਵੈ ਦੂਜਾ ਨਹੀਂ ਕੋਈ। ਉਹਦੇ ਅੰਦਰ ਡੁਐਲਿਟੀ ਨਹੀਂ ਰਹਿੰਦੀ ਭਾਈ। ਉਹਦੇ ਅੰਦਰ ਸਿਰਫ ਪਰਮੇਸ਼ਰ ਦੀ ਯਾਦ ਹੀ ਰਹਿੰਦੀ ਹੈ। ਮਾਲਕ ਪਰਮਾਤਮਾ ਦਾ ਧਿਆਨ ਸਿਮਰਨ ਹੀ ਰਹਿੰਦਾ ਹੈ ਉਹਦੇ ਅੰਦਰ। ਉਹਦੇ ਚਿੱਤ ਦੇ ਵਿੱਚ, ਉਹਦੇ ਹਿਰਦੇ ਦੇ ਵਿੱਚ ਵੀ ਸੰਸਕਾਰ ਵੀ ਬਦਲ ਜਾਂਦੇ, ਉੱਤੇ ਨਾਮ ਆ ਜਾਂਦਾ ਹੈ। ਰੋਮ ਰੋਮ ਹਰ ਉਚਰੈ ਖਿਨ ਖਿਨ ਹਰ ਸੋਈ। ਔਰ ਉਹਦਾ ਜਿਹੜਾ ਹੈਗਾ ਇੰਨੀ ਉਹਦੇ ਅੰਦਰ ਜਿਹੜਾ ਹੈਗਾ ਨਾਮ ਦੇ ਨਾਲ ਇਸ ਤਰ੍ਹਾਂ ਉਹਦਾ ਇੱਕ ਸੈੱਲ ਜਿਹੜਾ ਹੈਗਾ ਉਹਦੇ ਅੰਦਰ ਨਾਮ ਵਸ ਜਾਂਦਾ ਹੈ। ਇੱਕ ਸੈੱਲ ਜਿਹੜਾ ਹੈਗਾ ਉਹਦਾ ਜਿਹੜਾ ਖੇੜੇ ਦੇ ਵਿੱਚ ਆ ਜਾਂਦਾ ਹੈ। ਇੱਕ ਸੈੱਲ ਜਿਹੜਾ ਹੈਗਾ ਝੂਮਣ ਲੱਗ ਜਾਂਦਾ ਹੈ। ਰੋਮ ਰੋਮ ਹਰ ਉਚਰੈ ਖਿਨ ਖਿਨ ਹਰ ਸੋਈ, ਗੁਰਮੁਖ ਜਨਮ ਸਕਾਰ ਥਾ ਨਿਰਮਲ ਮਲ ਖੋਈ। ਇਸ ਤਰੀਕੇ ਦੇ ਨਾਲ ਜਿਹਨੇ ਭਗਤੀ ਕੀਤੀ ਆ, ਉਹਨੇ ਗੁਰੂ ਦੇ ਰਾਹੀਂ, ਬ੍ਰਹਮ ਗਿਆਨੀਆਂ ਦੇ ਰਾਹੀਂ, ਉਹ ਇਸ ਗਿਆਨ ਦੇ ਰਾਹੀਂ ਉਹਨਾਂ ਤੋਂ ਗਾਈਡੈਂਸ ਲੈ ਕੇ ਆਪਣਾ ਜਨਮ
सफल कर लिया। सकार था, सकारत हो गया। निर्मल मल खोई, वो निर्मल हो गए ਤੇ ਉਹਨਾਂ ਦੀ ਮੈਲ ਦੂਰ ਹੋ ਗਈ ਤੇ ਉਹ ਬੂੰਦ ਸਾਗਰ ਦੇ ਵਿੱਚ ਚਲੀ ਗਈ। ਕਿਉਂ? ਨਾਨਕ ਜੀਵਦਾ ਪੁਰਖ ਧਿਆਇਆ ਅਮਰਾ ਪਦ ਹੋਈ। ਕਿਉਂਕਿ ਉਹਨਾਂ ਨੇ ਜਿਉਂਦੇ ਪਰਮਾਤਮਾ ਦੀ ਭਗਤੀ ਕੀਤੀ ਹੈ, ਕਿਸੇ ਮੂਰਤੀ ਦੀ ਨਹੀਂ, ਹੋਰ ਕਿਸੇ ਦੀ ਭਗਤੀ ਨਹੀਂ ਕੀਤੀ ਉਹਨਾਂ ਨੇ ਜਿਉਂਦੇ ਪੁਰਖ ਦੀ ਭਗਤੀ ਕੀਤੀ ਹੈ। ਨਾਨਕ ਜੀਵਦਾ ਪੁਰਖ ਧਿਆਇਆ, ਧਿਆਨ ਲਾਇਆ, ਧਿਆਨ ਸਿਮਰਨ ਕੀਤਾ, ਅਮਰਾ ਪਦ ਹੋਈ, ਅਮਰ ਹੋ ਗਏ। ਹੁਣ ਦੁਨੀਆ ਦੇ ਵਿੱਚ ਨਹੀਂ ਆਉਣਗੇ ਪਾਏ, ਮਾਲਕ ਪਰਮਾਤਮਾ ਵਾਂਗੂ ਅਬਨਾਸੀ ਹੋ ਗਏ, ਬੂੰਦ ਸਾਗਰ ਦੇ ਵਿੱਚ ਮਿਲ ਗਏ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਸਾਧ ਸੰਗਤ ਜੀ। ਉੱਪਰ ਫਿਰ ਇੱਕ ਵਾਰੀ ਦੁਬਾਰਾ ਮੈਂ ਸ਼ੁਰੂ ਕਰਦਾ। ਨਾਮ ਸਲਾਹਿਨ ਨਾਮ ਮਨ ਅਸਥਿਰ ਜਗ ਸੋਈ। ਤੇ ਜਦੋਂ ਨਾਮ ਨੂੰ ਸਲਾਹਿਆ, ਭਗਤੀ ਕੀਤੀ, ਨਾਮ ਮਨ ਦੇ ਵਿੱਚ ਵਸ ਗਿਆ, ਮਨ ਸ਼ਾਂਤ ਹੋ ਗਿਆ, ਅਸਥਿਰ ਜਗ ਹੋਈ। ਫਿਰ ਜਿਹੜਾ ਮਨ ਸੀ ਉਹ ਸ਼ਾਂਤ ਹੋ ਗਿਆ, ਆਪਣੇ ਆਪ ਚ ਸਥਿਰ ਹੋ ਗਿਆ। ਫਿਰ ਥੱਲੇ ਆ ਜਾਈਏ, ਹਿਰਦੇ ਹਰ ਹਰ ਚਿੱਤ ਵੇ ਦੂਜਾ ਨਹੀਂ ਕੋਈ। ਤੇ ਫਿਰ ਏਦਾਂ ਦੀ ਅਵਸਥਾ ਹੋ ਗਈ ਕਿ ਜਦੋਂ ਮੇਰਾ ਜਿਹੜਾ ਅੰਤਰਾਕਰਨ ਸ਼ਾਂਤ ਹੋ ਗਿਆ, ਮੈਂ ਆਤਮਿਕ ਅਵਸਥਾ ਚ ਲੀਨ ਹੋ ਗਿਆ। ਠੀਕ ਹੈ ਨਾ ਜੀ ਸਾਹਿਬ? ਬਿਲਕੁਲ। ਤੇ ਮੇਰਾ ਜਿਹੜਾ ਮੇਰਾ ਅੰਤਰਾਕਰਨ ਸੀ ਉਹ ਪਰਮੇਸ਼ਰ ਦੇ ਵਿੱਚ ਹੀ ਇੱਕਮਿਕ ਹੋ ਗਿਆ। ਹੋਰ ਨਹੀਂ ਕੋਈ ਰਹਿ ਗਿਆ ਉੱਥੇ, ਦੋ ਨਹੀਂ ਹੈਗੇ ਉੱਥੇ। ਜੇ ਵੇਖੋ ਨਾ, ਸਮਾਧੀ ਲੀਨ ਹੁੰਦੇ ਜਦੋਂ ਤੁਸੀਂ ਨਿਰਵਿਚਾਰ ਹੋ ਜਾਂਦੇ, ਉੱਥੇ ਦੋ ਥੋੜੀ ਹੈਗੇ ਆ ਤੁਸੀਂ। ਉੱਥੇ ਬਾਣੀ ਕਹਿੰਦੀ ਜਬ ਹਮ ਹੋਤੇ ਤਬ ਤੁਮ ਨਹੀਂ, ਜਬ ਤੁਮ ਹੋਤੇ ਤਬ ਹਮ ਨਹੀਂ। ਜਦੋਂ ਮੈਂ ਨਹੀਂ ਹੈਗਾ, ਮੈਂ ਮੇਰੀਆਂ ਇੰਦਰੀਆਂ, ਗਿਆਨ ਇੰਦਰੀਆਂ, ਕਰਮ ਇੰਦਰੀਆਂ ਸਭ ਸ਼ਾਂਤ ਹੋ ਗਈਆਂ, ਮਨ ਬੁੱਧੀ ਚਿੱਤ ਹੰਕਾਰ ਉੱਥੇ ਲੀਨ ਹੋ ਗਏ ਨੇ, ਅਕਿਰਿਆ ਹੋ ਗਏ ਨੇ। ਫਿਰ ਕੀ ਹੋ ਗਿਆ? ਬ੍ਰਹਮ ਹੋ ਗਿਆ। ਹਿਰਦੇ ਹਰ ਹਰ ਚਿੱਤ ਵੇ ਦੂਜਾ ਨਹੀਂ ਕੋਈ। ਉੱਥੇ ਮਾਇਆ ਨਹੀਂ ਹੈਗੀ। ਬਿਲਕੁਲ। ਕਿਉਂਕਿ ਬੂੰਦ ਸਾਗਰ ਚਲ ਗਈ, ਸਾਗਰ ਹੋ ਗਈ, ਵੱਡਾ ਵਿਸ਼ਾਲ ਸਾਗਰ। ਵੇਖੋ ਉਹਦਾ ਕੋਈ ਆਕਾਰ ਹੈਗਾ? ਦੇਖੋ ਅੰਦਰ ਜਿਹੜਾ ਤੁਹਾਡੇ ਪਰਮਾਤਮਾ, ਉਹ ਚੀਜ਼ ਅੰਦਰ ਹੈ ਸਭ ਕੁਝ। ਤੇ ਕਹਿੰਦੇ ਰੋਮ ਰੋਮ ਹਰ ਉਚਰੇ, ਖਿਨ ਖਿਨ ਹਰ ਸੋਈ। ਤੇ ਫਿਰ ਵੇਖ ਲਓ, ਫਿਰ ਤੁਹਾਨੂੰ ਮੂੰਹ ਦੇ ਨਾਲ ਥੋੜੀ ਜਾਪ ਕਰਨ ਦੀ ਲੋੜ, ਮੂੰਹ ਦੇ ਨਾਲ ਤਾਂ ਜਾਪ ਕਰਨ ਦੀ ਲੋੜ ਹੀ ਨਹੀਂ। ਕਿਉਂਕਿ ਤੁਹਾਡਾ ਰੋਮ ਰੋਮ ਵੀ ਜਾਪ ਕਰਦਾ ਫਿਰ ਉਹਦਾ, ਕਿਉਂਕਿ ਸਾਰਾ ਹੀ ਤੇ ਉਹਦੇ ਅੰਦਰ ਚੱਲ ਗਿਆ। ਬਿਲਕੁਲ। ਹੁਣ ਜਿਹੜਾ ਇਹਨੂੰ ਕੰਟਰੋਲ ਕਰਦਾ ਮਨ ਵੀ ਤੇ ਉੱਥੇ ਜਾ ਕੇ ਬੈਠਾ, ਚਿੱਤ ਬੁੱਧੀ ਹੰਕਾਰ ਸਾਰੇ ਉੱਥੇ ਬੈਠੇ ਨੇ, ਉਹ ਸ਼ਾਂਤੀ ਨਾਲ ਬੈਠੇ ਨੇ। ਕਹਿੰਦੇ ਤੇ ਬੋਲਣ ਦੀ ਲੋੜ ਨਹੀਂ ਹੈਗੀ ਭਾਈ, ਵੱਧ ਬੋਲ ਲਿਆ, ਹੁਣ ਕੋਈ ਲੋੜ ਨਹੀਂ ਬੋਲਣ ਦੀ, ਹੁਣ ਸ਼ਾਂਤ ਹੋ ਕੇ ਬੈਠ। ਉੱਥੇ ਬੈਠੇ ਹੋਏ ਨੇ ਉਹਦੀ ਮੌਜੂਦਗੀ ਦੇ ਵਿੱਚ। ਜਿੱਦਾਂ ਆਪਾਂ ਕਿ ਵੱਡੇ ਮਹਾਂਪੁਰਖ ਦੀ ਸ਼ਰਨ ਚ ਜਾ ਕੇ ਬਹਿਦਾ ਤੇ ਸਾਨੂੰ ਚੰਗਾ ਲੱਗਦਾ, ਉਸੇ ਤਰ੍ਹਾਂ ਜਦੋਂ ਆਪਾਂ ਦੁਨੀਆ ਦਾ ਰਾਜਾ ਜਿਹੜਾ ਦੁਨੀਆ ਦਾ ਬਾਦਸ਼ਾਹ ਜਿਹਨੇ ਦੁਨੀਆ ਬਣਾਈ ਆ, ਔਰ ਜਿਹਦੇ ਚਰਨਾਂ ਚ ਆਪਾਂ ਜਦੋਂ ਜਾ ਕੇ ਬਹਿ ਜਾਂਦੇ ਹਾਂ, ਆਪਣੀ ਸੁਰਤੀ ਇਕਾਗਰ ਕਰਦੇ ਹਾਂ, ਤੇ ਫਿਰ ਕੀ ਹੁੰਦਾ? ਫਿਰ ਕਹਿੰਦੇ ਆ ਕਿ ਰੋਮ ਰੋਮ ਹਰ ਉਚਰੇ। ਸਾਡਾ ਫਿਰ ਰੋਮ ਰੋਮ, ਸਾਡੇ ਸਰੀਰ ਦਾ ਖੂਨ, ਬਲੱਡ, ਜੋ ਵੀ ਹੱਡੀਆਂ ਹੁੱਡੀਆਂ ਆਈਆਂ, ਇਹ ਸਭ ਕੁਛ ਉਹਦਾ ਨਾਮ ਜਪਦੇ ਨੇ ਉਹਦੇ। ਪਰ ਕਿੱਦਾਂ ਜਪਦੇ ਨੇ? ਜਦੋਂ ਮਨ ਚੁੱਪ ਹੋ ਜਾਂਦਾ, ਉਹ ਤਾਂ ਨਹੀਂ ਜਪਦੇ। ਪਰ ਜਦੋਂ ਤੁਹਾਡਾ ਮਨ ਸ਼ਾਂਤ ਹੋ ਗਿਆ, ਮਨ ਚੁੱਪ ਹੋ ਗਿਆ, ਨਿਰਵਿਚਾਰ ਹੋ ਗਏ, ਵਰਤਮਾਨ ਕਾਲ ਚ ਆ ਕੇ ਬਹਿ ਗਏ ਤੇ ਸੁਰਤੀ ਪ੍ਰਮਾਤਮਾ ਦੇ ਚਰਨਾਂ ਚ ਸਾਡਾ ਰੋਮ ਰੋਮ ਨਾਮ ਜਪਦਾ, ਉਦੋਂ ਤੇ ਜਪਣ ਦੀ ਲੋੜ ਹੀ ਨਹੀਂ। ਕਿ ਰੋਮ ਰੋਮ ਜਪ ਰਿਹਾ ਤੇ ਖਿਣ ਖਿਣ ਸਾਡਾ ਜਿਹੜਾ ਸਰੀਰ ਦਾ ਇੱਕ ਇੱਕ ਰੋਮ ਆ, ਉਹ ਉਹ ਬ੍ਰਹਮ ਦੇ ਵਿੱਚ ਲੀਨ ਹੋ ਜਾਂਦਾ। ਠੀਕ ਹੈ ਨਾ ਜੀ ਸਾਹਿਬ? ਬਿਲਕੁਲ ਠੀਕ ਹੈ ਜੀ। ਤੇ ਕਹਿੰਦੇ ਗੁਰਮੁਖ ਅੱਗੇ ਬੋਲ। ਹਾਂਜੀ ਬੋਲ ਰਹੇ ਸੀ ਕੁਛ? ਹਾਂ, ਮੈਂ ਕਹਿ ਰਹੀ ਸੀ ਗੁਰਮੁਖ ਜਨਮ ਸਕਾਰ ਥਾ, ਨਿਰਮਲ ਮਲ ਖੋਈ। ਕਹਿੰਦੇ ਸਾਰਾ ਕੁਝ ਕਿਵੇਂ ਹੋਇਆ, ਸਟਾਰਟਿੰਗ ਕਿਵੇਂ ਹੋਈ ਜਰਨੀ ਦੀ? ਕਹਿੰਦੇ ਸਭ ਤੋਂ ਪਹਿਲਾਂ ਜਿਹੜਾ ਹੈਗਾ ਬ੍ਰਹਮ ਗਿਆਨ ਮਿਲਿਆ ਮੈਨੂੰ। ਬ੍ਰਹਮ ਗਿਆਨੀਆਂ ਤੋਂ ਬ੍ਰਹਮ ਗਿਆਨ ਮਿਲਿਆ। ਗੁਰੂ ਦੇ ਮੁਖ ਤੋਂ ਜਿਹੜਾ ਗਿਆਨ ਆਉਂਦਾ ਹੈ, ਪਹਿਲਾਂ ਮੈਂ ਮਨ ਦੇ ਪਿੱਛੇ ਚੱਲਦਾ ਸੀ, ਮਨਮੁਖ ਜਿਹੜਾ ਹੈਗਾ ਮੇਰਾ ਮਨ ਜੋ ਕਹਿੰਦਾ ਸੀ ਉਹੀ ਕਰਦਾ ਸੀ। ਹੁਣ ਜਿਹੜਾ ਹੈਗਾ ਮੇਰੀ ਸਟਾਰਟਿੰਗ ਜਰਨੀ ਹੋਈ, ਮੈਨੂੰ ਜਿਹੜਾ ਬ੍ਰਹਮ ਗਿਆਨ ਲੱਭ ਗਿਆ, ਬ੍ਰਹਮ ਗਿਆਨੀ ਲੱਭ ਗਏ ਮੈਨੂੰ, ਉਹਨਾਂ ਦੀ ਗਾਈਡੈਂਸ ਮਿਲ ਗਈ ਤੇ ਮੇਰਾ ਜਨਮ ਸਫਲ ਹੋ ਗਿਆ। ਨਹੀਂ ਤਾਂ ਇਹ ਜਨਮ ਮੇਰਾ ਮਨੁੱਖੀ ਸਰੀਰ ਮਿਲਿਆ ਸੀ ਇੰਨਾ ਕੀਮਤੀ, ਇੰਨਾ ਰੇਅਰ, ਔਰ ਇੰਨੀਆਂ ਜੂਨਾਂ ਦੇ ਬਾਅਦ ਜਿਹੜਾ ਹੈਗਾ ਉਹ ਸਫਲ ਹੋ ਗਿਆ। ਹੁਣ ਨਿਰਮਲ ਹੋ ਗਿਆ ਮੈਂ, ਮੇਰੀ ਮੈਲ ਸਾਰੀ ਦੀ ਸਾਰੀ ਖੋਈ ਗਈ। ਹਾਂਜੀ ਗੋਰਖੀ ਸਾਹਿਬ। ਹਾਂਜੀ ਠੀਕ ਹੈ ਜੀ। ਹਾਂ, ਕਹਿੰਦੇ ਗੁਰਮੁਖ ਜਨਮ ਸਕਾਰਥ ਨਿਰਮਲ ਮਲ ਖੋਈ। ਹਾਂ, ਉਹ ਕਹਿੰਦੇ ਕਿ ਐਸੀ ਸੰਗਤ ਮਿਲ ਗਈ ਤੇ ਉਹਨਾਂ ਨੇ ਕੀ ਕੀਤਾ ਕਿ ਮੈਨੂੰ ਵਿਧੀ ਦੱਸਦੀ ਕਿ ਤੂੰ ਤੇ ਪਰਛਾਵਿਆਂ ਦੇ ਨਾਲ ਲੜ ਰਿਹਾ, ਪਰਛਾਵਿਆਂ ਨਾਲ ਲੜਿਆ ਤੇ ਤੂੰ ਹਾਰ ਜਾਏਗਾ। ਕਾਮ ਕ੍ਰੋਧ ਲੋਭ ਮੋਹ ਹੰਕਾਰ ਤੇ ਪਰਛਾਵੇਂ ਹੈ। ਤੂੰ ਏਦਾਂ ਕਰ, ਤੂੰ ਨਾਮ ਜਪ ਤੇ ਆਪਣੇ ਮਨ ਨੂੰ ਅੰਤਰਮੁਖੀ ਕਰ ਲਾ। ਤੇ ਅੰਤਰਮੁਖੀ ਕੀਤਾ ਤੇ ਫਿਰ ਕੀ, ਮੇਰੀ ਮਲ ਖੋਈ ਗਈ।
ਉਹਦਾ ਮਲ ਦਾ ਮਤਲਬ ਇੱਥੇ ਹੀ ਆ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਉਹ ਕਾਰਨ ਉਹ ਮੇਰੇ ਤੋਂ ਹਾਂ ਕਾਰਨ ਸਰੀਰ ਚੋਂ ਖਤਮ ਹੋ ਗਏ, ਨਸ਼ਟ ਹੋ ਗਏ, ਤੇ ਮੇਰੀ ਕੀ ਹੋ ਗਈ, ਮੈਂ ਨਿਰਮਲ ਹੋ ਗਿਆ। ਉਹ ਇਹੋ ਹੀ ਤਾਂ ਹੋਣਾ, ਹੋਰ ਕੀ। ਕਿਉਂਕਿ ਜਿੰਨਾਂ ਨਾਲ ਮੈਂ ਲੜਦਾ ਪਿਆ ਹਾਂ, ਅਸਲ ਤੇ ਮੇਰਾ ਲੜਨਾ ਹੀ ਬੇਵਕੂਫੀ। ਉਹ ਕਹਿੰਦੇ ਸੀ ਕਿ ਤੂੰ ਬਿਮਾਰੀ ਨਾਲ ਨਾ ਲੜ ਕਰਨਜੀਤ, ਤੂੰ ਏਦਾਂ ਕਰ ਕਿ ਉਹ ਚੀਜ਼ਾਂ ਖਾਣੀਆਂ ਬੰਦ ਕਰਕੇ ਕਰਦੇ ਜਿਹਦੇ ਕਰਕੇ ਤੇਰੇ ਸਰੀਰ 'ਚ ਬਿਮਾਰੀ ਪੈਦਾ ਹੋ ਰਹੀ ਹੈ। ਨਿਜਰ ਸਾਹਿਬ ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ ਹੈ। ਹਾਂ, ਤੇ ਤੂੰ ਬਿਮਾਰੀ ਨੂੰ ਕਿੱਥੇ ਲੜੇਂਗਾ, ਉਹ ਤੇ ਤੇਰੇ ਸਰੀਰ 'ਚ ਵੜੀ, ਉਹ ਕਿੱਥੋਂ ਕੱਢੇਗਾ? ਪਰ ਇੱਕ ਤਰੀਕਾ ਹੈਗਾ, ਜਿਹੜੀ ਚੀਜ਼ ਤੂੰ ਖਾ ਰਿਹਾ ਹੈ ਨਾ, ਉਹਨੂੰ ਖਾਣਾ ਬੰਦ ਕਰ, ਤੇ ਮਾੜੀ ਚੀਜ਼ ਨਾ ਖਾ। ਉਹ ਜਿਹੜੀ ਕੋਈ 2-4 ਸਬਜ਼ੀਆਂ ਜਾਂ ਕੋਈ ਮਾੜੀ ਚੀਜ਼ ਜਿਹੜੀ ਮੈਂ ਖਾਂਦਾ ਵਾ, ਮੈਂ ਬੰਦ ਕਰਤੀ ਤੇ ਮੇਰਾ ਸਰੀਰ ਠੀਕ ਹੋ ਗਿਆ। ਇੰਨੀ ਤੇ ਗੱਲ ਹੈ। ਨਿਰਮਲ ਕਿੱਥੋਂ? ਨਿਰਮਲ ਤੇ ਤਾਂ ਹੋਈ ਹੈ ਨਿਜਰ ਸਾਹਿਬ, ਜੇ ਅਸੀਂ ਗੰਦੇ ਹੋਈਏ। ਉਹ ਜਿਹੜਾ ਨਿਰਮਲ ਆ, ਜਿਹੜਾ ਸੱਚ ਆ, ਉਹ ਗੰਦਾ ਹੁੰਦਾ ਹੀ ਨਹੀਂ ਆ। ਆਪਣਾ ਜਿਹੜਾ ਸ਼ੁੱਧ ਸਰੂਪ ਹੈ ਨਾ, ਦੇਖੋ ਉਹੀ ਚੀਜ਼ ਨੇ ਖਤਮ ਹੋਣਾ ਵਾ ਜਿਹੜੀ ਚੀਜ਼ ਨਹੀਂ ਆ। ਬਿਲਕੁਲ। ਜਿੱਦਾਂ ਜਿੱਥੋਂ ਸਾਡੇ ਤੋਂ ਕਿਹੜੀ ਚੀਜ਼ ਦੂਰ ਹੋਣੀ ਆ, ਮਾਇਆ ਹੀ ਦੂਰ ਹੋਣੀ ਆ, ਜਿਹੜੀ ਨਹੀਂ ਹੈਗੀ। ਜਿਹੜੀ ਚੀਜ਼ ਹੈਗੀ ਉਹ ਨਹੀਂ ਜੋ ਖਤਮ ਹੋਣੀ। ਮਾਇਆ ਦਾ ਮਤਲਬ ਸੱਚ ਨਹੀਂ, ਮਿਥਿਆ। ਬਿਲਕੁਲ। ਮਿਥਿਆ ਮਤਲਬ ਝੂਠ। ਇਹ ਤਾਂ ਮਾਇਆ ਜਿਹੜੀ ਹੈ, ਪ੍ਰਕਿਰਤੀ ਜਿਹੜੀ ਹੈਗੀ ਪਰਮਾਤਮਾ ਨੇ ਬਣਾਈ ਹੋਈ ਹੈ। ਔਰ ਇਹਦਾ ਮਤਲਬ ਪਰਮਾਤਮਾ ਨੇ ਬਣਾਈ ਹੋਈ ਹੈ ਤੇ ਬਣੀ ਹੈ। ਅਸਲੀ ਜਿਹੜਾ ਉਹ ਪੁਰਖ ਹੈ ਪਿੱਛੇ ਬਣੇ, ਜਿਹੜਾ ਪੁਰਸ਼ ਹੈ। ਤੇ ਜਦੋਂ ਪੁਰਸ਼ ਦੇ ਕੋਲ ਆਪਾਂ ਚੱਲ ਗਏ ਆ, ਤੇ ਇਹ ਤੇ ਵਿਚਾਰੀ ਹੈ ਹੀ ਨਹੀਂ ਸੀ, ਇਹ ਤੇ ਅਗਿਆਨ ਸੀ। ਇਹ ਆਪੇ ਉਹ ਖਤਮ ਹੋ ਜਾਣੀ। ਠੀਕ ਹੈ ਨੀ ਜੀ ਸਾਹਿਬ? ਅਗਲੀ ਤੋਂ ਇਹੀ ਤਾਂ ਕਹਿ ਰਹੀ ਹੈ ਜੋ ਤੁਸੀਂ ਕਹਿ ਰਹੇ ਹੋ, ਪੁਰਸ਼ ਦੇ ਕੋਲ ਚਲੇ ਗਏ। ਅਗਲੀ ਤੋਂ ਕਹਿ ਰਹੀ ਹੈ ਨਾਨਕ ਜੀਵ ਦਾ ਪੁਰਖ ਧਿਆਇਆ। ਨਾਨਕ ਜੀਵ ਦਾ ਪੁਰਖ ਧਿਆਇਆ ਅਮਰਾ ਪੜੋ। ਸਹੀ ਹੈ, ਸਹੀ ਹੈ। ਅਮਰ ਹੋ ਗਏ ਫਿਰ। ਹਾਂ, ਵੇਲਾ ਜੀਵ ਦਾ ਕਹਿੰਦੇ ਕੋਈ ਮੂਰਤੀਆਂ ਨੂੰ ਨਾ ਪੂਜੀ ਜਾਓਏ। ਆਪਣੇ ਵੇਖੋ, ਆਪਣੇ ਕਿੰਨੇ ਤੀਰਥ ਸਥਾਨ ਹੈਗੇ ਨੇ, ਉਹ ਕਬਰਾਂ ਤੇ ਬਣੇ ਨੇ। ਆਪਾਂ ਲੋਕਾਂ ਨੂੰ ਕਹਿੰਦੇ ਲੋਕੀ ਕਬਰਾਂ ਦੀਆਂ ਪੂਜਾ ਕਰਦੇ ਨੇ। ਆਪਣੇ ਵੇਖੋ ਕਿੰਨੇ ਧਰਮ, ਆਪਣੇ ਵੀ ਹਰ ਥਾਂ ਕਬਰਾਂ ਤੇ ਉਹ ਬਣਾ ਦਿੰਦੇ ਨੇ। ਜਿੱਥੇ ਬੰਦੇ ਦਾ ਸੰਸਕਾਰ ਕੀਤਾ ਉੱਥੇ ਗੁਰਦੁਆਰਾ ਬਣਾ ਦੋ। ਸਾਧ ਸੰਗਤ ਜੀ, ਬਾਣੀ ਆਪਾਂ ਨੂੰ ਇਹ ਸਮਝਾਉਂਦੀ ਆ, ਆਪ ਕਿਤੇ ਵੀ ਜਾ ਕੇ ਮੱਥਾ ਟੇਕਦੇ ਜੋ ਨਾ, ਹਮੇਸ਼ਾ ਹੀ ਮੱਥਾ ਪਰਮਾਤਮਾ ਨੂੰ ਟੇਕਣਾ ਵਾ। ਪਰਮਾਤਮਾ ਦੇ ਦੇਖੋ, ਨਿਰਗੁਣ ਨੂੰ ਪੂਜਾ ਕਰ, ਭਗਤੀ ਕਰਨੀ ਆਪਾਂ ਨਿਰਗੁਣ ਦੀ। ਕਿਸੇ ਹੋਰ ਕਿਸੇ ਦਾ ਨਾਂ ਨਾ ਲਿਆ ਕਰੋ। ਇਹ ਰਿਕੁਐਸਟ ਹੈ ਤੁਹਾਡੀ। ਬਾਕੀ ਜੀਵਨ ਤੁਹਾਡਾ ਹੈ। ਕਹਿੰਦਾ ਅੱਖਾਂ ਬੰਦ ਕਰਕੇ ਪਰਮਾਤਮਾ ਨੂੰ ਜਿੱਥੇ ਮਰਜ਼ੀ ਮੱਥਾ ਟੇਕੋ। ਬਾਹਰ ਵੀ ਜਾ ਸਕਦੇ ਤੁਸੀਂ, ਗੁਰਦੁਆਰੇ, ਮੰਦਿਰ, ਮਸਜਿਦ, ਜਿੱਥੇ ਮਰਜ਼ੀ ਜਾਓ। ਪਰ ਤੁਸੀਂ ਉਹ ਚੀਜ਼ ਨੂੰ ਨਾ ਮੱਥਾ ਟੇਕੋ। ਤੁਸੀਂ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝ ਕੇ ਉਹਨੂੰ ਆਪਣਾ ਮੱਥਾ ਟੇਕਣਾ ਹੈ ਕਿ ਮੇਰੇ ਪਿਤਾ ਮੈਂ ਤੇਰੇ ਦਰ ਤੇ ਆਇਆ। ਤੇ ਬਹੁਤ ਵਧੀਆ ਜੀ। ਫਿਰ ਕਹਿੰਦੇ ਆ ਕਿ ਪੁਰਖ ਨਾਨਕ ਜੀਵ ਦਾ ਪੁਰਖ ਧਿਆਈਏ। ਧਿਆਇਆ ਤੇ ਮੈਂ ਧਿਆਇਆ। ਧਿਆਇਆ ਦਾ ਮਤਲਬ ਯਾਦ ਕੀਤਾ, ਧਿਆਨ ਕੀਤਾ, ਧਿਆਨ ਸਿਮਰਨ ਕੀਤਾ। ਉਹਨੂੰ ਯਾਦ ਕਰਨਾ ਪੈਣਾ। ਉਹਨੂੰ ਜਦੋਂ ਆਪਾਂ ਸੌਰੀ, ਅੱਜ ਮੈਂ ਤੁਹਾਨੂੰ ਲੱਗਦਾ ਨੈਟਵਰਕ ਦੀ ਪ੍ਰੋਬਲਮ ਹੈ। ਮੇਰੀ ਆਵਾਜ਼ ਤੁਹਾਡੀ ਨੇ ਸਭ ਆਵਾਜ਼ ਦੇ ਵਿੱਚ ਜ਼ਿਆਦਾ ਵੱਜ ਰਹੀ ਹੈ। ਨਹੀਂ, ਵਧੀਆ ਆਵਾਜ਼ ਆ ਰਹੀ ਹੈ। ਅੱਜ ਤਾਂ ਤੁਹਾਡੀ ਆਵਾਜ਼ ਬਹੁਤ ਵਧੀਆ ਆ ਰਹੀ ਹੈ ਗੋਰਖੀ ਸਾਹਿਬ, ਬਿਲਕੁਲ ਕਲੀਅਰ ਆਵਾਜ਼ ਹੈ ਤੁਹਾਡੀ। ਅੱਜ ਮੈਂ ਦੁੱਧ ਪੀਤਾ ਇੱਕ ਗਲਾਸ। ਮੈਂ ਪਹਿਲਾਂ ਮੈਂ ਦੂਜਿਆਂ ਨੂੰ ਕਹੀ ਜਾਵਾਂ ਕਿ ਸਿਹਤ ਆਪਣੀ ਵਧੀਆ ਬਣਾਓ। ਮੈਂ ਕੀ ਚੰਗਾ ਕੰਮ ਕਰਕੇ ਫੇਰ ਰੋਲ ਮਾਡਲ ਬਣਾਂਗੇ ਨਾ ਨਿੱਜਰ ਸਾਹਿਬ। ਇਸ ਕਰਕੇ 3 ਮਹੀਨੇ ਹੋ ਗਏ ਮੈਂ ਵੀ ਐਕਸਰਸਾਈਜ਼ ਕੀਤੀ ਹੈ ਤੇ ਮੈਨੂੰ ਬੜਾ ਚੰਗਾ ਲੱਗਾ। ਮੈਂ ਕਦੇ ਕਥਾ ਚ ਬੋਲਦਾ ਸਰੀਰ ਸਹੀ ਕਰੋ, ਤੰਦਰੁਸਤ ਕਰੋ। ਤੇ ਪਹਿਲਾਂ ਮੈਂ ਚਰਨਜੀਤ ਆਪਣੇ ਨੂੰ ਫਿੱਟ ਕਰਾਂ। ਫਿਰ ਮਹੀਨਾ 1.5 ਮਹੀਨਾ ਮੈਂ ਆਪ ਐਕਸਰਸਾਈਜ਼ ਕੀਤੀ ਆ, ਬਹੁਤ ਵਧੀਆ ਚੰਗਾ ਲੱਗ ਰਿਹਾ ਮੈਨੂੰ। ਮੈਂ ਚਾਹੁੰਦਾ ਕਿ ਦੂਜੇ ਵੀ ਚੰਗੇ ਹੋ ਜਾਣ। ਇਹ ਠੀਕ ਹੈ ਨਿੱਜਰ ਸਾਹਿਬ? ਨਾਨਕ ਜੀਵ ਦੇ ਪੁਰਖ ਧਿਆਇਆ ਅਮਰਾ ਪਦ। ਤੇ ਬਸ ਤੇ ਬੰਦਾ ਜਿਹੜਾ ਅਮਰ ਹੋ ਜਾਂਦਾ। ਮੈਂ ਤੋਂ ਬੰਦਾ ਅਮਰ ਦਾ ਮਤਲਬ ਕਿ ਆਪਾਂ ਅਮਰ ਹੀ ਆ, ਪਰ ਆਪਾਂ ਹਉਮੈ ਦੇ ਕਰਕੇ ਗਤੀ ਕਰ ਰਹੇ ਹਾਂ। ਤੇ ਫਿਰ ਜਦੋਂ ਹਉਮੈ ਖਤਮ ਹੋ ਗਈ ਤੇ ਫਿਰ ਤੇ ਰਾਮ ਕਬੀਰਾ ਏਕ ਭਏ ਤੇ ਕੋਈ ਨਾ ਸਕੇ। ਬਿਲਕੁਲ ਠੀਕ ਹੈ ਨਿੱਜਰ ਸਾਹਿਬ? ਬਹੁਤ ਵਧੀਆ ਜੀ, ਬਹੁਤ ਵਧੀਆ। ਹਾਂਜੀ ਗੋਰਖੀ ਸਾਹਿਬ, ਇੱਕ ਬੇਨਤੀ ਹੈਗੀ ਕਿ ਬਈ ਸੰਗਤ ਦੇ ਵਿੱਚ ਨਾ ਨਵੇਂ ਅਭਿਆਸ ਬਹੁਤ ਆਈ ਸੰਗਤ ਤੇ ਨਾ, ਇਸ ਕਰਕੇ ਫਿਰ ਧਿਆਨ ਸਿਮਰਨ ਦਾ ਜਿਹੜਾ ਫਿਰ ਇੱਕ ਵਾਰੀ ਫਿਰ ਦੱਸ ਦਿੰਦੇ। ਹਾਂਜੀ ਕੋਈ ਨਹੀਂ ਨਿੱਜਰ ਸਾਹਿਬ, ਡੈਮੋ ਦੇ ਦਿੰਦੇ ਆ ਸਾਧ ਸੰਗਤ ਜੀ। ਤੇ ਆਪ ਤੋਂ ਸਭ ਤੋਂ ਪਹਿਲਾਂ ਤੇ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੁਸੀਂ ਆਪਣੇ ਜੀਵਨ ਚੋਂ ਕੀਮਤੀ ਸਮਾਂ ਕੱਢਿਆ ਔਰ ਇਹ ਸਮਾਂ ਤੁਹਾਡਾ ਵੇਸਟ ਨਹੀਂ ਜਾਏਗਾ। ਮੈਂ ਇੱਕ ਗੱਲ ਦੀ ਗਰੰਟੀ ਲੈਣਾ, ਜਦੋਂ ਵੀ ਸੰਸਾਰ ਤੋਂ ਮੈਂ ਵੀ ਜਾਣਾ ਹੈ, ਸਾਰਿਆਂ ਜਾਣਾ, ਨਿੱਜਰ ਸਾਹਿਬ ਵੀ ਜਾਣਗੇ, ਸਾਰਿਆਂ ਜਾਣਾ, ਸਭ ਨੂੰ ਜਾਣਾ ਪੈਣਾ। ਪਰ ਇੱਕ ਗੱਲ ਦੀ ਗਰੰਟੀ ਹੈ, ਜਦੋਂ ਤੁਸੀਂ ਸੰਸਾਰ ਤੋਂ ਜਾਓਗੇ
ਤੇ ਤੁਹਾਡੇ ਚਿਹਰੇ ਤੇ ਸਮਾਈਲ ਹੋਊਗੀ। ਮੈਂ ਖਾਲੀ ਹੱਥ ਨਹੀਂ ਜਾ ਰਿਹਾ, ਉਹ ਇੱਕ ਗਰੰਟੀ ਹੈਗੀ ਹੈ। ਔਰ ਜਿਹੜਾ ਚੱਲਦਾ ਹੈ ਉਹੀ ਪਹੁੰਚਦਾ ਹੈ, ਜਿਹੜਾ ਨਹੀਂ ਚੱਲਦਾ ਨਹੀਂ ਪਹੁੰਚਦਾ। ਹਰ ਚੀਜ਼ ਜਿਹੜੀ ਸੰਸਾਰ 'ਚ ਉਹ ਕਰਨ ਦੇ ਨਾਲ ਹੀ ਪ੍ਰਾਪਤ ਹੁੰਦੀ ਹੈ। ਔਰ ਤੁਸੀਂ ਅੱਜ ਸੰਗਤ ਦੇ ਨਾਲ ਆਏ, ਜੋ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਔਰ ਵੈਲਕਮ ਕਰਦੇ ਹਾਂ। ਤੇ ਆਪਾਂ ਏਦਾਂ ਕਰਦੇ ਹਾਂ, ਸ਼ੁਰੂ ਤੋਂ ਮੈਂ ਮੂਲ ਮੰਤਰ ਦਾ ਪਾਠ ਕਰਦਾ ਤੇ ਔਰ ਉਸ ਤੋਂ ਬਾਅਦ ਫਿਰ ਮੈਂ ਵਾਹਿਗੁਰੂ ਦਾ ਜਾਪ ਕਰਾਂਗਾ। ਔਰ ਤੁਸੀਂ, ਮੈਂ ਪਹਿਲਾਂ ਬੋਲਾਂਗਾ ਫਿਰ ਤੁਸੀਂ ਮਗਰ ਬੋਲਣਾ। ਤੇ ਲੰਮਾ ਜਾਪ ਕਰਦਾ ਮੈਂ, ਤੁਸੀਂ ਲੰਮਾ ਹੀ ਜਾਪ ਕਰਨਾ। ਵਾਹਿਗੁਰੂ ਜੀ, ਕੁਛ ਬੇਨਤੀ ਕਰ ਸਕਦੇ ਸੀ? ਅਵਤਾਰ ਕੌਰ ਜੀ, ਹੁਣ ਟਾਈਮ ਨਹੀਂ ਹੈਗਾ। ਹੁਣ ਫਿਰ ਕੋਈ ਗੱਲ ਨਹੀਂ। ਤੁਸੀਂ ਸੰਗਤ ਲਈ ਕਹਿਣਾ ਚਾਹੁੰਦੇ ਕਿ ਤੁਸੀਂ ਆਪਣੀ ਪਰਸਨਲ ਪੁੱਛਣਾ ਚਾਹੁੰਦੇ ਜੀ? ਚਲੋ ਜੀ, ਬਾਅਦ ਚ ਕਰਾਂਗੇ। ਠੀਕ, ਹਾਂ, ਉਹ ਕੋਈ ਨਹੀਂ। ਉਹ ਫਿਰ ਸਾਰੀ ਸੰਗਤ ਫਿਰ ਤੁਹਾਨੂੰ ਉਹ ਨਾ, ਫਿਰ ਹੁਣ ਟਾਈਮ ਦੀ ਕਮੀ ਹੋ ਗਈ ਆ। ਤੁਸੀਂ ਮੈਨੂੰ ਦੁਬਾਰਾ ਫੋਨ ਕਰ ਲੈਣਾ ਤੇ ਜੇ ਸੰਗਤ ਨਾਲ ਸਾਂਝਾ ਕਰਨ ਵਾਲਾ ਹੈਗਾ ਤਾਂ ਤੁਸੀਂ ਬੋਲ ਸਕਦੇ ਜੋ, ਕੋਈ ਪ੍ਰੋਬਲਮ ਨਹੀਂ ਹੈਗੀ। ਤੇ ਜੇ ਪਰਸਨਲ ਹੈਗਾ ਤੇ ਫਿਰ ਦੁਬਾਰਾ ਫਿਰ 1 to 1 ਕਰ ਲੈਣਾ ਕੋਰਕੀ ਸਾਹਿਬ ਨੂੰ। ਵਾਹਿਗੁਰੂ ਜੀ, 7 ਵਜੇ ਬਾਅਦ ਚ ਕਰਨਾ। ਠੀਕ ਹੈ, ਠੀਕ। ਮਾਫੀ। ਤੇ ਇਹ ਹਾਂ ਠੀਕ ਹੈ, 10 ਮਿੰਟ ਲੱਗਣਗੇ। ਤੁਸੀਂ ਨਵੇਂ ਆਏ ਜੋ, 12 ਮਿੰਟ ਲੱਗਣਗੇ। 12 ਮਿੰਟ ਪੂਰੇ ਮੈਂ ਨਾਮ ਤੁਹਾਨੂੰ ਵਾਹਿਗੁਰੂ ਦਾ ਜਾਪ ਕਰਾਂਗਾ। ਫਿਰ ਲਾਸਟ ਤੇ ਮੈਂ ਕਹਾਂਗਾ ਤੁਸੀਂ ਹੌਲੀ ਹੌਲੀ ਤੁਸੀਂ ਚੁੱਪ ਹੋ ਜਾਓ। ਫਿਰ ਤੁਸੀਂ ਚੁੱਪ ਹੋ ਜਾਣਾ। ਉਦੋਂ 1 ਮਿੰਟ ਮੈਂ ਇਕੱਲਾ ਬੋਲਾਂਗਾ। 1 ਮਿੰਟ ਤੋਂ ਬਾਅਦ ਫਿਰ ਤੁਸੀਂ ਵੀ ਚੁੱਪ ਹੋ ਜਾਣਾ। ਮਤਲਬ ਮੈਂ ਫੋਨ ਬੰਦ ਕਰ ਦਾਂਗਾ ਤੇ ਤੁਸੀਂ ਉਸੇ ਤਰ੍ਹਾਂ ਅੰਤਰ ਧਿਆਨ ਬੈਠੇ ਰਹਿਣਾ, ਕੁਛ ਨਹੀਂ ਕਰਨਾ। ਆਪਣਾ ਧਿਆਨ ਪ੍ਰਵੱਟਿਆਂ ਦੇ ਵਿਚਕਾਰ ਅੰਦਰ ਬਾਹਰ 1 ਇੰਚ ਦਾ ਕਾਗਰ ਕਰਕੇ ਰੱਖਣਾ। ਮੂੰਹ ਥੋੜਾ ਤਾਂ ਚੁੱਕ ਲਓ ਤੇ ਤੁਹਾਡੀ ਅਰਦਾਸ ਕਰੀਏ ਸਾਰਿਆਂ ਦੀ। ਫਿਰ ਤੁਸੀਂ 20 ਮਿੰਟ 30 ਮਿੰਟ ਬੈਠੇ ਰਹੋ, ਜਿੰਨਾ ਚਿਰ ਦਿਲ ਕਰਦਾ। ਉੱਠੋ ਨਾ, ਜੇ ਜ਼ਿਆਦਾ ਟਾਈਮ ਵੀ ਲੱਗਦਾ ਤੇ ਬੈਠੇ ਰਹਿਣਾ। ਤੁਰਤੀ ਤੁਸੀਂ ਨਿਰਵਿਚਾਰ ਹੋ ਜਾਣਾ ਜੀ।